ਹੈਲੋ ਐਂਡ ਜੈ ਮਸੀਹ ਦੀ ਸਾਰਿਆਂ ਨੂੰ ਐਂਡ ਸਾਰਿਆਂ ਨੂੰ ਓਲ ਨੇਸ਼ਨ ਚਰਚ ਵਿੱਚ ਜੀ ਆਇਆਂ ਨੂੰ ਆਖਦੇ ਆ ਅਤੇ ਔਨਲਾਈਨ ਚਰਚ ਤੁਹਾਨੂੰ ਵੀ ਸਾਰਿਆਂ ਨੂੰ ਜਿਹੜੇ ਸਾਡੇ ਨਾਲ ਹੁਣ ਜੁੜੇ ਆ ਜੀ ਆਇਆਂ ਨੂੰ। ਅਤੇ ਜਿੱਦਾਂ ਜਿੱਦਾਂ ਤੁਸੀਂ ਹੁਣ ਜੁੜਦੇ ਆ ਸਾਰੇ ਜਾਣੇ ਆਪਾਂ ਇੱਕ ਵਚਨ ਦੇ ਨਾਲ ਆਪਾਂ ਸ਼ੁਰੂਆਤ ਕਰਦੇ ਹਾਂ। ਉਹਨਾਂ ਚਿਰ ਜਿਨ੍ਹਾਂ ਕੋਲ ਬਾਈਬਲ ਹੈਗੀ ਆ ਲੂਕਾ ਦੀ ਕਿਤਾਬ ਉਹਦਾ 19 ਚੈਪਟਰ ਉਹਦੀ 1 ਤੋਂ ਲੈ ਕੇ ਆਪਾਂ 10 ਤੱਕ ਪੜ੍ਹਦੇ ਹਾਂ। ਅਤੇ ਸਾਰੇ ਜਾਣੇ ਬਾਈਬਲ ਖੋਲ੍ਹ ਲਓ ਅਤੇ ਜਿੰਨਾ ਚਿਰ ਆਪਾਂ ਔਨਲਾਈਨ ਜੁੜਦੇ ਵੀ ਹਾਂ ਅਤੇ ਨਾਲ ਦੀ ਨਾਲ ਤੁਸੀਂ ਲਿੰਕ ਵੀ ਸ਼ੇਅਰ ਕਰੀ ਚੱਲੋ। ਆਪਾਂ ਜੱਕੀ ਅਤੇ ਬਸੂਲੀਆ ਆਪਾਂ ਉਹਦੇ ਬਾਰੇ ਦੇਖਦੇ ਹਾਂ ਅੱਜ। ਉਹ ਯਰੀਹੋ ਦੇ ਅੰਦਰ ਜਾ ਕੇ ਵਿੱਚੋਂ ਦੀ ਲੰਘ ਰਿਹਾ ਸੀ ਅਤੇ ਵੇਖੋ ਜੱਕੀ ਨਾਂ ਦਾ ਇੱਕ ਪੁਰਖ ਜਿਹੜਾ ਬਸੂਲੀਆ ਦਾ ਸਰਦਾਰ ਅਤੇ ਧਨਵਾਨ ਸੀ ਅਤੇ ਉਸਨੇ ਯਿਸੂ ਨੂੰ ਵੇਖਣ ਦਾ ਯਤਨ ਕੀਤਾ ਕਿ ਉਹ ਕੌਣ ਹੈ, ਪਰ ਭੀੜ ਦੇ ਕਾਰਨ ਵੇਖ ਨਾ ਸਕਿਆ ਕਿਉਂ ਜੋ ਉਹ ਕੱਦ ਦਾ ਮਧਰਾ ਸੀ। ਸੋ ਉਹਦੇ ਅੱਗੇ ਦੌੜ ਕੇ ਇੱਕ ਗੁੱਲਰ ਦੇ ਬਿਰਛ ਉੱਤੇ ਚੜ੍ਹ ਗਿਆ ਕਿ ਉਸ ਨੂੰ ਦੇਖੇ ਕਿਉਂ ਜੋ ਉਸਨੇ ਉਸ ਰਸਤਿਓਂ ਲੰਘਣਾ ਸੀ। ਪਰ ਯਿਸੂ ਜਦ ਉਸ ਥਾਂ ਆਇਆ ਤਾਂ ਉਹ ਤਹਾਂ ਨਜ਼ਰ ਮਾਰ ਕੇ ਉਹਨੂੰ ਆਖਿਆ, ਹੇ ਜੱਕੀ ਛੇਤੀ ਨਾਲ ਉਤਰ ਆ, ਕਿਉਂਕਿ ਅੱਜ ਮੈਂ ਤੇਰੇ ਹੀ ਘਰ ਰਹਿਣਾ। ਤਾਂ ਉਹ ਛੇਤੀ ਉਤਰ ਆਇਆ ਅਤੇ ਖੁਸ਼ੀ ਨਾਲ ਉਸ ਦਾ ਆਦਰ ਭਾਵ ਕੀਤਾ। ਤਾਂ ਸਭ ਵੇਖ ਕੇ ਕੁੜਨ ਲੱਗੇ ਅਤੇ ਬੋਲੇ ਜੋ ਉਹ ਇੱਕ ਪਾਪੀ ਮਨੁੱਖ ਦੇ ਘਰ ਜਾ ਉਤਰਿਆ ਹੈ। ਪਰ ਜੱਕੀ ਨੇ ਖੜੋ ਕੇ ਪ੍ਰਭੂ ਨੂੰ ਕਿਹਾ, ਪ੍ਰਭੂ ਜੀ ਵੇਖ ਮੈਂ ਆਪਣਾ ਅੱਧਾ ਮਾਲ ਕੰਗਾਲਾਂ ਨੂੰ ਦਿੰਦਾ ਹਾਂ ਅਤੇ ਜੇ ਮੈਂ ਕਿਸੇ ਉੱਤੇ ਊਚ ਲਾ ਕੇ ਕੁਝ ਲੈ ਲਿਆ ਹੈ ਤਾਂ ਚੌਗਣਾ ਮੋੜ ਦਿੰਦਾ ਹਾਂ। ਯਿਸੂ ਨੇ ਉਹਨੂੰ ਆਖਿਆ, ਅੱਜ ਇਸ ਘਰ ਵਿੱਚ ਮੁਕਤੀ ਆਈ, ਇਸ ਲਈ ਜੋ ਇਹ ਵੀ ਅਬਰਾਹਮ ਦਾ ਪੁੱਤਰ ਹੈ, ਕਿਉਂ ਜੋ ਮਨੁੱਖ ਦਾ ਪੁੱਤਰ ਗੁਆਚੇ ਹੋਏ ਨੂੰ ਭਾਲਣ ਅਤੇ ਬਚਾਉਣ ਆਇਆ ਹੈ। ਆਮੇਨ ਆਮੇਨ। ਜਦੋਂ ਅਸੀਂ ਇਸ ਵਚਨ ਬਾਰੇ ਦੇਖਦੇ ਹਾਂ, ਉਹ ਧਨਵਾਨ ਵੀ ਸੀ ਅਤੇ ਸਰਦਾਰ ਵੀ ਸੀ, ਤੰਦਰੁਸਤ ਵੀ ਸੀ ਕਿਉਂਕਿ ਉਹ ਗੁੱਲਰ ਦੇ ਦਰੱਖਤ ਉੱਤੇ ਚੜ੍ਹਿਆ। ਸਭ ਚੀਜ਼ਾਂ ਉਹਦੇ ਕੋਲ ਸੀ। ਜੇ ਹੁਣ ਸੋਚਣੇ ਵਾਲੀ ਗੱਲ ਆ, ਉਹਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਜਦੋਂ ਬੰਦੇ ਕਹਿੰਦੇ ਮੇਰੇ ਕੋਲ ਸਾਰੀਆਂ ਚੀਜ਼ਾਂ ਪੂਰੀਆਂ ਅਤੇ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਪਰ ਨਹੀਂ ਕਰਕੇ ਪ੍ਰਭੂ, ਜਦੋਂ ਅਸੀਂ ਪ੍ਰਭੂ ਦੇ ਵਚਨ ਬਾਰੇ ਦੇਖਦੇ ਹਾਂ ਪ੍ਰਭੂ, ਪਰ ਅਸੀਂ ਕਿਤੇ ਨਾ ਕਿਤੇ ਫੇਰ ਗਲਤ ਹੈਗੇ ਹਾਂ। ਪਰ ਉੱਥੇ ਕੀ ਸੀਗਾ? ਹਨੇਰਾ ਸੀ। ਉੱਥੇ ਕੀ ਸੀਗਾ? ਉਹ ਪਾਪੀ ਸੀ ਕਰਕੇ ਉਹ ਲੋਕਾਂ ਕੋਲ ਟੈਕਸ ਕਲੈਕਟ ਕਰਦਾ ਸੀ, ਪਰ ਦੁੱਗਣਾ ਤਿੱਗਣਾ ਵੀ ਲੈ ਲੈਂਦਾ ਸੀਗਾ ਧੋਖੇ ਵਿੱਚ। ਉਹ ਕਰਕੇ ਉਹਨਾਂ ਚਿਰ ਉਹਨੂੰ ਪਤਾ ਨਹੀਂ ਲੱਗਾ ਜਿੰਨਾ ਚਿਰ ਯਿਸੂ ਮਸੀਹ ਉਹਦੇ ਅੱਗੇ ਨਹੀਂ ਆਏ, ਉਹਦੀ ਜ਼ਿੰਦਗੀ 'ਚ ਨਹੀਂ ਆਏ, ਉਹਦੇ ਨਾਲ ਬੋਲੇ ਨਹੀਂ। ਉਹਨੇ ਮੂੰਹ ਨਾਲ ਇਕਰਾਰ ਕਰ ਲਿਆ ਕਿ ਜੋ ਵੀ ਮੇਰੇ ਕੋਲ ਹੈ ਮੈਂ ਅੱਧਾ ਗਰੀਬਾਂ ਨੂੰ ਦੇ ਦੇਣਾ। ਕਹਿੰਦਾ ਮੈਂ ਜਿਹੜਾ ਹੈਗਾ ਆ ਹੂਜ ਲਾ ਕੇ ਕਿਸੇ ਤੋਂ ਧੋਖੇ ਵਿੱਚ ਵੀ ਲਿਆ, ਮੈਂ ਉਹਨਾਂ ਨੂੰ ਚੌਗਣਾ ਮੋੜ ਦਿੰਦਾ। ਉਹਨੇ ਮੂੰਹ ਨਾਲ ਇਕਰਾਰ ਜਦੋਂ ਕੀਤਾ ਅਤੇ ਉਹਦੀ ਜ਼ਿੰਦਗੀ ਦੇ ਵਿੱਚ ਕੀ ਕੰਮ ਹੋਇਆ? ਘਰ ਵਿੱਚ ਉਹਦੇ ਮੁਕਤੀ ਆ ਗਈ, ਉਹਨੂੰ ਮੁਕਤੀ ਮਿਲ ਗਈ, ਉਹਦੇ ਘਰ ਵਿੱਚ ਮੁਕਤੀ। ਜਿਹੜੀ ਚੀਜ਼ ਦੀ ਆਪਣੇ ਕੋਲ ਜਿੰਨੀਆਂ ਮਰਜ਼ੀ ਚੀਜ਼ਾਂ ਹੋਣ, ਪਰ ਆਪਾਂ ਨੂੰ ਮੁਕਤੀ ਦੀ ਬਹੁਤ ਜ਼ਿਆਦਾ ਜ਼ਰੂਰਤ ਆ, ਆਪਾਂ ਨੂੰ ਯਿਸੂ ਦੀ ਬਹੁਤ ਜ਼ਿਆਦਾ ਜ਼ਰੂਰਤ ਆ, ਆਪਾਂ ਨੂੰ ਚਾਨਣ ਦੀ ਬਹੁਤ ਜ਼ਿਆਦਾ। ਉਨਾ ਚਿਰ ਉਹ ਕੁਛ ਕਰ ਨਹੀਂ ਸਕਿਆ ਜਿੰਨਾ ਚਿਰ ਉਹਦੀ ਜ਼ਿੰਦਗੀ ਦੇ ਵਿੱਚ ਚਾਨਣ ਨਹੀਂ ਆਇਆ, ਅਤੇ ਚਾਨਣ ਦੇ ਨਾਲ ਉਹਨੂੰ ਸਭ ਕੁਛ ਆਪਣਾ ਦਿਸਣ ਲੱਗ ਪਿਆ। ਇਸ ਕਰਕੇ ਅਸੀਂ ਦੇਖਦੇ ਹਾਂ ਅੱਜ ਜਿਹੜਾ ਵੀ ਸੋਚਦਾ ਆ ਮੇਰੇ ਕਿਸੇ ਦੋਸਤ ਨੇ, ਮੇਰੇ ਕਿਸੇ ਘਰ ਦੇ ਇਨਸਾਨ ਨੇ ਜਾਂ ਮੇਰੇ ਭੈਣ ਭਰਾਵਾਂ ਨੇ, ਕਿਸੇ ਨੇ ਨਹੀਂ ਆਉਣਾ ਪ੍ਰਭੂ ਦੇ ਵਿੱਚ, ਉਹਨਾਂ ਕੋਲ ਤਾਂ ਸਭ ਕੁਛ ਹੈਗਾ। ਪਰ ਨਹੀਂ, ਪ੍ਰਭੂ ਦਾ ਵਚਨ ਕੀ ਕਹਿੰਦਾ? ਮੈਂ ਗੁਆਚਿਆ ਹਾਂ ਨੂੰ ਲੱਭਣ ਆਇਆ। ਉਹ ਵੀ ਆ ਸਕਦੇ ਹਾਂ। ਉਹਦੇ ਜੱਕੀ ਦੇ ਘਰ ਦੇ ਵਿੱਚ ਸਭ ਕੁਛ ਸੀ, ਉਹਦੇ ਘਰ ਵਿੱਚ ਮੁਕਤੀ ਆ ਗਈ। ਅੱਜ ਸਾਰਿਆਂ ਦੇ ਘਰ 'ਚ, ਸਾਡੇ ਸਾਰਿਆਂ ਦੇ ਘਰਾਂ 'ਚ ਮੁਕਤੀ ਆ ਸਕਦੀ ਹੈ, ਪਰ ਕੀ ਆ? ਸਾਨੂੰ ਮੂੰਹ ਨਾਲ ਇਕਰਾਰ ਕਰਨਾ ਪੈਣਾ ਅਤੇ ਸਾਨੂੰ ਯਿਸੂ 'ਤੇ ਨੇਚਾ ਕਰਨੀ ਪੈਣੀ ਆ ਅਤੇ ਸਾਨੂੰ ਯਿਸੂ ਦੇ ਅੱਗੇ ਰੱਖਣਾ ਪੈਣਾ ਆ। ਇਸ ਕਰਕੇ ਅਸੀਂ ਜਦੋਂ ਇਸ ਵਚਨ ਨੂੰ ਦੇਖਦੇ ਹਾਂ, ਚੰਗੀ ਤਰ੍ਹਾਂ ਤੁਸੀਂ ਪੜ੍ਹ ਕੇ ਦੇਖਿਓ 19 ਅਤੇ 1 ਤੋਂ 10 ਤੱਕ, ਅਤੇ ਪ੍ਰਭੂ ਦਾ ਵਚਨ ਸਾਨੂੰ ਕੀ ਕਹਿੰਦਾ। ਹੁਣ ਆਪਾਂ ਪ੍ਰਾਰਥਨਾ ਕਰਦੇ ਹਾਂ। ਪ੍ਰਾਰਥਨਾ ਦੇ ਨਾਲ ਭੈਣ ਜੀ ਹੁਣੀ ਆਪਣੇ ਨਾਲ ਵਰਸ਼ਿਪ ਕਰਨਗੇ। ਹਾਲੇਲੂਇਆ ਹਾਲੇਲੂਇਆ। ਹੇ ਸਰਬ ਸ਼ਕਤੀਮਾਨ ਪਿਤਾ ਪਰਮੇਸ਼ਰ, ਵਡਿਆਈਆਂ ਦੇ ਜੋ ਅਸੀਂ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ ਕਰਦੇ ਹਾਂ ਇਸ ਟਾਈਮ ਦੇ ਲਈ। ਪ੍ਰਭੂ ਪਿਤਾ ਪਰਮੇਸ਼ਰ ਜੀ, ਸੱਚਮੁੱਚ ਤੁਹਾਡੇ ਵਚਨ ਸਾਡੀ ਸਮਝ ਤੋਂ ਬਾਹਰ ਆ। ਪ੍ਰਭੂ ਸਾਨੂੰ ਆਓ, ਸਾਨੂੰ ਇਹਨਾਂ ਵਚਨਾਂ 'ਤੇ
ਸਾਡੇ ਤੇ ਰਹਿਮ ਕਰੋ, ਸਾਨੂੰ ਇਹਨਾਂ ਵਚਨਾਂ ਤੇ ਚੱਲਣਾ ਸਿਖਾਓ ਪਿਤਾ ਪਰਮੇਸ਼ਰ ਜੀ। ਸੱਚਮੁੱਚ ਇਹ ਵਚਨ ਤੁਹਾਡੇ ਜਿੰਦੇ ਆ ਤੇ ਸਭ ਦੀਆਂ ਜ਼ਿੰਦਗੀਆਂ 'ਚ ਕੰਮ ਕਰਨ। ਯਿਸੂ ਮਸੀਹ ਦੇ ਨਾਂ 'ਚ ਆਉਣ ਵਾਲਾ ਸਮਾਂ ਤੁਹਾਡੇ ਹੱਥਾਂ ਵਿੱਚ ਦਿੰਦੇ ਆ। ਆਮੇਨ ਆਮੇਨ। ਹੁਣ ਆਪਾਂ ਹਰਸ਼ਾ ਭੈਣ ਜੀ ਨੂੰ ਕਹਿੰਦੇ ਆ ਵਰਸ਼ਿਪ ਕਰਨਗੇ ਆਪਣੇ ਨਾਲ। ਆਮੇਨ। ਹਾਂਜੀ, ਜੈ ਮਸੀਹ ਕੀ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ, ਇਸ ਚਰਚ ਦੇ ਵਿੱਚ, ਆਲ ਨੇਸ਼ਨ ਚਰਚ ਵੱਲੋਂ। ਅਤੇ ਅਸੀਂ ਜਿੰਨੇ ਵੀ ਦੇਖਣ ਵਾਲੇ ਆ ਪ੍ਰਾਰਥਨਾ ਕਰਦੇ ਹਾਂ ਸਾਰਿਆਂ ਨੂੰ ਅੱਜ ਦੀ ਮੀਟਿੰਗ ਵਿੱਚ ਪਰਮੇਸ਼ਰ ਬਰਕਤ ਦੇਵੇ ਸਾਨੂੰ ਸਭ ਨੂੰ। ਆਪਾਂ ਗੀਤਾਂ ਵੱਲ ਚੱਲਦੇ ਹਾਂ, ਪ੍ਰਭੂ ਦੀ ਵਡਿਆਈ ਵਾਸਤੇ ਆਪਾਂ ਗੀਤ ਗਾਉਂਦੇ ਹਾਂ। ਚਲੋ ਮੇਰੇ ਸਾਥ ਬਾਪ ਕੇ ਘਰ ਮੇਂ, ਬਾਪ ਕੇ ਘਰ ਮੇਂ। ਆਪਾਂ ਹੁਣ ਪਰਮੇਸ਼ਰ ਦੀ ਹਜ਼ੂਰੀ 'ਚ ਜਾਣਾ ਆ, ਦੁਨੀਆਦਾਰੀ ਦੇ ਵਿੱਚੋਂ ਨਿਕਲਣਾ ਆ, ਇੱਥੇ ਦੀਆਂ ਸੋਚਾਂ ਸਮਝਾਂ ਵਿੱਚੋਂ ਨਿਕਲ ਕੇ ਆਪਣਾ ਧਿਆਨ ਪਰਮੇਸ਼ਰ ਦੇ ਵਿੱਚ ਲਾ ਸਕਦੇ ਹਾਂ। ਅਸੀਂ ਗੀਤ ਦੇ ਵਿੱਚ ਸਾਰੇ ਰਲ ਕੇ ਗਾਵਾਂਗੇ ਅਤੇ ਪ੍ਰਭੂ ਦੀ ਵਡਿਆਈ ਕਰਾਂਗੇ। आमेन। चलो मेरे साथ बाप के घर में, बाप के घर में, वहाँ आनंद आनंद है, वहाँ आनंद आनंद है। चलो मेरे साथ बाप के घर में, बाप के घर में, वहाँ आनंद आनंद है, वहाँ आनंद आनंद है। यीशु रसता है बाप के घर का, बाप के घर का, वहाँ आनंद आनंद है, वहाँ आनंद आनंद है। यीशु रसता है बाप के घर का, बाप के घर का, वहाँ आनंद आनंद है, वहाँ आनंद आनंद है। यीशु चान है बाप के घर का, बाप के घर का, वहाँ आनंद आनंद है, वहाँ आनंद आनंद है। यीशु चान है बाप के घर का, बाप के घर का, वहाँ आनंद आनंद है, वहाँ आनंद आनंद है। सब कुछ अच्छा है बाप के घर में, बाप के घर में, वहाँ आनंद आनंद है, वहाँ आनंद आनंद है। सब कुछ अच्छा है बाप के घर में, बाप के घर में, वहाँ आनंद आनंद है, वहाँ आनंद आनंद है। मौत नहीं है बाप के घर में, बाप के घर में, वहाँ आनंद आनंद है, वहाँ आनंद आनंद है। मौत नहीं है बाप के घर में, बाप के घर में, वहाँ आनंद आनंद है, वहाँ आनंद आनंद है। दुख नहीं है बाप के घर में, बाप के घर में, वहाँ आनंद आनंद है, वहाँ आनंद आनंद है। चलो मेरे साथ बाप के घर में, बाप के घर में, वहाँ आनंद आनंद है, वहाँ आनंद आनंद है।
वहाँ आनंद आनंद है, वहाँ आनंद आनंद है। प्यार दा स्नेहा लेके आ गया, सब तो प्यारा यीशु नासरी। प्यार दा स्नेहा लेके आ गया, सब तो प्यारा यीशु नासरी। सानू भी ते अपना बना लिया, जग तो न्यारा यीशु नासरी। सानू भी ते अपना बना लिया, जग तो न्यारा यीशु नासरी। प्यार दा स्नेहा लेके आ गया, सब तो प्यारा यीशु नासरी। प्यार दा स्नेहा लेके आ गया, सब तो प्यारा यीशु नासरी। मोढे ते सलीब चुक तुरिया, साडियां गुनाहां वाले भार नूं। मोढे ते सलीब चुक तुरिया, साडियां गुनाहां वाले भार नूं। कंडियां दा ताज सिर पा लिया, आ गया बचाउण संसार नूं। कंडियां दा ताज सिर पा लिया, आ गया बचाउण संसार नूं। स्वर्गां चों धरती ते आ गया, बन के सहारा यीशु नासरी। स्वर्गां चों धरती ते आ गया, बन के सहारा यीशु नासरी। प्यार दा स्नेहा लेके आ गया, सब तो प्यारा यीशु नासरी। प्यार दा स्नेहा लेके आ गया, सब तो प्यारा यीशु नासरी। जिन्हां ने कबूल कीता यीशु नूं, उन्हां ही दिलां दे विच वसिया। जिन्हां ने कबूल कीता यीशु नूं, उन्हां ही दिलां विच वसिया। चानण जगत विच आ गया, वेख लो हनेरा जावे नसिया। चानण जगत विच आ गया, वेख लो हनेरा जावे नसिया। ओदे अगे सीस मैने वालिया, सच दा दुआरा यीशु नासरी। ओदे अगे सीस मैने वालिया, सच दा दुआरा यीशु नासरी। प्यार दा स्नेहा लेके आ गया, सब तो प्यारा यीशु नासरी। प्यार दा स्नेहा लेके आ गया, सब तो प्यारा यीशु नासरी। जुगो जुग ओदे नाल वसेगा, जिसने प्यार ओदा जानिया। जुगो जुग ओदे नाल वसेगा, जिसने प्यार ओदा जानिया। बहुतियां ने दुख दिता जान के, सच वेखो कईयां ने पछाणिया। बहुतियां ने दुख दिता जान के, सच वेखो कईयां ने पछाणिया। भुल्लियां नूं सिद्धे राह पा गया, चानण मुनारा यीशु नासरी। भुल्लियां नूं सिद्धे राह पा गया, चानण मुनारा यीशु नासरी। प्यार दा स्नेहा लेके आ गया, सब तो प्यारा यीशु नासरी।
प्यार दा सुनेहा लेके आ गया, सब तो प्यारा यसु नासरी। प्यार दी कहानी सुनो यसु दी, बैरियां नू गल नाल ला लिया। प्यार दी कहानी सुनो यसु दी, बैरियां नू गल नाल ला लिया। शहद नालों मिठे बोल बोलदा, मुक्ति दा दान लेके आ गया। शहद नालों मिठे बोल बोलदा, मुक्ति दा दान लेके आ गया। असी भी रगिल अज गा लिया, सच दा किनारा यसु नासरी। असी भी रंगील अज गा लिया, सच दा किनारा यसु नासरी। प्यार दा सुनेहा लेके आ गया, सब तो प्यारा यसु नासरी। प्यार दा सुनेहा लेके आ गया, सब तो प्यारा यसु नासरी। सानू भी ते अपना बना लिया, चानण मुनारा यसु नासरी। सानू भी ते अपना बना लिया, चानण मुनारा यसु नासरी। सब तो प्यारा यसु नासरी, सब तो प्यारा यसु नासरी। हालेलुया, हालेलुया, हालेलुया। पवित्र आत्मा का असी गीत गाने जो परमेश्वर ने सानू मददगार दिता है। हालेलुया। सो जेड़ा भी अज पवित्र आत्मा नाल भरना चाहुंदा, अपने आप नू खाली करना बुरियां सोचां तो, बुरे ख्यालों तो, ताकि प्रभु अपना काम कर सके साडे विच पवित्र आत्मा द्वारा। अपने रूह से रूहे खुदा हमें और भर, हमें और भर, हमें और भर। सुन ले खुदाबंद हमारी दुआ, हमें और भर, हमें और भर, हमें और भर। हालेलुया, 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 हालेलुया। जब हम अपने आप को खाली करते जाएंगे, जब हम अपने आप को खाली करते जाएंगे, हम भी रूहे पाक से भरते जाएंगे, हम भी रूहे पाक से भरते जाएंगे। जब हम अपने आप को खाली करते जाएंगे, जब हम अपने आप को खाली करते जाएंगे। मिट्टी के ये बर्तन जिस्म हमारे हैं, मिट्टी के ये बर्तन जिस्म हमारे हैं, अपने हाथों रब ने खूब संवारे हैं, अपने हाथों रब ने खूब संवारे हैं। उसके पाक कलाम से हम निखरते जाएंगे, उसके पाक कलाम से हम निखरते जाएंगे। हम भी रूहे पाक से भरते जाएंगे, हम भी रूहे पाक से भरते जाएंगे। जब हम अपने आप को खाली करते जाएंगे, जब हम अपने आप को
खाली करते जाएंगे। आहें भर भर के रोता है पाखरू, आहें भर भर के रोता है पाखरू। रहना चाहता है हमारे साथ रू, रहना चाहता है हमारे साथ रू। प्यार में हम मसीहा के चलते जाएंगे, प्यार में हम मसीहा के चलते जाएंगे। हम भी रूहे पाक से भरते जाएंगे, हम भी रूहे पाक से भरते जाएंगे। जब हमें अपने आप को खाली करते जाएंगे, जब हमें अपने आप को खाली करते जाएंगे। गहरे भेद कलाम के हमें सिखाता है, गहरे भेद कलाम के हमें सिखाता है। सच्चाई का रास्ता हमें दिखाता है, सच्चाई का रास्ता हमें दिखाता है। रूह के बल से हम सहते जाएंगे, रूह के बल से हम सहते जाएंगे। हम भी रूहे पाक से भरते जाएंगे, हम भी रूहे पाक से भरते जाएंगे। जब हम अपने आप को खाली करते जाएंगे, जब हम अपने आप को खाली करते जाएंगे। हम भी रूहे पाक से भरते जाएंगे, हम भी रूहे पाक से भरते जाएंगे। भरते जाएंगे, भरते जाएंगे, भरते जाएंगे, भरते जाएंगे। हालेलुया, प्रेज द लॉर्ड, प्रेज द लॉर्ड। एक होर असीं गीत गावांगे। ਯਿਸੂ ਦੇ ਦਰਬਾਰ ਅੱਜ ਦਿਨ ਖੁਸ਼ੀਆਂ ਦਾ, ਸੱਚੀ ਖੁਸ਼ੀਆਂ ਦਾ ਦਿਨ ਹੈ ਜਦੋਂ ਅਸੀਂ ਇਕੱਠੇ ਹੁੰਦੇ ਹਾਂ ਦੀ ਵਡਿਆਈ ਲਈ। ਆਮੀਨ। ਯਿਸੂ ਦੇ ਦਰਬਾਰ ਅੱਜ ਦਿਨ ਖੁਸ਼ੀਆਂ ਦਾ, ਯਿਸੂ ਦੇ ਦਰਬਾਰ ਅੱਜ ਦਿਨ ਖੁਸ਼ੀਆਂ ਦਾ, ਖੁਸ਼ੀਆਂ ਦਾ। ਯਿਸੂ ਦੇ ਦਰਬਾਰ ਅੱਜ ਦਿਨ ਖੁਸ਼ੀਆਂ ਦਾ, ਖੁਸ਼ੀਆਂ ਦਾ। ਯਿਸੂ ਦੇ ਦਰਬਾਰ ਅੱਜ ਦਿਨ ਖੁਸ਼ੀਆਂ ਦਾ। ਸਾਡੇ ਉਜੜੇ ਬਾਗਾਂ ਦੇ ਵਿੱਚ, ਸਾਡੇ ਉਜੜੇ ਬਾਗਾਂ ਦੇ ਵਿੱਚ ਆ ਗਈ ਨਵੀਂ ਬਹਾਰ ਅੱਜ ਦਿਨ ਖੁਸ਼ੀਆਂ ਦਾ, ਖੁਸ਼ੀਆਂ ਦਾ। ਯਿਸੂ ਦੇ ਦਰਬਾਰ ਅੱਜ ਦਿਨ ਖੁਸ਼ੀਆਂ ਦਾ, ਖੁਸ਼ੀਆਂ ਦਾ। ਯਿਸੂ ਦੇ ਦਰਬਾਰ ਅੱਜ ਦਿਨ ਖੁਸ਼ੀਆਂ ਦਾ। ਰੁਲਦੇ ਫਿਰਦੇ ਵਿੱਚ ਹਨੇਰੇ ਦਰਦੀ ਮਿਲੇ ਨਾ ਕੋਈ, ਰੁਲਦੇ ਫਿਰਦੇ ਵਿੱਚ ਹਨੇਰੇ ਦਰਦੀ ਮਿਲੇ ਨਾ ਕੋਈ। ਦਿਲ ਦਾ ਦੁਖੜਾ ਕਿਸਨੇ ਦੇਖਿਆ ਰੂ ਸਾਡੀ ਜਦ ਰੋਈ, ਦਿਲ ਦਾ ਦੁਖੜਾ ਕਿਸਨੇ ਦੇਖਿਆ ਰੂ ਸਾਡੀ ਜਦ ਰੋਈ। ਆਖਰ ਸਾਨੂੰ ਮਿਲ ਗਿਆ ਯਿਸੂ, ਆਖਰ ਸਾਨੂੰ ਮਿਲ ਗਿਆ ਯਿਸੂ। ਹਲਕੇ ਹੋ ਗਏ ਪਾਰ ਅੱਜ ਦਿਨ ਖੁਸ਼ੀਆਂ ਦਾ, ਖੁਸ਼ੀਆਂ ਦਾ। ਯਿਸੂ ਦੇ ਦਰਬਾਰ ਅੱਜ ਦਿਨ ਖੁਸ਼ੀਆਂ ਦਾ, ਖੁਸ਼ੀਆਂ ਦਾ। ਯਿਸੂ ਦੇ ਦਰਬਾਰ ਅੱਜ ਦਿਨ ਖੁਸ਼ੀਆਂ ਦਾ। ਸਾਡੇ ਬਦਲੇ ਸੂਲੀ ਉੱਤੇ ਦਿੱਤੀ ਜੋ ਕੁਰਬਾਨੀ, ਸਾਡੇ ਬਦਲੇ ਸੂਲੀ ਉੱਤੇ ਦਿੱਤੀ ਜੋ ਕੁਰਬਾਨੀ। ਤੇਰੀ ਮੌਤ ਦੇ ਬਦਲੇ ਸਾਨੂੰ ਮਿਲ ਗਈ ਏ ਜ਼ਿੰਦਗਾਨੀ, ਤੇਰੀ ਮੌਤ ਦੇ ਬਦਲੇ ਸਾਨੂੰ ਮਿਲ ਗਈ ਏ ਜ਼ਿੰਦਗਾਨੀ। ਦਿਲ ਦੇ ਦਾਗ ਨੂੰ ਡਾਢਾ ਧੋਵੇ, ਦਿਲ ਦੇ ਦਾਗ ਨੂੰ ਡਾਢਾ ਧੋਵੇ। ਤੇਰੇ ਖੂਨ ਦੀ ਧਾਰ ਅੱਜ ਦਿਨ ਖੁਸ਼ੀਆਂ ਦਾ, ਖੁਸ਼ੀਆਂ ਦਾ। ਯਿਸੂ ਦੇ ਦਰਬਾਰ ਅੱਜ ਦਿਨ ਖੁਸ਼ੀਆਂ ਦਾ, ਖੁਸ਼ੀਆਂ ਦਾ। ਯਿਸੂ ਦੇ ਦਰਬਾਰ ਅੱਜ ਦਿਨ ਖੁਸ਼ੀਆਂ ਦਾ। ਤੇਰੇ ਘਰ ਵਿੱਚ ਯਿਸੂ ਪਿਆਰੇ ਆਸਾਂ ਲੈ ਕੇ ਆਏ, ਤੇਰੇ ਘਰ ਵਿੱਚ ਯਿਸੂ ਪਿਆਰੇ ਆਸਾਂ ਲੈ ਕੇ ਆਏ। ਸੁਣਿਆ ਤੇਰੇ ਦਰ ਤੋਂ ਕੋਈ ਖਾਲੀ ਕਦੇ ਨਾ ਜਾਏ, ਸੁਣਿਆ ਤੇਰੇ ਦਰ ਤੋਂ ਕੋਈ ਖਾਲੀ ਕਦੇ ਨਾ ਜਾਏ।
ਇੱਥੇ ਸਭ ਨੂੰ ਮਿਲ ਜਾਂਦੇ ਨੇ, ਇੱਥੇ ਸਭ ਨੂੰ ਮਿਲ ਜਾਂਦੇ ਨੇ। ਬਰਕਤ ਦੇ ਭੰਡਾਰ ਅੱਜ ਦਿਨ ਖੁਸ਼ੀਆਂ ਦਾ, ਖੁਸ਼ੀਆਂ ਦਾ ਯਿਸੂ ਦੇ ਦਰਬਾਰ ਅੱਜ ਦਿਨ ਖੁਸ਼ੀਆਂ ਦਾ, ਖੁਸ਼ੀਆਂ ਦਾ ਯਿਸੂ ਦੇ ਦਰਬਾਰ ਅੱਜ ਦਿਨ ਖੁਸ਼ੀਆਂ ਦਾ। ਅਸੀਂ ਤਾਂ ਆਪਣੇ ਯਿਸੂ ਦੇ ਨਾਲ ਪ੍ਰੀਤ ਲਗਾ ਲਈ ਗੂੜੀ, ਅਸੀਂ ਤਾਂ ਆਪਣੇ ਯਿਸੂ ਦੇ ਨਾਲ ਪ੍ਰੀਤ ਲਗਾ ਲਈ ਗੂੜੀ। ਦੇਵੇ ਆਨੰਦ ਲੇਰੀ ਸਾਨੂੰ ਪਾਕ ਰੂਹ ਦੀ ਭਰਪੂਰੀ, ਦੇਵੇ ਆਨੰਦ ਲੇਰੀ ਸਾਨੂੰ ਪਾਕ ਰੂਹ ਦੀ ਭਰਪੂਰੀ। ਵਸਦਾ ਰਹਿੰਦਾ ਦਿਲ ਦੇ ਅੰਦਰ, ਵਸਦਾ ਰਹਿੰਦਾ ਦਿਲ ਦੇ ਅੰਦਰ ਉਹਦਾ ਡਾਢਾ ਪਿਆਰ ਅੱਜ ਦਿਨ ਖੁਸ਼ੀਆਂ ਦਾ, ਖੁਸ਼ੀਆਂ ਦਾ ਯਿਸੂ ਦੇ ਦਰਬਾਰ ਅੱਜ ਦਿਨ ਖੁਸ਼ੀਆਂ ਦਾ, ਖੁਸ਼ੀਆਂ ਦਾ ਯਿਸੂ ਦੇ ਦਰਬਾਰ ਅੱਜ ਦਿਨ ਖੁਸ਼ੀਆਂ ਦਾ, ਖੁਸ਼ੀਆਂ ਦਾ ਯਿਸੂ ਦੇ ਦਰਬਾਰ ਅੱਜ ਦਿਨ ਖੁਸ਼ੀਆਂ ਦਾ। ਹਾਲੇਲੂਇਆ, ਪ੍ਰੇਜ਼ ਦਾ ਲਾਰਡ, ਪ੍ਰੇਜ਼ ਦਾ ਲਾਰਡ। ਪ੍ਰਭੂ ਦੀ ਵਿਡਾਈ ਹੋਵੇ। ਸਾਰਿਆਂ ਨੂੰ ਜੈ ਮਸੀਹ ਦੀ। ਫਿਰ ਇੱਕ ਵਾਰ ਤੁਹਾਡਾ ਸਾਰਿਆਂ ਨੂੰ 올 ਨੇਸ਼ਨ ਚਰਚ ਦੇ ਵਿੱਚ ਤੁਹਾਡਾ ਜੀ ਆਇਆਂ ਨੂੰ ਆਖਦੇ ਹਾਂ, ਸਵਾਗਤ ਕਰਦੇ ਹਾਂ। ਅਤੇ ਔਨਲਾਈਨ ਚਰਚ ਤੁਹਾਡਾ ਵੀ। ਅਤੇ ਆਪਾਂ ਹੁਣ ਨੋਟਿਸ ਦਿੰਦੇ ਹਾਂ, ਤੁਸੀਂ ਧਿਆਨ ਨਾਲ ਸੁਣਿਓ। ਸਭ ਤੋਂ ਪਹਿਲੇ ਤੁਸੀਂ ਇਹ ਜਿਹੜੀ ਲਿੰਕ ਹੈ ਪਲੀਜ਼ ਤੁਸੀਂ ਅੱਗੇ ਸ਼ੇਅਰ ਕਰ ਦਿਓ। ਅਤੇ ਆਪਣੇ ਕੋਲ ਸੰਡੇ ਵਾਲੇ ਦਿਨ ਨੂੰ ਇੱਥੇ 2 ਸਰਵਿਸ ਹੁੰਦੀਆਂ। ਇੱਕ ਹੁੰਦੀ ਹੈ 10:30 ਵਜੇ, ਉਹ ਇੰਗਲਿਸ਼ ਵਿੱਚ ਹੁੰਦੀ ਹੈ। ਇੱਕ ਹੁੰਦੀ ਹੈ 3:30, ਉਹ ਆਪਣੀ ਹੋਣ ਜਿਹਦੇ ਵਿੱਚ ਆਪਾਂ ਹੋਣੇ ਪੰਜਾਬੀ ਵਿੱਚ। ਆਪਣੇ ਕੋਲੋਂ ਬਾਈਬਲ ਸਟੱਡੀ ਹੁੰਦੀ ਹੈ ਸ਼ੁੱਕਰਵਾਰ ਵਾਲੇ ਦਿਨ 3:30 ਵਜੇ। ਇਹ ਫੇਸਬੁੱਕ 'ਤੇ ਤੁਸੀਂ 올 ਨੇਸ਼ਨ ਪਾ ਕੇ ਫੇਸਬੁੱਕ 'ਤੇ ਜਾ ਸਕਦੇ ਆ, ਲਾਈਵ ਹੁੰਦੀ ਆ 3:30 ਵਜੇ ਵਿਦ ਪਾਸਟਰ ਜਗਦੀਸ਼ ਜੀ। ਪਰ ਜੇ ਤੁਸੀਂ ਨਹੀਂ ਉਸ ਟਾਈਮ 'ਤੇ ਮਿਸ ਵੀ ਕੀਤੀ ਹੈ ਤਾਂ ਤੁਸੀਂ YouTube 'ਤੇ ਵੀ ਜਾ ਕੇ ਦੇਖ ਸਕਦੇ ਆ। ਅਤੇ ਆਪਣੇ ਕੋਲ 7 ਦਿਨ 24 ਘੰਟੇ ਪ੍ਰਾਰਥਨਾ ਚਰਚ ਦੇ ਵਿੱਚ ਕਰਦੇ ਰਹਿੰਦੇ ਆ, ਕਰਕੇ ਜਿੱਦਾਂ ਕਿ ਰੈਗੂਲਰ ਪ੍ਰਾਰਥਨਾ ਹੁੰਦੀ ਰਹਿੰਦੀ ਹੈ 24 ਘੰਟੇ 7 ਦਿਨ, ਜਿਨ੍ਹਾਂ ਦੇ ਵਿੱਚ ਆਪਣੇ ਕੋਲ ਪੰਜਾਬੀ ਦੇ ਸਲੋਟ ਵੀ ਹੈਗੇ ਆ। ਸੋਮਵਾਰ ਨੂੰ ਹੈਗੇ ਆ 6 ਤੋਂ 10 ਸ਼ਾਮ ਨੂੰ, ਮੰਗਲਵਾਰ ਨੂੰ ਹੈਗੇ ਆ 8 ਤੋਂ 6 ਤੋਂ 8 ਸਵੇਰ ਦੇ ਅਤੇ 2 ਤੋਂ 4 ਸ਼ਾਮ ਦੇ। ਬੁੱਧਵਾਰ ਨੂੰ 8 ਤੋਂ 10 ਸਵੇਰ ਦੇ, ਸ਼ੁੱਕਰਵਾਰ ਨੂੰ 8 ਤੋਂ 12। ਇਸ ਵਿੱਚ ਤੁਸੀਂ ਜੇ ਤੁਹਾਨੂੰ ਪ੍ਰਾਰਥਨਾ ਦੀ ਜ਼ਰੂਰਤ ਆ, ਤੁਸੀਂ ਪਾਸਟਰ ਜੀ ਨੂੰ ਵੀ ਫੋਨ ਕਰ ਸਕਦੇ ਆ, ਤੁਸੀਂ ਰਲ ਕੇ ਵੀ ਪ੍ਰਾਰਥਨਾ ਕਰ ਸਕਦੇ। ਜਦੋਂ ਪਾਸਟਰ ਜੀ ਮੈਸੇਜ ਤੁਹਾਨੂੰ ਕਰਦੇ ਤੁਸੀਂ ਜੁੜ ਵੀ ਸਕਦੇ ਆ ਪ੍ਰਾਰਥਨਾ ਦੇ ਵਿੱਚ। ਅਤੇ ਫਿਰ ਹੁਣ ਆਪਾਂ ਜਿੱਦਾਂ ਕਿ 10ਵਾਂ ਹਿੱਸਾ ਆ, ਜਿਹੜੇ ਤਾਂ ਇੱਥੇ ਆ ਸਕਦੇ ਆ, ਜੇ ਨਹੀਂ ਵੀ ਕੋਈ ਆ ਸਕਦਾ ਔਨਲਾਈਨ ਵੀ ਦੇ ਸਕਦੇ। 올 ਨੇਸ਼ਨ ਪਾ ਕੇ ਉਹਦੀ ਵੈਬਸਾਈਟ ਦੇ ਵਿੱਚ ਆਫਰਿੰਗ ਜਾਂ 10ਵਾਂ ਹਿੱਸਾ ਦੇ ਸਕਦੇ ਆ। ਪਰ ਜੇ ਤੁਹਾਨੂੰ ਨਹੀਂ ਵੀ ਪਤਾ ਤੁਸੀਂ ਪਾਸਟਰ ਜੀ ਨੂੰ ਫੋਨ ਕਰ ਸਕਦੇ ਆ। ਪਰ ਆਪਾਂ ਜਿਹੜੇ ਹੁਣ ਚਰਚ ਦੇ ਵਿੱਚ ਆ, ਹੁਣ ਆਪਾਂ ਆਫਰਿੰਗ ਟੇਕ ਕਰਾਂਗੇ। ਭੈਣ ਬਲਜੀਤ ਨੂੰ ਕਹਿੰਦੇ ਆ ਹੁਣ ਕਿ ਆਫਰਿੰਗ ਟੇਕ ਕਰਨਗੇ ਆਪਣੇ ਲਈ। ਅਤੇ ਹੁਣ ਜਿੰਨਾ ਚਿਰ ਉਹਨਾਂ ਚਿਰ ਵਾਸਤੇ ਆਪਾਂ ਇੱਕ ਟੈਸਟਮਨੀ ਸੁਣਦੇ ਆ, ਅਤੇ ਜਿੰਨਾ ਚਿਰ ਵਾਸਤੇ ਆਫਰਿੰਗ ਲੈਂਦੇ ਆ। ਅਤੇ ਆਪਾਂ ਭੈਣ ਬੀਨਾ ਨੂੰ ਸੱਦਦੇ ਆ, ਉਹ ਪ੍ਰਭੂ ਨੇ ਉਹਦੀ ਜ਼ਿੰਦਗੀ ਦੇ ਵਿੱਚ ਕੰਮ ਕੀਤਾ ਅਤੇ ਉਹ ਟੈਸਟਮਨੀ ਦੇਣਗੇ ਹੁਣ। ਹਾਂਜੀ, ਆ ਜਾਓ ਬੀਨਾ ਭੈਣ। ਹਾਂਜੀ, ਜਿੰਨੇ ਭੈਣ ਭਾਈ ਆਏ ਸਾਰਿਆਂ ਨੂੰ ਜੈ ਮਸੀਹ ਦੀ, ਜਿੰਨੇ ਵੀ ਔਨਲਾਈਨ ਦੇਖਦੇ ਆ ਸਾਰਿਆਂ ਨੂੰ ਜੈ ਮਸੀਹ ਦੀ। ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ, ਜਦੋਂ ਅਸੀਂ ਪ੍ਰੇ ਕਰਦੇ ਉਹ ਸਾਡੀ ਸੁਣਦਾ ਆ ਅਤੇ ਸਾਡੀਆਂ ਪ੍ਰਾਰਥਨਾਵਾਂ ਦਾ ਉਹ ਜਵਾਬ ਦਿੰਦਾ ਆ। ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਇਸ ਮਹਾਂਸਭਾ ਵਿੱਚ, ਉਹਦੀ ਵਡਿਆਈ ਕਰਦੀ, ਉਹਦੀ ਉਸਤਤ ਕਰਦੀ, ਉਹਦੇ ਲੋਕਾਂ ਦੇ ਵਿੱਚ। ਪਰਮੇਸ਼ਵਰ ਸਾਡੀਆਂ ਪ੍ਰਾਰਥਨਾਵਾਂ ਦਾ ਆਨਸਰ ਕਰਦਾ ਹੈ। ਚਾਹੇ ਉਹ ਪ੍ਰਾਰਥਨਾਵਾਂ ਤੁਸੀਂ 3 ਅੱਖਰਾਂ 'ਚ ਕਰਦੇ ਆ, ਚਾਹੇ ਤੁਸੀਂ 4 ਅੱਖਰਾਂ 'ਚ ਕਰਦੇ ਆ, ਪਰ ਉਹ ਕਰਨ ਵਾਲੇ ਦੀ ਨਿਸ਼ਚਾ ਨੂੰ ਦੇਖਦਾ ਆ ਅਤੇ ਉਹ ਸਾਡੀਆਂ ਪ੍ਰਾਰਥਨਾਵਾਂ ਦਾ ਆਨਸਰ ਕਰਦਾ ਆ। ਪਿਤਾ ਪਰਮੇਸ਼ਵਰ ਧੰਨਵਾਦ ਕਰਦੀ ਉਹਦਾ। ਮੇਰੀ ਗਵਾਹੀ ਬਹੁਤ ਵੱਡੀ ਆ, ਜੋ ਮੇਰੇ ਲਈ ਉਹ ਕੰਮ ਕਰਦਾ ਮੇਰੇ ਲਈ ਸੱਚੀ ਉਹ ਇੱਕ ਚੀਜ਼ ਚਾਹੇ ਛੋਟੀ ਆ ਪਰ ਉਹ ਬਹੁਤ ਵੱਡੀ ਆ, ਕਿਉਂਕਿ ਉਹਦੀ ਦਇਆ ਸਾਡੇ 'ਤੇ ਬਹੁਤ ਵੱਡੀ ਆ। ਮੇਰੀ ਗਾਰਡਨ 'ਚ ਜਿੱਥੇ ਮੈਂ ਕੰਮ ਕਰਦੀ ਹਾਂ ਸ਼ੌਪ 'ਤੇ, ਅਤੇ ਜਦੋਂ ਮੈਂ ਬਾਹਰ ਜਾਂਦੀ ਹਾਂ ਅਤੇ ਮੈਂ ਆਪਣੀ ਗਾਰਡਨ 'ਚ ਦੇਖਦੀ ਹਾਂ ਅਤੇ ਮੈਂ ਡਰ ਜਾਂਦੀ ਹਾਂ। ਉੱਥੇ ਜੋ ਮੈਂ ਚੀਜ਼ਾਂ ਇੰਡੀਆ 'ਚ ਦੇਖ ਕੇ ਛੱਡ ਆਈ ਸੀਗੀ ਪਹਿਲਾਂ ਮੇਰੀ ਲਾਈਫ 'ਚ, ਅਤੇ ਉਹ ਚੀਜ਼ ਮੈਂ ਇੰਨੇ ਸਾਲਾਂ ਬਾਅਦੋਂ ਇੰਗਲੈਂਡ 'ਚ ਆ ਕੇ ਦੇਖੀ। ਉੱਥੇ ਕੀ ਪਿਆ ਸੀ, ਜਿਹੜਾ ਹਿੰਦੂ ਲੋਕ ਉੱਥੇ ਪੂਜਾ ਕਰਦੇ ਆ,
ਉਹ ਮੈਂ ਅੱਖੀ ਦੇਖਿਆ ਤੇ ਡਰ ਗਈ ਉਸ ਚੀਜ਼ ਨੂੰ ਦੇਖ ਕੇ। ਉਹ ਸੀ ਸ਼ਿਵਲਿੰਗ, ਬਹੁਤ ਵੱਡੀ ਸੀ। ਮੈਨੂੰ ਨਹੀਂ ਪਤਾ ਕੋਈ ਕਿੱਦਾਂ ਚੱਕ ਕੇ ਲੈ ਕੇ ਆਇਆ, ਕਿੱਦਾਂ ਨਹੀਂ ਉਹ ਚੱਕ ਕੇ ਲੈ ਕੇ ਆਇਆ, ਪਰ ਜਦੋਂ ਮੈਂ ਉੱਥੇ ਦੇਖ ਗਈ ਮੈਂ ਡਰ ਗਈ। ਫਿਰ ਮੈਂ ਪ੍ਰਾਰਥਨਾ ਕੀਤੀ, ਜਿੱਦਾਂ ਦੀ ਵੀ ਮੈਨੂੰ ਆਉਂਦੀ ਸੀ ਮੈਂ ਉੱਦਾਂ ਕੀਤੀ। ਮੈਂ ਕਿਹਾ ਪਰਮੇਸ਼ਵਰ ਤੇਰੇ ਮੈਂ ਇੱਥੇ ਦੂਤਾਂ ਦੇ ਵਾਰਡ ਲਾਉਂਦੀ ਹਾਂ, ਇਸ ਜਗ੍ਹਾ 'ਤੇ ਅੱਗੇ ਪਿੱਛੋਂ ਪ੍ਰੋਟੈਕਸ਼ਨ ਮੰਗਦੀ ਹਾਂ, ਅਤੇ ਜਿੱਥੋਂ ਇਹ ਚੀਜ਼ ਆਈ ਆ ਉੱਥੇ ਹੀ ਚਲੀ ਜਾਵੇ। ਅਤੇ ਮੈਂ ਪ੍ਰੇ ਕਰਕੇ ਵਾਪਸ ਆ ਜਾਂਦੀ ਹਾਂ ਉੱਥੋਂ ਆਪਣੀ ਕੰਮ ਵਾਲੀ ਜਗ੍ਹਾ 'ਤੇ ਅੰਦਰ। ਅਤੇ ਬਸ ਫਿਰ ਮੈਨੂੰ ਦੂਸਰੇ ਦਿਨ ਹੁੰਦਾ ਆ, ਅਤੇ ਜਦੋਂ ਮੈਂ ਕੀ ਦੇਖਦੀ ਆ, ਮੇਰੀ ਆਦਤ ਆ ਮੈਂ ਇਕੱਲੀ ਉੱਥੇ ਕੰਮ ਕਰਦੀ ਹਾਂ, ਮੈਂ ਲੌਕ ਲਾ ਲੈਂਦੀ ਹਾਂ ਸ਼ੌਪ ਦੇ ਅੰਦਰ। ਅਤੇ ਉੱਥੇ ਉੱਪਰ ਕਿਰਾਏ 'ਤੇ ਬੰਦੇ ਰਹਿੰਦੇ ਆ, ਪਰ ਉਹ ਜਿਹੜਾ ਮੁੰਡਾ ਬਾਹਰ ਆਇਆ ਮੇਰੀ ਸ਼ੌਪ 'ਤੇ ਲੌਕ ਬੈਲ ਕਰਦਾ ਅਤੇ ਮੈਨੂੰ ਡੋਰ ਖੋਲ੍ਹੀ ਆ, ਕਹਿੰਦਾ ਭੈਣ ਡੋਰ ਖੋਲ੍ਹੀ, ਡੋਰ ਖੋਲ੍ਹੀ, ਡੋਰ ਖੋਲ੍ਹੀ। ਅਤੇ ਉਹ ਗਰਮੀ ਨਾਲ ਬਹੁਤ ਭਿੱਜਿਆ ਸੀ ਆਹ ਹੀ ਮਹੀਨਾ ਸੀਗਾ, ਅਤੇ ਬੋਂਦਲਿਆ ਪਿਆ ਸੀਗਾ। ਮੈਂ ਕਿਹਾ ਕੀ ਹੋਇਆ ਹੈ ਨਾ, ਕਹਿੰਦਾ ਭੈਣ ਮੈਨੂੰ ਪਤਾ ਨਹੀਂ ਲੱਗਦਾ, ਮੈਨੂੰ ਬਹੁਤ ਉੱਚੇ ਵਾਲੀ ਜਿਹੀ ਲੱਗੀ ਆ, ਤੂੰ ਇੱਦਾਂ ਕਰ ਤੇਰੇ ਗੀਤ ਭਜਨ ਇੱਥੇ ਬਹੁਤ ਸ਼ੌਪ 'ਤੇ ਚੱਲਦੇ ਆ, ਮੇਰੀ ਭੈਣ ਮੇਰੇ ਲਈ ਪ੍ਰੇ ਕਰ ਦੇ। ਅਤੇ ਫਿਰ ਮੈਂ ਸੋਚਿਆ ਮੈਂ ਇਹਦੇ ਲਈ ਪ੍ਰੇ ਕਰਨੀ। ਮੈਂ ਸੋਚਿਆ ਮੈਂ ਇੰਨੀ ਪ੍ਰੇ ਕਰਦੀ ਨਹੀਂ, ਪਰ ਛੋਟੀ ਜਿਹੀ ਪ੍ਰੇ ਕਰਦੀ ਹਾਂ ਮੈਂ, ਅਤੇ ਕਿੱਦਾਂ ਕਰਾਂ ਮੈਂ ਪ੍ਰੇ। ਮੈਂ ਹੈ ਨਾ ਪਾਸਟਰ ਜੀ ਨੂੰ ਫੋਨ ਲਾਇਆ, ਪਾਸਟਰ ਜੀ ਆਈ ਥਿੰਕ ਬਿਜੀ ਹੋਣੇ, ਇਹਨਾਂ ਨੇ ਕਿਸੇ ਵਜ੍ਹਾ ਨਾਲ ਫੋਨ ਨਹੀਂ ਚੱਕਿਆ। ਫਿਰ ਮੈਂ ਆਪਣੇ ਇੰਡੀਆ ਵਾਲੇ ਪਾਸਟਰ ਜੀ ਨੂੰ ਉਹਨਾਂ ਨੂੰ ਫੋਨ ਲਾਇਆ ਹੈ ਨਾ, ਅਤੇ ਮੈਂ ਆਪਣਾ ਫੋਨ ਲਾ ਕੇ ਉਹ ਭਰਾ ਨੂੰ ਫੜਾ ਦਿੱਤਾ। ਅਤੇ ਜਦੋਂ ਮੈਂ ਉਹ ਭਰਾ ਨੂੰ ਫੋਨ ਫੜਾ ਦਿੱਤਾ ਅਤੇ ਉਹ ਜਦੋਂ ਦੱਸਦਾ ਆ ਵੀ ਕੀ ਹੋਇਆ, ਕਹਿੰਦਾ ਮੈਂ ਥੋੜ੍ਹੇ ਦਿਨ ਹੋਏ ਇੱਥੇ ਆਇਆ ਆ, ਕਹਿੰਦਾ ਮੈਂ ਥੋੜ੍ਹੇ ਦਿਨ ਹੋਏ ਇਹ ਸ਼ੌਪ ਦੇ ਉੱਪਰ ਆਇਆ ਰਹਿਣ ਨੂੰ, ਅਤੇ ਮੈਂ ਆਪਣੀ ਵਾਈਫ ਨਾਲ ਲੜ ਕੇ ਆ ਗਿਆ, ਅਤੇ ਮੈਂ ਰੋਜ਼ ਹੀ ਵੋਕ ਕਰਨ ਜਾਂਦਾ ਇਸ ਪਾਰਕ ਨੂੰ। ਅਤੇ ਜਦੋਂ ਮੈਂ ਪਾਰਕ 'ਚ ਦੇਖਿਆ ਇਹ ਸ਼ਿਵਲਿੰਗ ਪਈ ਸੀ ਉੱਥੇ ਬਾਹਰ, ਅਤੇ ਮੈਂ ਚੁੱਕ ਕੇ ਲੈ ਆਇਆ ਇੱਥੇ ਇਹ ਸ਼ਿਵਲਿੰਗ ਨੂੰ। ਅਤੇ ਪਤਾ ਨਹੀਂ ਮੈਨੂੰ ਕੱਲ੍ਹ ਹੀ ਲੈ ਕੇ ਆਇਆ ਮੈਂ ਸਵੇਰੇ, ਅਤੇ ਕੱਲ੍ਹ ਦਾ ਮੈਨੂੰ ਪਤਾ ਨਹੀਂ ਕੀ ਹੋਇਆ ਆ ਅਤੇ ਕੀ ਨਹੀਂ ਹੋਇਆ, ਮੈਨੂੰ ਉੱਚੋਂ ਅਤੇ ਮੇਰੇ ਮਨ ਨੂੰ ਸ਼ਾਂਤੀ ਹੈ ਨਹੀਂ ਗੀ ਕੱਲ੍ਹ ਦੀ। ਅਤੇ ਮੈਂ ਇਸ ਭੈਣ ਕੋ ਤਾਂ ਆਇਆ, ਮੈਂ ਹੁਣ ਉਹ ਸ਼ਿਵਲਿੰਗ ਰੱਖ ਵੀ ਆਇਆ ਮੈਂ ਸਵੇਰੇ ਜਾ ਕੇ ਵਾਪਸ, ਅਤੇ ਮੈਨੂੰ ਇਹ ਵੀ ਨਹੀਂ ਪਤਾ ਮੈਂ ਉਹਨੂੰ ਕਿੱਦਾਂ ਲੈ ਆਇਆ ਅਤੇ ਕਿੱਦਾਂ ਨਹੀਂ ਚੁੱਕ ਕੇ ਲੈ ਕੇ ਆਇਆ। ਬਾਜ ਬੰਦ ਇਹਦੇ 'ਚੋਂ। ਤੋ ਭਰਾ ਇੰਨਾ ਘਬਰਾਇਆ ਸੀ, ਕਹਿੰਦਾ ਮੈਨੂੰ ਪਤਾ ਨਹੀਂ ਮੈਂ ਕਿੱਦਾਂ ਚੁੱਕ ਕੇ ਲਿਆਇਆ ਇਹ। ਉਹ ਸ਼ਿਵਲਿੰਗ ਛੋਟੀ ਨਹੀਂ ਸੀ, ਬਹੁਤ ਵੱਡੀ ਸੀ। ਮੈਂ ਵੀਡੀਓ ਵੀ ਬਣਾਈ ਸੀ, ਮੈਂ ਫੋਟੋ ਵੀ ਖਿੱਚੀ ਸੀ, ਪਰ ਮੈਂ ਕਿਹਾ ਮੈਂ ਨਹੀਂ ਰੱਖਣੀਆਂ ਇਹ ਚੀਜ਼ਾਂ ਆਪਣੇ ਫੋਨ ਵਿੱਚ, ਅਤੇ ਮੈਂ ਡਿਲੀਟ ਮਾਰ ਦਿੱਤੀਆਂ। ਅਤੇ ਪਰ ਮੈਂ ਉਹ ਪਹਿਲੀ ਵਾਰੀ ਚੀਜ਼ ਇੱਥੇ ਇੰਗਲੈਂਡ 'ਚ ਆ ਕੇ ਦੇਖੀ ਸੀ, ਮੈਂ ਕਦੀ ਇਹ ਚੀਜ਼ਾਂ ਇੰਗਲੈਂਡ 'ਚ ਆ ਕੇ ਦੇਖੀਆਂ ਨਹੀਂ। ਪਰ ਜਦੋਂ ਭਰਾ ਨੇ ਦੱਸ ਰਿਹਾ ਸੀ ਨਾ ਉਹ ਪਾਸਟਰ ਜੀ ਨੂੰ ਵੀ ਮੈਂ ਇਹ ਚੀਜ਼ਾਂ ਲੈ ਕੇ ਆਇਆ ਸੀ, ਅਤੇ ਮੈਂ ਉੱਥੇ ਰੱਖ ਵੀ ਆਇਆ, ਮੇਰੇ ਮਨ ਨੂੰ ਸ਼ਾਂਤੀ ਹੈ ਨਹੀਂ, ਅਤੇ ਮੈਂ ਸਾਹਮਣੇ ਬੈਠੀ ਆਪਣੇ ਰਿਸੈਪਸ਼ਨ 'ਚ, ਅਤੇ ਮੈਂ ਪ੍ਰਭੂ ਦੀ ਵਡਿਆਈ ਕਰਦੀ ਹਾਂ, ਬੈਠੀ ਬੈਠੀ ਖੁਸ਼ ਹੁੰਦੀ ਹਾਂ, ਪਰਮੇਸ਼ਵਰ ਤੂੰ ਮੇਰੀ ਦੁਆ ਨੂੰ ਸੁਣ ਲਿਆ, ਕਿਉਂਕਿ ਮੈਂ ਹੀ ਪ੍ਰੇ ਕਰਕੇ ਆਈ ਸੀ ਉੱਥੇ। ਪਰਮੇਸ਼ਵਰ ਜਿੱਥੋਂ ਇਹ ਚੀਜ਼ ਆਈ ਆ ਉੱਥੇ ਵਾਪਸ ਚਲੀ ਜਾਵੇ, ਅਤੇ ਅਸੀਂ ਪਰਮੇਸ਼ਵਰ ਦੀ ਵਡਿਆਈ ਕਰਦੇ, ਉਹ ਚੀਜ਼ ਉੱਥੇ ਵਾਪਸ ਚੱਲ ਗਈ, ਅਤੇ ਉਹ ਬੰਦੇ ਨੂੰ ਇੰਨੀ ਤੋੜਾ ਖਾੜੀ ਲੱਗੀ, ਉਹ ਵਾਪਸ ਵੀ ਰੱਖ ਆਇਆ, ਅਤੇ ਉਹ ਆਪਣੀ ਮਨ ਦੀ ਸ਼ਾਂਤੀ ਲਈ ਪ੍ਰੇ ਕਰਨ ਆਇਆ ਸੀਗਾ। ਅਤੇ ਮੈਂ ਪਰਮੇਸ਼ਵਰ ਦੀ ਵਡਿਆਈ ਕਰਦੀ ਹਾਂ। ਅਤੇ ਜਿਹੜੇ ਵੀ ਮੇਰੇ ਭੈਣ ਭਰਾ ਆ ਜਿਹਨਾਂ, ਚਾਹੇ ਤੁਸੀਂ ਛੋਟੀ ਪ੍ਰੇ ਕਰਦੇ ਆ, ਚਾਹੇ ਤੁਸੀਂ ਵੱਡੀ ਕਰਦੇ ਆ, ਪਰ ਪਰਮੇਸ਼ਵਰ ਸਾਡੀ ਪ੍ਰੇ ਦਾ ਆਨਸਰ ਕਰਦਾ ਜਦੋਂ ਅਸੀਂ ਉਹਦੀ ਦੂਤਾਂ ਦੀ ਵਾੜ ਲਾਉਂਦੇ ਆ। ਮੇਰੀ ਆਦਤ ਜਦੋਂ ਮੈਂ ਘਰੋਂ ਵੀ ਤੁਰਦੀ ਹਾਂ, ਮੈਂ ਪਰਮੇਸ਼ਵਰ ਤੇਰੇ ਦੂਤਾਂ ਦੇ ਪਹਿਰੇ ਲਾ ਕੇ ਆਉਂਦੀ ਆ। ਜਦੋਂ ਸ਼ੌਪ ਵੀ ਜਾਂਦੀ ਆ ਉੱਥੇ ਵੀ ਮੈਂ ਪਰਮੇਸ਼ਵਰ ਤੇਰੇ ਦੂਤਾਂ ਦੇ ਪਹਿਰੇ ਲਾ ਕੇ ਮੈਂ ਚੱਲੀ ਆ, ਮੈਂ ਆਲ ਵਿੱਚ ਪ੍ਰੋਟੈਕਸ਼ਨ ਲਾ ਕੇ ਆਉਂਦੀ ਹਾਂ ਪਰਮੇਸ਼ਵਰ ਦੇ, ਤੇ ਨਾਲ ਪਰਮੇਸ਼ਵਰ ਦਾ ਆਤਮਾ ਲੈ ਕੇ ਤੁਰਦੀ ਹਾਂ। ਪਰਮੇਸ਼ਵਰ ਦੀ ਮੈਂ ਧੰਨਵਾਦ ਕਰਦੀ ਹਾਂ। ਜ਼ਿੰਦਗੀ ਜਿਹੜੀ ਮੈਨੂੰ ਦਿੱਤੀ ਆ ਨਾ, ਪਰਮੇਸ਼ਵਰ ਨੇ ਹੁਣ ਵੇ ਜ਼ਿੰਦਗੀ ਮੈਨੂੰ ਨਵੀਂ ਦਿੱਤੀ ਆ। ਇਹ ਜ਼ਿੰਦਗੀ ਹੁਣ ਪਰਮੇਸ਼ਵਰ ਦੇ ਕੰਮ ਕਰੂਗੀ। ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ। ਮੈਨੂੰ ਪਾਪਣ ਸੀਗੀ, ਇੱਧਰ ਉੱਧਰ ਘੁੰਮਦੀ ਸੀਗੀ, ਮੈਂ ਦੁਨੀਆਦਾਰੀ ਦੀਆਂ ਗੱਲਾਂ 'ਚ ਫਸੀ ਸੀਗੀ। ਹੁਣ ਮੈਂ ਪਰਮੇਸ਼ਵਰ ਦੇ ਇੱਕ ਗੁੱਡ ਬੱਚੀ ਬਣ ਕੇ ਤੁਰਨਾ ਚਾਹੁੰਦੀ ਹਾਂ, ਅਤੇ ਪਰਮੇਸ਼ਵਰ ਦੇ ਬਚਨਾਂ 'ਤੇ ਚੱਲਣਾ ਚਾਹੁੰਦੀ ਹਾਂ। ਪਰਮੇਸ਼ਵਰ ਦਾ ਮੈਂ ਧੰਨਵਾਦ ਕਰਦੀ, ਉਹਨੇ ਮੈਨੂੰ ਚੁਣ ਲਿਆ, ਅਤੇ ਮੇਰੀਆਂ ਆਤਮਿਕ ਅੱਖਾਂ ਅਤੇ ਆਤਮਿਕ ਮੇਰੇ ਕੰਨ ਖੋਲ੍ਹ ਦਿੱਤੇ ਆ ਪਰਮੇਸ਼ਵਰ ਨੂੰ, ਤਾਂ ਜੋ ਉਹਦੀ ਮੈਂ ਆਵਾਜ਼ ਨੂੰ ਸੁਣਦੀ ਆ ਹੁਣ।
ਧੰਨਵਾਦ ਕਰਦੀ ਹਾਂ ਮੈਂ ਪਰਮੇਸ਼ਵਰ, ਇਸ ਮਹਾਸਭਾ ਵਿੱਚ ਪਰਮੇਸ਼ਵਰ ਮੈਂ ਤੇਰਾ ਧੰਨਵਾਦ ਕਰਦੀ ਹਾਂ, ਇਸ ਲੋਕਾਂ ਵਿੱਚ ਮੈਂ ਤੇਰੀ ਵਡਿਆਈ ਕਰਦੀ ਹਾਂ। ਧੰਨਵਾਦ। ਆਮੇਨ ਆਮੇਨ। ਸੱਚਮੁੱਚ ਪਰਮੇਸ਼ਰ ਜਦੋਂ ਵੀ ਅਸੀਂ ਪ੍ਰਾਰਥਨਾ ਕਰਦੇ ਹਾਂ ਸਾਡੀ ਪ੍ਰਾਰਥਨਾ ਸੁਣਦੇ ਆ ਪਰਮੇਸ਼ਵਰ। ਜੇ ਕਿਸੇ ਹੋਰ ਕੋਈ ਟੈਸਟਮਨੀ ਆ ਫਿਰ ਨੈਕਸਟ ਵੀਕ ਲਈ ਤੁਸੀਂ ਰੱਖਿਓ ਅਤੇ ਫਿਰ ਆਪਾਂ ਨੈਕਸਟ ਵੀਕ ਲਵਾਂਗੇ। ਹੁਣ ਆਪਣੇ ਕੋਲ ਇੱਕ ਬੇਬੀ ਆ, ਉਹ ਡੈਡੀਕੇਟ ਕਰਨਾ, ਆਪਾਂ ਪਾਸਟਰ ਜੀ ਨੂੰ ਬੁਲਾਉਂਦੇ ਹਾਂ। ਹੁਣ ਪਾਸਟਰ ਜੀ ਟੇਕ ਓਵਰ ਕਰਨਗੇ ਆਪਣੀ ਮੀਟਿੰਗ ਅਤੇ ਇਹ ਬੇਬੀ ਨੂੰ ਡੈਡੀਕੇਟ ਕਰਨਗੇ ਪਰਮੇਸ਼ਰ ਦੇ। ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਆਮੇਨ ਆਮੇਨ। Praise the Lord. Thank you, Father. Praise your name. Hallelujah. Praise God. ਸੱਚੀ ਆਪਾਂ ਪ੍ਰਭੂ ਦੀ ਵਡਿਆਈ ਕਰਦੇ ਹਾਂ। ਪ੍ਰਭੂ ਬਹੁਤ ਮਿਰਕਲਸ ਕਰ ਰਿਹਾ, ਬਹੁਤ ਸਾਈਨਸ ਐਂਡ ਵੰਡਰਸ ਕਰ ਰਿਹਾ। ਤਾਂ ਮੈਂ ਇਸ ਵੇਲੇ ਕਹਿਣਾ ਚਾਹੁੰਦਾ, ਮੀਟਿੰਗ ਤੋਂ ਅਖੀਰ ਆਪਾਂ ਜਿੰਨੇ ਵੀ ਇਸ ਵੇਲੇ ਇੱਥੇ ਹੋਲ ਦੇ ਵਿੱਚ ਆ ਅਤੇ ਜਿੰਨੇ ਵੀ ਇੰਟਰਨੈਟ 'ਤੇ ਸੁਣ ਰਹੇ ਆ, ਆਪਾਂ ਪ੍ਰੇ ਕਰਨੀ ਆ ਅਤੇ ਪ੍ਰਭੂ ਨੇ ਤੁਹਾਨੂੰ ਸ਼ਿਫਾ ਦੇਣੀ ਆ ਤਾਂ ਉਹਨੇ ਤੁਹਾਡੀ ਮਦਦ ਕਰਨੀ ਆ। ਸੋ ਸੁਣਦੇ ਰਹਿਣਾ ਅਤੇ ਰੈਡੀ ਰਹਿਣਾ ਅਤੇ ਉਸੇ ਵੇਲੇ ਤੁਹਾਡੇ ਜੀਵਨ ਦੇ ਵਿੱਚ ਮਿਰਕਲ ਹੋਊਗੀ। ਓਕੇ, ਸੋ ਤਿਆਰ ਰਹਿਣਾ। ਇਸ ਵੇਲੇ ਆਪਾਂ ਨੂੰ ਇੱਕ ਬਹੁਤ ਵਧੀਆ ਟਾਈਮ ਆ ਜਦੋਂ ਆਪਾਂ ਬੇਬੀ ਨੂੰ ਡੈਡੀਕੇਟ ਕਰਨਾ ਆ। ਅਤੇ ਇਸ ਚਰਚ ਦੇ ਵਿੱਚ ਆਪਾਂ ਬਾਈਬਲ ਨੂੰ ਫੋਲੋ ਕਰਦੇ ਹਾਂ। ਬਾਈਬਲ ਦੇ ਵਿੱਚ ਕਈ ਚਰਚਾਂ ਦੇ ਵਿੱਚ ਉਹ ਕਹਿੰਦੇ ਉਹ ਬੈਪਟਿਜ਼ਮ ਦਿੰਦੇ ਆ, ਆਪਾਂ ਬੈਪਟਿਜ਼ਮ ਨਹੀਂ ਦਿੰਦੇ ਕਰਕੇ ਬਾਈਬਲ 'ਚ ਕਿਤੇ ਨਹੀਂ ਲਿਖਿਆ ਹੈਗਾ ਜਿੱਥੇ ਆਪਾਂ ਬੇਬੀਆਂ ਨੂੰ ਬੈਪਟਿਜ਼ਮ ਦੇਣਾ। ਪਰ ਯਿਸੂ ਮਸੀਹ ਇੱਦਾਂ ਜ਼ਰੂਰ ਕਹਿੰਦਾ ਸੀ ਨਿੱਕੇ ਬੱਚਿਆਂ ਨੂੰ ਮੇਕੋ ਆ ਲੈਣ ਦਿਓ, ਅਤੇ ਉਹ ਜਦੋਂ ਆਉਂਦੇ ਸੀ ਉਹਨਾਂ ਉੱਤੇ ਹੱਥ ਰੱਖ ਕੇ ਪ੍ਰੇ ਕਰਦਾ ਸੀਗਾ। ਸੋ ਇਸ ਕਰਕੇ ਆਪਾਂ ਉਹਨਾਂ ਨੂੰ ਡੈਡੀਕੇਟ ਕਰਨਾ ਬਹੁਤ ਸੀਰੀਅਸ ਚੀਜ਼ ਆ, ਬਹੁਤ ਵਧੀਆ ਚੀਜ਼ ਆ ਜਦੋਂ ਅਸੀਂ ਨਿਆਣਿਆਂ ਨੂੰ ਪ੍ਰਭੂ ਦੇ ਕੋਲ ਡੈਡੀਕੇਟ ਕਰਦੇ ਹਾਂ। ਕਾਹਤੇ ਕਰਕੇ ਸੱਚੀ ਸ਼ੈਤਾਨ ਉਹਨੂੰ ਪਤਾ ਲੱਗ ਜਾਂਦਾ ਵੀ ਉਹ ਹੱਥ ਨਹੀਂ ਲਾ ਸਕਦਾ ਉਹਨਾਂ ਨੂੰ, ਕਰਕੇ ਉਹਨਾਂ ਨੂੰ ਪ੍ਰਭੂ ਦੇ ਵਾਸਤੇ ਚੁਣਿਆ ਗਿਆ, ਪ੍ਰਭੂ ਦੇ ਵਾਸਤੇ ਰੱਖਿਆ ਗਿਆ। ਸੱਚੀ ਮੈਂ ਇੱਕ ਵਾਰੀ 60s 70s ਨਿਊਜ਼ਪੇਪਰ ਦੇ ਵਿੱਚ ਪੜ੍ਹਿਆ ਸੀ ਜੇ ਇੱਥੇ ਇੰਗਲੈਂਡ ਦੇ ਵਿੱਚ ਜਾਦੂਗਰ ਸੀਗੇ ਜਿਹੜੇ ਸ਼ੈਤਾਨ ਨੂੰ ਪੂਜਾ ਕਰਦੇ ਸੀਗੇ ਅਤੇ ਉਹ ਟੋਲਦੇ ਆ ਕਈ ਨਿਆਣਿਆਂ ਨੂੰ ਬਲੀ ਦੇਣ ਨੂੰ, ਉਹਨੇ ਨਿਆਣੇ ਨੂੰ ਮਾਰ ਕੇ ਚੋਰੀ ਬਲੀ ਦੇਣੀ ਆ। ਪਰ ਉਹ ਕਹਿੰਦੇ ਅਸੀਂ ਜਦੋਂ ਉਹਨਾਂ ਦੇ ਵਿੱਚੋਂ ਇੱਕ ਯਿਸੂ ਮਸੀਹ ਦੇ ਕੋਲ ਆ ਜਾਂਦਾ ਆ ਅਤੇ ਉਹ ਦੱਸਦਾ ਆ ਜਿਨ੍ਹਾਂ ਦੇ ਉੱਤੇ ਪ੍ਰੇ ਕੀਤੀ ਹੁੰਦੀ ਹੈ, ਜਿਨ੍ਹਾਂ ਨੂੰ ਚੁਣਿਆ ਹੁੰਦਾ ਪ੍ਰਭੂ ਨੇ, ਅਸੀਂ ਉਹਨੂੰ ਨਹੀਂ ਚੁਣ ਸਕਦੇ, ਅਸੀਂ ਉਹਨੂੰ ਨਹੀਂ ਲੈ ਸਕਦੇ ਹੈਗੇ। ਸੋ ਟੋਲਦੇ ਹੁੰਦੇ ਨਿਆਣਿਆਂ ਨੂੰ। ਕਈ ਵਾਰੀ ਅਸੀਂ ਕਹਿੰਦੇ ਨਿਆਣੇ ਗੁੰਮ ਹੋ ਗਏ, ਪਤਾ ਨਹੀਂ ਕੀ ਹੋ ਗਿਆ। ਪਰ ਇਸ ਦੁਨੀਆ ਬਹੁਤ ਖਰਾਬ ਆ ਅਤੇ ਬਹੁਤ ਲੋਕ ਇਹ ਬੁਰੇ ਕੰਮ ਕਰ ਰਹੇ ਆ। ਪਰ ਜਦੋਂ ਨਿਆਣੇ ਵਾਸਤੇ ਪ੍ਰੇ ਹੋ ਜਾਂਦੀ ਆ ਅਤੇ ਪ੍ਰਭੂ ਉਹਨਾਂ ਦੀ ਦੇਖਭਾਲ ਕਰਦਾ, ਉਹਨਾਂ ਨੂੰ ਬਚਾ ਕੇ ਰੱਖਦਾ ਅਤੇ ਉਹਨਾਂ ਨੂੰ ਜਿਹੜੇ ਨਿਸ਼ਾਨੇ ਵਾਸਤੇ ਉਹਨੇ ਲਗਾਇਆ ਉੱਧਰ ਨੂੰ ਲੈ ਕੇ ਜਾਂਦਾ। ਸੋ ਪ੍ਰਾਈਜ਼ ਦ ਲੋਰਡ। ਆਪਾਂ ਇਸ ਵੇਲੇ ਐਂਜਲੀਨਾ, ਗ੍ਰੇਸ, ਸੁਰੇਸ਼ ਵਾਸਤੇ ਪ੍ਰੇ ਕਰਨੀ ਹੈ ਅਤੇ ਆਉਣਗੇ। ਇਫ ਯੂ ਵਿਲ ਆਲ ਕਮ ਔਨ ਪਲੀਜ਼। ਮਾਂ ਪਿਓ ਆਉਣਗੇ ਅਤੇ ਗੋਡ ਪੈਰੈਂਟਸ ਨਾਲ ਆਉਣਗੇ ਅਤੇ ਜ਼ਰੂਰ ਡਰ ਵੀ ਤੋਂ ਆਏ ਆ ਕਰਕੇ ਜਦੋਂ ਇਹਨਾਂ ਦੀ ਬੇਬੀ ਹੋਣ ਵਾਲਾ ਸੀ ਉਦੋਂ ਅਸੀਂ ਗਏ ਸੀਗੇ ਅਤੇ ਅਸੀਂ ਇਹਨਾਂ ਵਾਸਤੇ ਪ੍ਰੇ ਕੀਤੀ ਸੀ। ਪ੍ਰਭੂ ਨੇ ਬਹੁਤ ਮਿਰਕਲਸ ਇਹਨਾਂ ਵਾਸਤੇ ਕੀਤੇ ਤਾਂ ਇਹ ਹੁਣ ਆ ਕੇ ਪ੍ਰਭੂ ਦੀ ਮਦਦ ਕਰਨ ਇਹਦੇ ਵਿੱਚੋਂ ਆ ਕੇ ਇੱਥੇ ਡੈਡੀਕੇਟ ਕਰਨਾ ਚਾਹੁੰਦੇ ਸੀ। ਸੋ ਜ਼ਰੂਰ ਤੁਸੀਂ ਸਾਡੇ ਨਾਲ ਜੁੜਨਾ। ਵਿਲ ਆਲ ਦ ਫੈਮਿਲੀ ਕਮ ਟੂ ਦ ਸਟੇਜ ਪਲੀਜ਼। ਆ ਜਾਓ ਜੀ, ਆ ਜਾਓ ਭੈਣ, ਤੁਸੀਂ ਵੀ ਆ ਜਾਓ। If all of you will come, please. Thank you. ਸੋ ਸੱਚੀ ਆਪਾਂ ਇਸ ਫੈਮਿਲੀ ਨੂੰ ਡੈਡੀਕੇਟ ਕਰਨਾ ਹੈ ਅਤੇ ਕਈ ਚੀਜ਼ਾਂ ਮੈਂ ਇਹਨਾਂ ਨੂੰ ਕਹਿਣੀਆਂ, ਕਈ ਚੀਜ਼ਾਂ ਕੌਂਗਰੀਗੇਸ਼ਨ ਨੂੰ ਵੀ ਕਹਿਣੀਆਂ। ਤੁਸੀਂ ਵੀ ਸਾਡੇ ਨਾਲ ਹਿੱਸਾ ਲੈਣਾ। ਸੋ ਕੇਅਰਫੁਲੀ ਸੁਣਨਾ ਮੈਂ ਕੀ ਕਹਿ ਰਿਹਾ ਅਤੇ ਉਹਦੇ ਵਿੱਚ ਆਪਾਂ ਹਿੱਸਾ ਲੈਣਾ ਆ। ਓਕੇ, ਮੈਂ ਪਹਿਲਾਂ ਸੋ ਜਿਹੜੀ ਬੇਬੀ ਦਾ ਨਾਂ ਹੈਗਾ ਐਂਜਲੀਨਾ ਗ੍ਰੇਸ ਸੁਰੇਸ਼, ਇਹਨਾਂ ਵਾਸਤੇ ਆਪਾਂ ਇਸ ਬੇਬੀ ਨੂੰ ਆਪਾਂ ਪ੍ਰਭੂ ਦੇ ਕੋਲ ਦੇਣਾ ਆ ਅਤੇ ਇਹਦੇ ਵਾਸਤੇ ਪ੍ਰੇ ਕਰਨੀ ਆ। ਪਰ ਜਿੱਥੇ ਮੈਂ ਤੁਹਾਡੇ ਵਾਸਤੇ ਆਲਰੇਡੀ ਪੜ੍ਹ ਕੇ ਹਟਿਆ, ਜੇ ਕਿਸੇ ਕੋਲ ਪੰਜਾਬੀ ਦੇ ਵਿੱਚ ਬਾਈਬਲ ਹੈਗੀ ਆ ਅਤੇ ਪਲੀਜ਼ ਆਹ ਪੜ੍ਹਨਾ ਪੰਜਾਬੀ ਦੇ ਵਿੱਚ ਬਾਈਬਲ। ਮਾਰਕਸ ਦੀ ਕਿਤਾਬ, ਉਹਦਾ 10ਵਾਂ ਚੈਪਟਰ ਅਤੇ ਉਹਦੀ 13 ਤੋਂ 16 ਆਇਤ ਆਪਾਂ ਪੜ੍ਹਾਂਗੇ। ਮਾਰਕਸ ਦੀ ਕਿਤਾਬ, ਉਹਦਾ 13ਵਾਂ ਚੈਪਟਰ, ਉਹਦਾ 10ਵਾਂ ਚੈਪਟਰ 13 ਤੋਂ 16 ਆਇਤ ਜਿੱਥੇ ਲਿਖਿਆ ਆ। ਮੈਂ ਇੰਗਲਿਸ਼ ਵਿੱਚ ਪੜ੍ਹਦਾ, ਫਿਰ ਕੋਈ ਆਪਣੇ ਵਾਸਤੇ ਪੰਜਾਬੀ ਪੜ੍ਹੂਗਾ। Then they brought little children to him that he might touch them. That's Jesus.
But the disciples rebuked those who brought them. But when Jesus saw it, he was greatly displeased, and he said to them, "Let little children come to me, and do not forbid them, for such is the kingdom of God. Assuredly, I say to you, whoever does not receive the kingdom as little children will by no means enter it." And he took the little children in his arms and laid his hands on them and blessed them. Amen. ਹਾਂਜੀ ਪੜ੍ਹਿਓ ਤਾਂ ਹਾਂਜੀ, ਉਹ ਛੋਟੇ ਬਾਲਕਾਂ ਨੂੰ ਉਹਦੇ ਕੋਲ ਲਿਆਏ ਭਈ ਉਹ ਉਹਨਾਂ ਨੂੰ ਛੋਹੇ, ਪਰ ਚੇਲਿਆਂ ਨੇ ਉਹਨਾਂ ਨੂੰ ਝਿੜਕਿਆ। ਤਾਂ ਯੀਸੂ ਇਹ ਵੇਖ ਕੇ ਬਹੁਤ ਨਾਰਾਜ਼ ਹੋਇਆ ਅਤੇ ਉਹਨਾਂ ਨੂੰ ਆਖਿਆ, ਛੋਟਿਆਂ ਬਾਲਕਾਂ ਨੂੰ ਮੇਰੇ ਕੋਲ ਆਉਣ ਦਿਓ, ਉਹਨਾਂ ਨੂੰ ਨਾ ਵਰਜੋ, ਕਿਉਂ ਜੋ ਪਰਮੇਸ਼ਰ ਦਾ ਰਾਜ ਇਹੋ ਜਿਹਿਆਂ ਦਾ ਹੈ। ਮੈਂ ਤੁਹਾਨੂੰ ਸੱਚ ਆਖਦਾ ਹਾਂ ਭਈ ਜੋ ਕੋਈ ਪਰਮੇਸ਼ਰ ਦੇ ਰਾਜ ਨੂੰ ਛੋਟੇ ਬਾਲਕ ਦੀ ਨਿਆਈ ਕਬੂਲ ਨਾ ਕਰੇ, ਉਹ ਉਸ ਵਿੱਚ ਕਦੇ ਨਾ ਵੜੇਗਾ। ਅਤੇ ਉਸ ਨੇ ਉਹਨਾਂ ਨੂੰ ਕੁੱਛੜ ਚੁੱਕਿਆ ਔਰ ਉਹਨਾਂ ਉੱਤੇ ਹੱਥ ਰੱਖ ਕੇ ਉਹਨਾਂ ਨੂੰ ਅਸੀਸ ਦਿੱਤੀ। ਆਮੇਨ। Amen. Amen. So I'm going to ask you a question. Okay. Do you solemnly, that's Suresh and Smletha, do you solemnly promise to bring Angelina in the discipline and instruction of the Lord, relying on God's help in this work together? Yes, we do. Yes. Okay. So we'll just hear that. Say that again. Yes, we do. Yes, I promise to bring her in the fear of God. Okay, so praise the Lord. Okay ਜੀ, ਇਨੀ ਇਹਦੇ ਵਿੱਚ ਵਾਅਦਾ ਲਿਆ ਤੇ ਇਹਦੇ ਨਾਲ ਆਪਣੇ ਗੋਡ ਪੈਰੈਂਟਸ ਸਾਦੇ ਹੁੰਦੇ ਆ। ਤੁਸੀਂ ਇੱਧਰ ਆਇਓ ਜੀ ਥੋੜਾ ਮੜ ਜਾ। ਓਕੇ, ਗੋਡ ਪੈਰੈਂਟਸ ਸਾਦੇ ਹੁੰਦੇ, ਉਹਨਾਂ ਵਾਸਤੇ ਵੀ ਇੱਕ ਸਵਾਲ ਆ। ਤੁਸੀਂ ਵਾਅਦਾ ਕਰਦੇ ਆ ਬਈ ਤੁਸੀਂ ਇਹਨਾਂ ਦੀ ਮਦਦ ਕਰੋਗੇ, ਐਂਜਲੀਨਾ ਨੂੰ ਪ੍ਰਭੂ ਦੀ ਖੁਸ਼ਖਬਰੀ ਦੇ ਵਿੱਚ ਗਰੋ ਅਪ ਹੋਵੇ। Yes, we do. We always do. God always help us to do this for us. Yes. Yes, we promise we will help them, and he can explain before even she was born. Thank you. Okay ਜੀ, ਇੱਕ congregation ਵਾਸਤੇ ਵੀ ਸਵਾਲ ਆ। Do you promise to pray for Angelina? ਤੁਸੀਂ ਕਹਿਣਾ yes we do. Okay, so ਹੁਣ ਤੁਸੀਂ ਕਹਿਤਾ ਐਂਜਲੀਨਾ ਵਾਸਤੇ। ਇਹਦੇ ਨਾਂ ਦਾ ਮੈਂ ਇੱਕ ਵਾਰੀ ਫੇਰ ਨਾਂ ਦੱਸਾਂ, ਇਹਨਾਂ ਦਾ ਨਾਂ ਹੈਗਾ ਐਂਜਲੀਨਾ ਗ੍ਰੇਸ ਸੁਰੇਸ਼। ਸੋ ਤੁਸੀਂ ਇਹਨਾਂ ਵਾਸਤੇ ਪ੍ਰੇ ਕਰਨੀ ਆ, ਪ੍ਰਭੂ ਦੀ ਕਿਰਪਾ ਦੇ ਵਿੱਚ ਗਰੋ ਹੁੰਦੇ ਰਹਿਣ। Okay. Now I will pray for the baby. Thank you, Father. Father, I just thank you and praise you for Angelina. Thank you, Father, that your hand is upon her, your grace, your loving kindness surrounds her. And Father, we thank you for this gift that you've given to Suresh and my sister here. And Father, we're so grateful that you have given such a wonderful gift. And Father, as she grows, knowing you and walking with you, Father, we pray that you will watch over and protect her. And Father, we pray that she'll grow in the knowledge of the Lord, and she'll find your will, your plan, and your purpose for her life. And Father, we just want to thank you and pray for it. And Father, we pray that you watch over her, that nothing from the evil one will be able to touch her or hinder her in her growth. And Father, as she grows, as she goes to school, her mind will be quickened, and she will understand, and she will always be easy to understand and easy to learn all that she has been taught, especially the things of the Lord. In Jesus' name, amen. 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 Thank you. Thank you, Father. Thank you, thank you, thank you. So I say this: the Lord bless you, Angelina Grace. The Lord make his face to shine upon you, Angelina Grace. The Lord lift up his countenance upon you, Angelina Grace. Amen. Amen. Thank you. Thank you. You can take a seat. Thank you. ਭੈਣ ਕਹਿੰਦੇ ਸੀ ਨਹੀਂ ਕੋਈ ਬੋਲਣਾ, ਤੁਸੀਂ ਕੋਈ ਬੋਲਣਾ ਬੋਲੋ, ਤੁਸੀਂ ਬੈਠ ਕੇ ਅੱਜ ਤੁਸੀਂ ਜੋ ਕਹਿਣਾ ਸੀ ਕਹਿ ਰਹੇ ਹੋ। ਅੱਛਾ, ਲੈ ਆਓ ਜੀ। ਹਾਂਜੀ, ਜੈ ਮਸੀਹ ਜੀ ਸਾਰਿਆਂ ਨੂੰ। ਤੇ ਬੜਾ ਅੱਛਾ ਲੱਗਿਆ
ਮੇਰੇ ਖਿਆਲ ਸਾਲ ਕੁ ਹੋ ਗਿਆ ਹਨ ਤੁਹਾਨੂੰ ਇੱਥੇ ਹਨ, ਅਤੇ ਅੱਜ ਫਿਰ ਪ੍ਰਭੂ ਨੇ ਤੁਹਾਨੂੰ ਮੌਕਾ ਦਿੱਤਾ ਦੁਬਾਰਾ ਇੱਥੇ ਆਉਣ ਦਾ, ਅਤੇ ਬਹੁਤ ਹੀ ਅੱਛਾ ਲੱਗਿਆ। ਅਸੀਂ ਵੀ ਭੁੱਲੇ ਫਿਰਦੇ ਰਹੇ ਹਾਂ, ਕਿੱਥੋਂ ਪਿੰਡੋਂ ਚੱਲਦੇ ਇੰਡੀਆ 'ਚ ਆਏ, ਇੰਡੀਆ ਤੋਂ ਇੱਥੇ ਇੰਗਲੈਂਡ ਜਾ ਕੇ, ਅਤੇ ਰੱਬ ਨੇ ਸਾਨੂੰ, ਮੈਂ ਤਾਂ ਪਹਿਲਾਂ ਮੰਨਦਾ ਹੀ ਨਹੀਂ ਸੀ ਹੁੰਦਾ, ਅਤੇ ਇਹ ਘਰ ਦੇ ਮੰਨਦੇ ਹੁੰਦੇ ਸੀ, ਇਹ ਤੂੰ ਬਚ ਤੇਰਾ ਘਰਾਨਾ ਬਚਾਇਆ, ਮੈਂ ਤਾਂ ਇਹੀ ਸਮਝਦਾ ਰਿਹਾ। ਪਰ ਜਦ ਮੈਨੂੰ ਰਾਤ ਨੂੰ ਸੁੱਤੇ ਨੂੰ ਸੋਹਣਾ ਆਇਆ, ਉੱਠ ਬਾਈਬਲ ਪੜ੍ਹ, ਗ੍ਰੰਥੀਆਂ ਦਾ 16 ਚੈਪਟਰ ਪੜ੍ਹ, ਅਤੇ ਮੈਂ ਇਹਨੂੰ ਉਠਾਇਆ, ਮੈਂ ਕਿਹਾ ਦੱਸ ਇਹ ਕੀ ਹੋ ਗਿਆ? ਅਤੇ ਮੈਨੂੰ ਕਹਿੰਦੀ ਇਹਦੇ 'ਚ ਲਿਖਿਆ ਕਿ ਤੁਹਾਨੂੰ ਸਾਡੇ ਦੱਸ ਦੇਵਾਂ ਮੈਂ ਕਿਹਾ ਹੁਣ ਪੜ੍ਹ ਹੀ ਲਿਆ ਤਾਂ ਹੁਣ ਦੱਸ ਹੀ ਦੇ। ਤਾਂ ਮੈਨੂੰ ਕਹਿੰਦੀ ਇਹਦੇ 'ਚ ਇਹ ਕਿ ਹੁਣ ਤੁਸੀਂ ਬੰਦਾ ਬਣ ਜਾਓ, ਹੋਰ ਤਾਂ ਕੋਈ ਨਹੀਂ ਗਾ, ਆਪਾਂ ਬੰਦਾ ਬਣ ਗਿਆ ਉਦੋਂ। ਥੈਂਕ ਯੂ ਜੀ, ਗੋਡ ਬਲੈਸ ਯੂ ਬ੍ਰਦਰ ਜੀ। ਭੈਣ ਨੇ ਇੱਕ ਕਹਾਵਤ ਲਿਖੀ ਹੋਈ ਆ, ਉਹ ਆਪਾਂ ਨੂੰ ਸੁਣਾਉਣ ਲੱਗਿਆ। ਸਭਨਾਂ ਨੂੰ ਜੈ ਮਸੀਹ ਦੀ, ਸਭਨਾਂ ਨੂੰ ਜੈ ਮਸੀਹ ਦੀ, ਜੈ ਮਸੀਹ ਦੀ। ਸ਼ੁਕਰੀਆ ਫਿਰ ਤੋਂ ਇਕੱਠੇ ਹੋਏ ਹਾਂ ਕਿੰਨੀ ਦੇਰ ਦੇ ਪਿੱਛੋਂ, ਅਤੇ ਜਿਹੜੇ ਹਾਲਾਤ ਬਣੇ ਹੋਏ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਆ, ਅਤੇ ਜਿੰਨਾ ਆਪਾਂ ਬਚਾ ਕਰੀਏ ਓਨਾ ਆਪਾਂ ਲਈ ਠੀਕ ਹੈਗਾ ਆ, ਇਸ ਕਰਕੇ ਅਸੀਂ ਬਾਹਰ ਨਹੀਂ ਨਿਕਲਦੇ। ਐਨੀਵੇ ਮੈਨੂੰ ਲਾਸਟ ਈਅਰ ਜਦੋਂ ਡੋਨਲਡ ਟਰੰਪ ਹੈਗਾ ਸੀ ਆਪਣੀ ਜਗ੍ਹਾ 'ਤੇ ਅਜੇ, ਅਤੇ ਉਹਨੂੰ ਕਰੋਨਾ ਹੋ ਗਿਆ ਸੀ, ਤੁਹਾਨੂੰ ਪਤਾ ਹੀ ਆ, ਜਨਵਰੀ ਦੇ ਵਿੱਚ, ਅਤੇ ਉਦੋਂ ਪ੍ਰਭੂ ਨੇ ਕੁਛ ਸ਼ਬਦ ਦਿੱਤੇ ਸੀ, ਉਹਦੀ ਬੜੀ ਮਹਾਨ ਉਹ ਹੈਗਾ, ਅਤੇ ਉਹਦੀ ਕਿਰਪਾ ਆ। ਜਦੋਂ ਕੁਛ ਦਿੰਦਾ ਹੈ ਅਤੇ ਫਿਰ ਆਪਾਂ ਉਹ ਲਿਖ ਲਈਦਾ ਹੈ, ਅਤੇ ਉਹ ਮੈਂ ਤੁਹਾਡੇ ਅੱਗੇ ਰੱਖਣਾ ਚਾਹੁੰਦੀ ਹਾਂ। ਮੈਂ ਕੋਈ ਸਿੰਗਰ ਨਹੀਂ, ਕੋਈ ਮਾਹਰ ਨਹੀਂ ਗਾਣ ਦੀ, ਬਸ ਇਹਨਾਂ ਸ਼ਬਦਾਂ ਦੇ ਵਿੱਚੋਂ ਮੈਂ ਸੋਚਿਆ ਤੁਹਾਨੂੰ ਬਰਕਤ ਮਿਲੇਗੀ, ਅਤੇ ਤੁਸੀਂ ਇਹਨਾਂ ਨੂੰ ਹੈ ਨਾ ਬਲੈਸ ਹੋਵੋਗੇ, ਅਤੇ ਆਪਾਂ ਨੂੰ ਸਟਰੈਂਥਨ ਹੋਈਦਾ ਆ ਜਿੰਨੇ ਆਪਾਂ, ਅਤੇ ਪ੍ਰਭੂ ਜੀ ਦੀ ਵਡਿਆਈ ਜਿੰਨੀ ਕਰਦੇ ਹਾਂ ਆਪਾਂ, ਅਤੇ ਉਨੀ ਸਾਨੂੰ ਖੁਸ਼ੀ ਮਿਲਦੀ ਆ ਅਤੇ ਬਲੈਸਿੰਗ ਮਿਲਦੀ ਆ। ਅਤੇ ਇਹ ਸ਼ਬਦ ਨੇ। ਪਹਿਲੀ ਗੱਲ ਮੈਂ ਕਹਾਂਗੀ ਕਿ ਯਿਸੂ ਦੇ ਦਾਸਾਂ ਨੂੰ ਡਰਨਾ ਨਹੀਂ ਚਾਹੀਦਾ, ਹਰ ਹਾਲ ਦੇ ਵਿੱਚ ਸ਼ੁਕਰ ਖੁਦਾ ਦਾ ਕਰਨਾ ਚਾਹੀਦਾ, ਹਰ ਹਾਲ ਦੇ ਵਿੱਚ ਸ਼ੁਕਰ ਖੁਦਾ ਦਾ ਕਰਨਾ ਚਾਹੀਦਾ। ਅਸੀਂ ਬਹੁਤਿਆਂ ਨਾਲੋਂ ਅਸੀਂ ਬਹੁਤ ਚੰਗੇ ਹਾਂ, ਅਸੀਂ ਅੰਦਰ ਬੈਠੇ ਵੀ ਜੇ ਠੀਕ ਹਾਂ, ਅਤੇ ਇਸ ਤੋਂ ਵੱਡੀ ਹੋਰ ਗੱਲ ਕਿਹੜੀ ਹੋ ਸਕਦੀ ਹੈ? ਸੋ ਵੀ ਨੀਡ ਟੂ ਪ੍ਰੋਟੈਕਟ ਆਵਰ ਸੈਲਫ ਫਸਟ ਥਿੰਗ। ਐਨੀਵੇ ਜਿਹੜੇ ਸ਼ਬਦ ਦਿੱਤੇ ਸੀ ਉਹ ਇਸ ਤਰ੍ਹਾਂ ਨੇ, ਇਹ ਜੋ ਚਾਈਨਾ ਤੋਂ ਚੱਲੀ ਏ ਹਵਾ, ਭੈਣ ਜੀ ਹੱਸ ਰਹੇ ਨੇ, ਇਹ ਜੋ ਚਾਈਨਾ ਤੋਂ ਚੱਲੀ ਏ ਹਵਾ, ਨਾਲ ਲੈ ਕੇ ਆਈ ਗੰਦੀ ਜਿਹੀ ਬਵਾ, ਇਹ ਹੁੱਲੜ ਮਚਾਈ ਜਾਂਦੀ ਏ, ਇਹਦੀ ਵੈਦਾਂ ਕੋਲ ਹੈ ਨਹੀਂ ਕੋਈ ਦਵਾ, ਇਹ ਦੁਨੀਆ ਘਟਾਈ ਜਾਂਦੀ ਏ, ਇਹ ਦੁਨੀਆ ਘਟਾਈ ਜਾਂਦੀ ਏ। ਇਹਨੂੰ ਬੰਦੇ ਦਾ ਨਹੀਂ ਡਰ, ਇਹਨੂੰ ਮੌਤ ਦਾ ਨਹੀਂ ਡਰ, ਇਹਨੂੰ ਗੋਲੀ ਦਾ ਨਹੀਂ ਡਰ, ਇਹਨੂੰ ਤੋਪ ਦਾ ਨਹੀਂ ਡਰ, ਸਗੋਂ ਤੁੱਛ ਨੇ ਮਿਸਾਲਾਂ ਇਹਦੇ ਅੱਗੇ, ਇਹ ਤਾਂ ਵੱਡੇ ਵੱਡਿਆਂ ਨੂੰ ਅੱਗੇ ਲਾਈ ਜਾਂਦੀ ਏ, ਇਹ ਤਾਂ ਵੱਡੇ ਵੱਡਿਆਂ ਨੂੰ ਅੱਗੇ ਲਾਈ ਜਾਂਦੀ ਏ, ਇਹ ਜੋ ਹੁੱਲੜ ਮਚਾਈ ਜਾਂਦੀ ਏ। ਪਰ ਸਾਡਾ ਯਿਸੂ ਹੈ ਮਹਾਨ, ਸਾਡਾ ਯਿਸੂ ਹੈ ਮਹਾਨ, ਜਿਹਦਾ ਸਭ ਤੋਂ ਉੱਚਾ ਨਾਮ ਯਿਸੂ ਨਾਮ ਵਿੱਚ ਮੰਗ ਕੇ ਭਜਾਈ ਜਾਂਦੀ ਏ, ਇਹ ਜੋ ਹੁੱਲੜ ਮਚਾਈ ਜਾਂਦੀ ਏ। ਆਓ ਇਕੱਠੇ ਜਾਈਏ ਹੋ, ਯਿਸੂ ਨਾਮ 'ਚ ਖਲੋ ਕੇ ਦੋ ਧਾਰੀ ਤਲਵਾਰ ਦਾ ਵਾਰ ਕਰੀਏ, ਇਹਨੂੰ ਭੱਠੀ ਵਿੱਚ ਵਾੜ, ਇਹਦੀ ਜੜ ਦਈਏ ਸਾੜ, ਅੱਗ ਪਾਕ ਰੂਹ ਦੀ ਪਾ ਕੇ ਸੰਸਕਾਰ ਕਰੀਏ, ਅੱਗ ਪਾਕ ਰੂਹ ਦੀ ਪਾ ਕੇ ਸੰਸਕਾਰ ਕਰੀਏ। ਇਹ ਜੋ ਚਾਈਨਾ ਤੋਂ ਚੱਲੀ ਏ ਹਵਾ, ਇਹ ਜੋ ਚਾਈਨਾ ਤੋਂ ਚੱਲੀ ਸੀ ਹਵਾ, ਯਿਸੂ ਨਾਮ ਵਿੱਚ ਹੋ ਗਈ ਦਫਾ, ਯਿਸੂ ਨਾਮ ਵਿੱਚ ਹੋ ਗਈ ਇਹ ਦਫਾ। ਆਓ ਸਾਰੇ ਨਾਰਾ ਲਾਈਏ, ਇਕੱਠੇ ਹੋ ਕੇ ਨਾਰਾ ਲਾਈਏ, ਅਲਵਿਦਾ 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 ਅਲਵਿਦਾ। ਗੋਡ ਬਲੈਸ ਯੂ। ਮੈਂ ਬਹੁਤਾ ਟਾਈਮ ਨਹੀਂ ਲੈਣਾ ਚਾਹੁੰਦੀ ਸੀ, ਸੋ ਪ੍ਰਭੂ ਜੀ ਦੀ ਕਿਰਪਾ ਹੋਵੇ। ਥੈਂਕ ਯੂ ਜੀ, ਗੋਡ ਬਲੈਸ ਯੂ। ਓਕੇ ਜੀ, ਹੁਣ ਆਪਾਂ ਬਚਨ ਸੁਣਨਾ। ਸੁਰਿੰਦਰ ਤਿਆਰ ਆ,
ਤੇ ਆਪਾਂ ਨੂੰ ਬਚਨ ਸੁਣਾਊਗੀ। ਸੋ ਪਲੀਜ਼ ਕੇਅਰਫੁਲੀ ਸੁਣਨਾ। ਤੇ ਉਦੋਂ ਬਾਅਦ ਆਪਾਂ ਬਿਮਾਰਾਂ ਵਾਸਤੇ ਪ੍ਰੇ ਕਰਨੀ ਹੈ। ਜੇ ਤੁਸੀਂ ਕਿਸੇ ਵੀ ਮੁਸੀਬਤ ਵਿੱਚ ਦੀ ਜਾ ਰਹੇ ਆ ਤੇ ਪ੍ਰਭੂ ਤੁਹਾਡੀ ਮਦਦ ਕਰੂਗਾ ਤੇ ਤੁਸੀਂ ਰੈਡੀ ਰਹਿਣਾ ਤੇ ਪ੍ਰਭੂ ਅੱਜ ਹੀਲਿੰਗ ਦੇਊਗਾ। ਓਕੇ ਜੀ, ਬਲੈਸ ਯੂ। ਪ੍ਰਭੂ ਦੀ ਵਡਿਆਈ ਕਰਦੇ ਆ। ਕਿੰਨੇ ਜਣੇ ਹੈਗੇ ਆ ਜਿਹੜੇ ਕਹਿੰਦੇ ਆ ਕਿ ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਆ ਅੱਜ ਦੇ ਦਿਨ ਵਾਸਤੇ, ਤੇ ਕਿੰਨੇ ਜਣੇ ਹੈਗੇ ਆ ਜਿਹੜੇ ਉਹਨੂੰ ਪਿਆਰ ਕਰਦੇ ਆ। ਸੋਚਣ ਵਾਲੀ ਗੱਲ ਆ ਕਿ ਸੱਚੀ ਪਿਆਰ ਕਰਦੇ ਆ ਜਾਂ ਚਰਚ ਵਿੱਚ ਬੈਠੇ ਜਾਂ ਮੀਡੀਆ ਦੇ ਉੱਤੇ ਸੁਣ ਰਹੇ ਆ ਕਰਕੇ ਉੱਦਾਂ ਹੀ ਪਿਆਰ ਕਰਦੇ ਆ। ਆਮੈਨ। ਕਰਕੇ ਪ੍ਰਭੂ ਆਪਾਂ ਨੂੰ ਜਾਣਦੇ ਆ, ਕਿਉਂਕਿ ਪਿਤਾ ਪਰਮੇਸ਼ਰ ਨੇ ਵੀ ਆਪਾਂ ਨੂੰ ਕੀ ਕੀਤਾ ਆ? ਪਿਆਰ ਕੀਤਾ ਤੇ ਸਭ ਕੁਛ ਆਪਣਾ ਸਾਨੂੰ ਦੇ ਦਿੱਤਾ ਆ। ਕੋਈ ਚੀਜ਼ ਦੀ ਆਪਣੇ ਕੋਲ ਘਾਟ ਨਹੀਂ ਹੈਗੀ। ਜਿੱਦਾਂ ਭੈਣ ਨੇ ਕਿਹਾ ਵੀ ਆ ਕਿ ਚਾਹੇ ਅਸੀਂ ਅੰਦਰ ਹਾਂ ਪਰ ਪ੍ਰਭੂ ਹਰ ਹਾਲ ਦੇ ਵਿੱਚ ਸਾਡੇ ਨਾਲ ਆ। ਪਰ ਖਤਰਾ ਆ ਇਸ ਮੇਲੇ ਦੇ ਵਿੱਚ, ਕਈ ਵਾਰੀ ਪ੍ਰਭੂ ਸਾਡੇ ਨਾਲ ਤਾਂ ਰਹਿਣਾ ਚਾਹੁੰਦੇ ਆ ਪਰ ਅਸੀਂ ਉਹ ਤੋਂ ਪਰਾਂ ਹੋ ਸਕਦੇ ਹਾਂ। ਆਮੈਨ। ਸੋ ਅੱਜ ਬਹੁਤ ਮੈਂ ਤੁਹਾਡਾ ਸਵਾਗਤ ਕਰਦੀ ਹਾਂ। ਤੁਸੀਂ ਬਹੁਤ ਆਪਣਾ ਕੀਮਤੀ ਟਾਈਮ ਕੱਢ ਕੇ ਪ੍ਰਭੂ ਦੇ ਘਰ ਦੇ ਵਿੱਚ ਬਚਨ ਸੁਣਨ ਆਏ ਆ, ਅਤੇ ਜਿਹੜੇ ਔਨਲਾਈਨ ਵੀ ਬੈਠੇ ਆ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ, ਵੈਲਕਮ ਕਰਦੇ ਹਾਂ ਕਿ ਤੁਸੀਂ ਸੱਚੀ ਪਰਮੇਸ਼ਰ ਨੂੰ ਪਿਆਰ ਕਰਦੇ ਕਰਕੇ ਹੀ ਅੱਜ ਆਪਣਾ ਟਾਈਮ ਕੱਢ ਕੇ ਪ੍ਰਭੂ ਦੀ ਹਜ਼ੂਰੀ 'ਚ ਬੈਠੇ ਹਾਂ। ਕਿ ਅੱਜ ਪ੍ਰਭੂ ਨੇ ਆਪਾਂ ਨੂੰ ਕਿਹੜਾ ਸੁਨੇਹਾ ਦੇਣਾ ਹੈ। ਇਹ ਜਿਹੜਾ ਬੋਲਦਾ ਹੁੰਦਾ ਉਹ ਸੁਨੇਹਾ ਇਕੱਲਾ ਤੁਹਾਡੇ ਲਈ ਨਹੀਂ ਹੁੰਦਾ। ਉਹ ਪਹਿਲਾਂ ਚਿੱਠੀ ਪਿਤਾ ਨੇ ਉਹਨੂੰ ਵੀ ਦਿੱਤੀ ਆ ਕਿ ਤੂੰ ਪੜ੍ਹ, ਫਿਰ ਅਸੀਂ ਉਹ ਚਿੱਠੀ ਦੂਜਿਆਂ ਨੂੰ ਸੁਣਾਉਂਦੇ ਹਾਂ। ਸੋ ਉਹ ਮੈਸੇਜ ਜਿਹੜਾ ਅੱਜ ਮੈਂ ਇੱਥੇ ਲੈ ਕੇ ਆਈ ਹਾਂ, ਇਹ ਨਾ ਸੋਚਿਓ ਕਿ ਇਹ ਇਕੱਲਾ ਤੁਹਾਡੇ ਲਈ ਆ। ਇਹ ਮੇਰੇ ਲਈ ਪਹਿਲਾਂ ਸੀ ਕਰਕੇ ਪਹਿਲਾਂ ਪਿਤਾ ਪਰਮੇਸ਼ਰ ਨੇ ਮੇਰੇ ਨਾਲ ਗੱਲ ਕੀਤੀ ਆ, ਫਿਰ ਉਹਨਾਂ ਨੇ ਦੱਸਿਆ ਕਿ ਮੈਂ ਦੂਜਿਆਂ ਨਾਲ ਵੀ ਵੰਡ ਸਕਾਂ। ਆਮੈਨ। ਕਰਕੇ ਜਦੋਂ ਆਪਾਂ ਨੂੰ ਕੁਛ ਚੰਗੀ ਚੀਜ਼ ਲੱਭਦੀ ਆ ਜਾਂ ਕਿਸੇ ਚੀਜ਼ ਦਾ ਭੇਤ ਆਪਣੇ 'ਤੇ ਆਉਂਦਾ ਆ, ਆਪਾਂ ਜਿਨ੍ਹਾਂ ਨੂੰ ਪਿਆਰ ਕਰਦੇ ਹਾਂ ਆਪਾਂ ਉਹਨਾਂ ਨਾਲ ਵੰਡਦੇ ਹਾਂ। ਮੈਂ ਹਮੇਸ਼ਾ ਕਹਿੰਦੀ ਹੁੰਦੀ ਜੇ ਕੋਈ ਸੇਲ 'ਤੇ ਚੀਜ਼ ਆ ਆਪਾਂ ਸਾਰਿਆਂ ਨੂੰ ਦੱਸਦੇ ਪੈਂਦੇ ਮੈਂ ਆਹ ਚੀਜ਼ ਲਿਆਂਦੀ ਸੇਲ ਤੋਂ, ਕਰਕੇ ਆਪਾਂ ਉਹਨਾਂ ਨੂੰ ਪਿਆਰ ਕਰਦੇ ਹਾਂ ਕਿ ਉਹ ਚੀਜ਼ਾਂ ਉਹਨਾਂ ਦੀਆਂ ਨਾਸ਼ ਨਾ ਹੋ ਜਾਣ। ਜਾਂ ਕੋਈ ਨਵੀਂ ਰੈਸਪੀ ਆ ਜਾਂਦੀ ਆ ਅਤੇ ਆਪਾਂ ਸੋਚਦੇ ਹਾਂ ਆਪਾਂ ਆਪਣੇ ਭੈਣ ਭਰਾਵਾਂ ਨੂੰ ਵੀ ਰੈਸਪੀ ਦੱਸ ਸਕੀਏ। ਬਾਹਲੀ ਵਾਰੀ ਭੈਣਾਂ ਰੈਸਪੀ ਦੇ ਵਿੱਚ ਇੰਟਰਸਟਿਡ ਹੁੰਦੀਆਂ ਆ। ਮੈਂ ਸੋ ਪ੍ਰਭੂ ਨੇ ਜਿਹੜਾ ਮੈਨੂੰ ਥੋੜ੍ਹੀ ਜਿਹੀ ਦਿੱਤਾ ਸੁਨੇਹਾ ਅਤੇ ਮੈਂ ਉਹ ਤੁਹਾਡੇ ਨਾਲ ਵੰਡਦੀ ਹਾਂ। ਬੜਾ ਸੀਰੀਅਸ ਵਾ, ਲਾਈਟਲੀ ਨਹੀਂ ਲੈਣਾ, ਕਿਉਂਕਿ ਪ੍ਰਭੂ ਦਾ ਵਚਨ ਹਰ ਵੇਲੇ ਸੀਰੀਅਸ ਹੁੰਦਾ ਆ, ਹਰ ਵੇਲੇ ਕੀਮਤੀ ਹੁੰਦਾ ਆ। ਹੋ ਸਕਦਾ ਜਿਹੜੇ ਸੁਣਦੇ ਆ ਇੱਥੇ ਆ ਚਾਹੇ ਬਾਹਰ ਆ, ਤੁਸੀਂ ਸਹੀ ਫਾਟਕ ਦੇ ਵਿੱਚ ਆ, ਪਰ ਹੋ ਸਕਦਾ ਆ ਕੋਈ ਉਹ ਗਲਤ ਵੀ ਹੋ ਸਕਦੇ ਆ, ਅਤੇ ਹੋ ਸਕਦਾ ਅੱਜ ਸਹੀ ਪਟੜੀ 'ਤੇ ਆ, ਕੱਲ੍ਹ ਨੂੰ ਕੋਈ ਰਾਹ ਸਾਡੇ 'ਤੇ ਆ ਜਾਵੇ, ਸਾਡੇ 'ਤੇ ਕੋਈ ਇੱਦਾਂ ਦੀ ਗੱਲ ਆ ਜਾਵੇ ਜਿਹ ਤੋਂ ਅਸੀਂ ਡਿੱਗ ਵੀ ਸਕਦੇ ਹਾਂ। ਸੋ ਇਹ ਮੈਸੇਜ ਆਪਣੇ ਸਾਰਿਆਂ ਵਾਸਤੇ ਹੀ ਆ। ਇੱਥੇ ਲਿਖਿਆ ਭੀੜਾ ਫਾਟਕ ਅਤੇ ਖੁੱਲ੍ਹਾ ਫਾਟਕ। ਬਾਈਬਲ ਦੇ ਵਿੱਚ ਸਿਰਫ 2 ਰਾਹ ਦੱਸੇ ਆ, ਪਰ ਬਹੁਤ ਸਾਰੇ ਲੋਕ ਕਹਿੰਦੇ ਆ, ਕੀ ਕਹਿੰਦੇ ਆ, ਸਾਰੇ ਹੀ ਰਾਹ ਇੱਕੋ ਹੀ ਥਾਂ ਜਾਂਦੇ ਆ, ਪਰ ਬਾਈਬਲ ਦੇ ਵਿੱਚ ਸਿਰਫ 2 ਰਾਹ ਦੱਸੇ ਆ, ਅਤੇ ਉਹਨਾਂ ਦੇ ਵਿੱਚੋਂ ਹਰ ਇਨਸਾਨ ਨੂੰ ਫੈਸਲਾ ਕਰਨਾ ਪੈਂਦਾ ਆ ਕਿ ਮੈਂ ਕਿਹੜੇ ਰਾਹ 'ਤੇ ਜਾਣਾ ਆ। ਸੋ ਆਪਾਂ ਆਪਣੇ ਆਪ ਨੂੰ ਧੋਖਾ ਦੇਣ ਵਾਲੇ ਨਾ ਹੋਈਏ ਕਿ ਸਾਰੇ ਰਾਹ ਇੱਕੋ ਹੀ ਪਾਸੇ ਨੂੰ ਜਾ ਰਹੇ ਆ। ਪਹਿਲੀ ਚੀਜ਼, ਪਰਮੇਸ਼ਰ ਇੱਕ ਆ, ਹੋਰ ਕੋਈ ਹੈ ਨਹੀਂ ਗਾ। ਦੁਨੀਆ ਨੂੰ ਬਣਾਉਣ ਵਾਲਾ ਇੱਕੋ ਹੀ ਆ। ਅਤੇ ਦੂਸਰੀ ਗੱਲ, ਉਹਨੇ ਹੀ ਇਨਸਾਨ ਨੂੰ ਬਣਾਇਆ ਅਤੇ ਉਹਨੇ ਹੀ ਸਾਡੇ ਲਈ ਯੋਜਨਾ ਬਣਾਈ ਜਦੋਂ ਅਸੀਂ ਡਿੱਗ ਪਏ, ਅਤੇ ਉਹ ਯੋਜਨਾ ਸੀਗੀ ਯਿਸੂ ਮਸੀਹ, ਅਤੇ ਉਹ ਹੀ ਰਾਹ ਆ। ਕਰਕੇ ਉਹ ਕਹਿੰਦੇ ਰਾਹ, ਸੱਚਾਈ ਅਤੇ ਜੀਵਨ ਮੈਂ ਆ। ਦੂਸਰੇ ਪਾਸੇ ਇੱਕ ਵੈਰੀ ਆ
ਜਿਹਨੂੰ ਆਪਾਂ ਸ਼ੈਤਾਨ ਕਿਹਾ ਜਾਂਦਾ ਆ। ਇਹ ਦੋ ਰਾਹ ਆ। ਜਿਹੜਾ ਯਿਸੂ ਮਸੀਹ ਆ ਉਹ ਰਾਹ ਆ, ਸੱਚਾਈ ਆ ਤੇ ਜੀਵਨ ਦਿੰਦਾ ਆ। ਪਰ ਜਿਹੜਾ ਵੈਰੀ ਆ ਉਹ ਧੋਖਾ ਦਿੰਦਾ ਆ, ਨਾਸ਼ ਕਰਦਾ ਆ, ਉਹ ਝੂਠ ਬੋਲਦਾ ਆ, ਇੱਕ ਦੂਏ ਦੇ ਵਿਰੁੱਧ ਖੜਾ ਕਰ ਦਿੰਦਾ ਆ, ਉਹ ਹਰੇਕ ਸਿੱਖਿਆ ਨੂੰ ਉਲਟ ਕਰ ਦਿੰਦਾ ਆ। ਆਮੈਨ। ਪਰ ਉਹ ਕਹਿੰਦਾ ਤੁਸੀਂ ਮੈਨੂੰ ਫੋਲੋ ਕਰੋ। ਆਪਾਂ ਇਹਦੇ ਬਾਰੇ ਦੇਖਣਾ ਕਿ ਸਿਰਫ ਦੋ ਰਾਹ ਆ, ਇੱਕ ਜੀਵਨ ਦਿੰਦਾ ਤੇ ਇੱਕ ਨਾਸ਼ ਕਰਦਾ ਆ। ਇੱਕ ਜੀਵਨ ਦਿੰਦਾ ਤੇ ਨਾਸ਼ ਕਰਕੇ ਮੌਤ ਦਿੰਦਾ ਆ ਦੂਸਰੇ ਅੱਖਰਾਂ ਦੇ ਵਿੱਚ। ਸੋ ਆਪਾਂ ਇਹ ਦੇਖਣਾ ਵੀ ਕਿਹੜਾ ਰਾਹ ਸਾਡੇ ਵਾਸਤੇ ਸਹੀ ਆ ਤੇ ਕਿਹੜੇ ਵਿੱਚ ਅਸੀਂ ਤੁਰ ਰਹੇ ਹਾਂ। ਪਰ ਖੁਸ਼ਖਬਰੀ ਵੀ ਹੈਗੀ ਇਹਦੇ ਵਿੱਚ। ਮੈਂ ਅਖੀਰ 'ਤੇ ਸਾਰੀਆਂ ਗੱਲਾਂ ਦੱਸੂਗੀ ਬਚਨਾਂ ਦੇ ਰਾਹੀਂ ਕਿ ਅੱਜ ਵੀ ਜੇ ਅਸੀਂ ਰੋਂਗ ਪਟੜੀ 'ਤੇ ਹੈਗੇ ਹਾਂ ਤੇ ਪ੍ਰਭੂ ਅੱਜ ਵੀ ਰਸਤਾ ਬਣਾ ਰਿਹਾ ਆ, ਕਿਉਂਕਿ ਯਿਸੂ ਮਸੀਹ ਰਾਹ, ਸੱਚਾਈ ਤੇ ਜੀਵਨ ਵਾ। ਸੋ ਆਪਾਂ ਦੇਖਦੇ ਹਾਂ, ਜਿਨ੍ਹਾਂ ਕੋਲ ਬਾਈਬਲ ਹੈਗੀ ਆ ਤੁਸੀਂ ਪੜ੍ਹ ਸਕਦੇ ਆ, ਜੇ ਨਹੀਂ ਤਾਂ ਲਿਖ ਸਕਦੇ ਆ। ਮਤੀ 7:13, ਮੈਥਿਊ ਚੈਪਟਰ 7 ਵਰਸ 13। ਭੀੜੇ ਫਾਟਕ ਤੋਂ ਬੜੋ, ਕਿਉਂ ਜੋ ਮੋਖਲਾ ਹੈ ਉਹ ਫਾਟਕ ਅਤੇ ਖੁੱਲ੍ਹਾ ਹੈ ਉਹ ਰਾਹ ਜਿਹੜਾ ਨਾਸ਼ ਨੂੰ ਜਾਂਦਾ ਹੈ, ਔਰ ਬਹੁਤੇ ਹਨ ਜਿਹੜੇ ਉਸ ਤੋਂ ਜਾਂਦੇ ਆ। ਭੀੜੇ ਫਾਟਕ ਤੋਂ ਬੜੋ, ਪਰਮੇਸ਼ਰ ਯਿਸੂ ਮਸੀਹ ਕਹਿੰਦੇ, ਕਿਉਂ ਜੋ ਮੋਖਲਾ ਹੈ ਉਹ ਫਾਟਕ। ਮੋਖਲਾ ਕੀ ਆ? ਐਵੇਂ ਆ, ਖੋਖਲਾ ਹੀ ਆ, ਉਹਦੇ ਵਿੱਚ ਕੁਛ ਨਹੀਂ ਹੈਗਾ। ਜਿਹੜਾ ਫਾਟਕ ਖੁੱਲ੍ਹਾ ਆ ਉਹ ਐਵੇਂ ਸ਼ੌਂਸ਼ਨੇ ਵਾਂਗਰੇ ਹੀ ਖੜਕਦਾ ਆ। ਫਾਟਕ ਤੇ ਖੁੱਲ੍ਹਾ ਹੈ ਉਹ ਰਾਹ ਜਿਹੜਾ ਨਾਸ਼ ਨੂੰ ਜਾਂਦਾ ਆ। ਬਹੁਤ ਵੱਡਾ ਆ, ਜਿਹੜੀ ਮਰਜ਼ੀ ਆਪਣੀ ਮਨ ਮਰਜ਼ੀ ਕਰ ਸਕਦੇ ਆ, ਉਹ ਰਾਹ ਨਾਸ਼ ਨੂੰ ਜਾਂਦਾ ਆ। ਔਰ ਬਹੁਤੇ ਹਨ ਜਿਹੜੇ ਉਸ ਤੋਂ ਜਾਂਦੇ ਆ। ਸੋ ਬਹੁਤ ਲੋਕ ਆ ਜਿਹੜੇ ਉਸ ਰਾਸਤੇ 'ਤੇ ਤੁਰੇ ਜਾ ਰਹੇ ਆ। ਤੇ ਦੂਸਰੀ 14ਵੀਂ ਆਇਤ ਵਿੱਚ ਮੈਥਿਊ ਚੈਪਟਰ 7 ਵਰਸ 14, ਅਤੇ ਭੀੜਾ ਹੈ ਉਹ ਫਾਟਕ ਅਤੇ ਔੜਾ ਹੈ ਉਹ ਰਾਹ ਜਿਹੜਾ ਜੀਉਣ ਨੂੰ ਜਾਂਦਾ, ਅਤੇ ਜੋ ਉਸ ਨੂੰ ਲੱਭਦੇ ਹਨ ਸੋ ਵਿਰਲੇ ਆ। ਜਿਹੜਾ ਦੂਸਰਾ ਰਾਸਤਾ ਆ ਭੀੜਾ ਆ। ਕਾਹਤੇ ਪਰਮੇਸ਼ਰ ਨੇ ਉਹ ਭੀੜੇ ਰਾਹ ਦਾ ਲਿਖ ਦਿੱਤਾ? ਯਿਸੂ ਮਸੀਹ ਨੇ। ਉਹ ਤਾਂ ਸਾਰੀ ਦੁਨੀਆ ਨੂੰ ਹੀ ਪਿਆਰ ਕਰਦੇ ਆ। ਕਾਹਤੇ ਭੀੜਾ ਆ? ਪਰ ਕਹਿੰਦੇ ਉਹਦੇ ਵਿੱਚ ਥੋੜ੍ਹੇ ਲੋਕ ਆ, ਵਿਰਲੇ ਹੀ ਆ, ਥੋੜ੍ਹੇ ਹੀ ਆ, ਟਾਵੇਂ ਹੀ ਆ ਜਿਹੜੇ ਉਸ ਰਾਹ ਨੂੰ ਤੁਰਨਾ ਚਾਹੁੰਦੇ ਆ, ਉਸ ਰਾਹ ਦੇ ਵਿੱਚ ਜਾਣਾ ਚਾਹੁੰਦੇ, ਉਸ ਫਾਟਕ ਦੇ ਵਿੱਚ ਜਾਣਾ ਚਾਹੁੰਦੇ ਆ। ਕਿਉਂ? ਕਿਉਂਕਿ ਦੁਨੀਆ ਦੂਜੇ ਪਾਸੇ ਨੂੰ ਪਸੰਦ ਕਰਦੀ ਆ, ਝੂਠ ਨੂੰ ਪਸੰਦ ਕਰਦੀ ਆ, ਹੇਰਾ ਫੇਰੀਆਂ ਨੂੰ ਪਸੰਦ ਕਰਦੀ ਆ। ਕਿਉਂਕਿ ਜਿਹੜਾ ਬੈਰੀ ਆ ਉਹਨੇ ਅੱਖਾਂ ਬੰਦ ਕੀਤੀਆਂ ਆ, ਉਹ ਧੋਖਾ ਦੇਣ ਵਾਲਾ ਆ, ਅਤੇ ਉਹ ਸੋਚਦਾ ਆ ਕਿ ਜੋ ਮੈਂ ਕਰਦਾ ਸਹੀ ਕਰਦਾ ਆ ਅਤੇ ਲੋਕਾਂ ਨੂੰ ਵੀ ਸੋਹਣਾ ਲੱਗਦਾ ਆ। ਸੱਚੀ ਇੱਦਾਂ ਹੀ ਆ। ਤਾਂ ਹੀ ਲੋਕਾਂ ਦੀਆਂ ਅੱਖਾਂ ਆਉਂਦੀਆਂ, ਕਿਉਂਕਿ ਉਹ ਕਹਿੰਦੇ ਸਾਰੇ ਰਾਸਤੇ ਪਰਮੇਸ਼ਰ ਵੱਲ ਨੂੰ ਜਾਂਦੇ ਆ। ਤੁਸੀਂ ਭਲਾਈ ਕਰ ਲਓ, ਅਸੀਂ ਕਿਹੜਾ ਕਿਸੇ ਦਾ ਬੁਰਾ ਕਰਦੇ ਹਾਂ। ਧੋਖੇ ਨਾਲ ਕਮਾਈ ਕਰ ਲਓ, ਅਸੀਂ ਕਿਹੜਾ ਕਿਸੇ ਦਾ ਬੁਰਾ ਕਰਦੇ, ਅਸੀਂ ਆਪਣੀ ਮਿਹਨਤ ਕਰਦੇ ਹਾਂ। ਇਹ ਗੱਲ ਸੱਚੀਆਂ ਆ। ਪਰ ਪਰਮੇਸ਼ਰ ਦਾ ਵਚਨ ਦੱਸਦਾ ਕਿ ਸਿਰਫ ਦੋ ਰਾਹ ਆ, ਯਿਸੂ ਮਸੀਹ ਰਾਹ, ਸੱਚਾਈ ਅਤੇ ਜੀਵਨ ਵਾ। ਅਤੇ ਜਿਹੜਾ ਦੂਸਰਾ ਰਾਹ ਆ, ਸ਼ੈਤਾਨ ਦਾ ਰਾਹ ਆ, ਜਿਹੜਾ ਸਾਨੂੰ ਧੋਖਾ ਦਿੰਦਾ, ਅੱਖਾਂ ਬੰਦ ਕਰਦਾ ਅਤੇ ਲਾਲਚ ਦਿੰਦਾ ਆ, ਵੈਰ ਵਿਰੋਧ ਸਾਡੇ ਵਿੱਚ ਪਾਉਂਦਾ ਆ, ਉਹ ਰਾਹ ਨਾਸ਼ ਨੂੰ ਜਾਂਦਾ ਆ। ਪਰ ਚੋਣ ਸਾਨੂੰ ਕਰਨੀ ਪੈਣੀ ਆ। ਯਹੋਨਾ 10:9 ਦੇ ਵਿੱਚ ਲਿਖਿਆ ਆ, ਉਹ ਬੂਹਾ ਮੈਂ ਹਾਂ, ਮੇਰੇ ਥਾਣੀ ਜੋ ਵੜੇਗਾ। ਜੌਨ ਚੈਪਟਰ 10 ਵਰਸ 9, ਉਹ ਬੂਹਾ ਮੈਂ ਆ, ਮੇਰੇ ਥਾਣੀ ਜੋ ਵੜੂਗਾ ਤਾਂ ਉਹ ਬਚਾਇਆ ਜਾਊਗਾ। ਬਹੁਤ ਸਾਫ਼ ਅੱਖਰਾਂ ਦੇ ਵਿੱਚ ਯਿਸੂ ਮਸੀਹ ਕਹਿੰਦੇ ਆ ਕਿ ਬੂਹਾ ਮੈਂ ਹੀ ਆ, ਹੋਰ ਕੋਈ ਬੂਹਾ ਹੈ ਨਹੀਂ ਗਾ, ਹੋਰ ਕੋਈ ਪੈਸੇ ਦਾ ਬੂਹਾ ਹੈ ਨਹੀਂ ਗਾ, ਲਾਲਚ ਦਾ ਬੂਹਾ ਹੈ ਨਹੀਂ ਗਾ, ਕੰਮਾਂ ਦਾ ਬੂਹਾ ਹੈ ਨਹੀਂ ਗਾ। ਜਿੰਨੀ ਮਰਜ਼ੀ ਦੌਲਤ ਹੋ ਸਕਦੀ, ਜਿੰਨੀ ਮਰਜ਼ੀ ਇੱਜ਼ਤ ਹੋ ਸਕਦੀ ਆ, ਪਰ ਇੱਕੋ ਹੀ ਬੂਹਾ ਆ। ਉਹ ਕਿਹੜਾ ਆ? ਯਿਸੂ ਮਸੀਹ। ਅਤੇ ਉਹ ਕਹਿੰਦੇ ਜਿਹੜੇ ਉਹਦੇ ਥਾਣੀ ਵੜੂਗੇ
ਤਾਂ ਉਹ ਕੀ ਹੋਣਗੇ? ਉਹ ਬਚਾਏ ਜਾਣਗੇ, ਸਦਾ ਦਾ ਜੀਵਨ ਉਹਨਾਂ ਨੂੰ ਮਿਲੂਗਾ, ਮੌਤ ਤੋਂ ਬਚ ਜਾਣਗੇ, ਯਿਸੂ ਮਸੀਹ ਦੇ ਨਾਲ, ਪਿਤਾ ਪਰਮੇਸ਼ਰ ਦੇ ਨਾਲ ਸਵਰਗਾਂ ਦੇ ਵਿੱਚ ਜਾਣਗੇ। ਉਹ ਕੌਣ ਵਾ ਬੂਹਾ? ਯਿਸੂ ਮਸੀਹ ਬੂਹਾ ਆ, ਉਹਨਾਂ ਦੇ ਅੱਖਰ ਵਾ। ਤੁਸੀਂ ਤਾਂ ਮੈਂ ਉਸ ਵੇਲੇ ਇੱਥੇ ਨਹੀਂ ਸੀਗੇ, ਪਰ ਆਪਾਂ ਬਚਨਾਂ ਦੇ ਵਿੱਚੋਂ ਪੜ੍ਹ ਰਹੇ ਹਾਂ। ਯਿਸੂ ਮਸੀਹ ਹੀ ਬੂਹਾ ਆ, ਜਿਹੜਾ ਰਾਹ, ਸੱਚਾਈ ਤੇ ਜੀਵਨ ਵਾ, ਤੇ ਅਸੀਂ ਉਹਦੇ ਉੱਤੇ ਬਚ ਸਕਦੇ ਉਹਦੇ ਕੋਲ ਆ ਕੇ। ਕਹਾਵਤਾਂ ਦੇ ਵਿੱਚ ਇੱਕ ਚੇਤਾਵਨੀ ਆ। ਇੱਥੇ ਤੱਕ ਆਪਾਂ ਬਹੁਤ ਸੋਹਣੇ ਲੱਗਦੇ ਹਾਂ। ਕਹਾਵਤਾਂ ਦੇ ਵਿੱਚ 16 ਤੇ ਵਰਸ 25, ਪ੍ਰੋਵਰਬਸ ਚੈਪਟਰ 16 ਵਰਸ 25, ਇੱਕ ਅਜਿਹਾ ਰਾਹ ਆ ਜੋ ਮਨੁੱਖ ਨੂੰ ਸਿੱਧਾ ਜਾਪਦਾ ਆ, ਪਰ ਉਹਦੇ ਅੰਤ ਵਿੱਚ ਮੌਤ ਦੇ ਰਾਹ ਹਨ। ਵਾਓ, ਮੈਨੂੰ ਫੇਰ ਪੜ੍ਹਦੀ ਹਾਂ। ਇੱਕ ਅਜਿਹਾ ਰਾਹ ਆ ਜੋ ਮਨੁੱਖ ਨੂੰ ਸਿੱਧਾ ਜਾਪਦਾ ਆ, ਪਰ ਉਹਦੇ ਅੰਤ ਵਿੱਚ ਮੌਤ ਦੇ ਰਾਹ ਹਨ। ਬਹੁਤ ਵਾਰੀ ਜੇ ਆਪਾਂ ਓਨੈਸਟ ਹੋਈਏ, ਅਸੀਂ ਸੋਚਦੇ ਹਾਂ ਮੈਂ ਰਾਈਟ ਹਾਂ, ਜਿਹੜਾ ਵੀ ਕੰਮ ਮੈਂ ਕਰਦਾ, ਜੋ ਕੁਛ ਮੈਂ ਕਰਦੀ ਹਾਂ ਰਾਈਟ ਹਾਂ। ਕੋਈ ਰੀਜ਼ਨ ਆ ਇਹਦਾ, ਮੇਰੇ ਕੋਲ ਮਜਬੂਰੀ ਆ ਇਹਦੀ। ਮੈਂ ਉਹਨੂੰ ਪਾਪ ਨਹੀਂ ਸਮਝਦੇ, ਉਹ ਸਹੀ ਸਮਝਦੇ। ਕਿਸੇ ਨਾਲ ਖਰਾਬੀ ਵੀ ਕਰ ਲਈ ਤਾਂ ਉਹਨਾਂ ਲਈ ਕੋਈ ਵੱਡੀ ਗੱਲ ਨਹੀਂ, ਕਿਸੇ ਨੂੰ ਝੂਠ ਬੋਲਿਆ ਕੋਈ ਵੱਡੀ ਗੱਲ ਨਹੀਂ, ਧੋਖਾ ਦੇ ਦਿੱਤਾ ਕੋਈ ਵੱਡੀ ਗੱਲ ਨਹੀਂ, ਕਿਉਂਕਿ ਉਹਨਾਂ ਦੀ ਮਜਬੂਰੀ ਆ। ਘਰ ਦੇ ਬਿੱਲ ਨਹੀਂ ਦੇ ਹੁੰਦੇ ਸੀ ਤਾਂ ਝੂਠ ਬੋਲ ਕੇ ਗੌਰਮੈਂਟ ਤੋਂ ਪੈਸੇ ਲੈ ਲੈ, ਉਹਨਾਂ ਦੀ ਮਜਬੂਰੀ ਸੀਗੀ। ਕੀ ਇਹ ਸੱਚੀ ਹੈ? ਬਾਈਬਲ ਨਹੀਂ ਇਹ ਸੱਚੀ ਦੱਸਦੀ, ਇਹ ਲੋਕ ਸੱਚਾ ਦੱਸਦੇ ਆ। ਉਹ ਕਹਿੰਦੇ ਉਹਨਾਂ ਦੇ ਧਿਆਨ ਦੇ ਵਿੱਚ ਉਹਨਾਂ ਦਾ ਰਾਹ ਸਿੱਧਾ ਆ, ਕਰਕੇ ਮਜਬੂਰੀ ਆ। ਮਜਬੂਰੀ ਕਰਕੇ ਅਸੀਂ, ਬੈਰੀ ਨੇ ਜਿਹੜੀਆਂ ਸਾਡੀਆਂ ਅੱਖਾਂ ਬੰਨੀਆਂ ਆ, ਅੰਨੀਆਂ ਕੀਤੀਆਂ ਆ, ਉਹਨੇ ਸਾਨੂੰ ਉਹਦੇ ਵਿੱਚ ਧਕੇਲ ਦਿੱਤਾ ਆ। ਆਮੇਨ। ਉਹ ਕਹਿੰਦਾ ਮਨੁੱਖ ਨੂੰ ਸਿੱਧਾ ਜਾਪਦਾ ਆ, ਪਰ ਉਹਦੇ ਅੰਤ ਵਿੱਚ ਮੌਤ ਦੇ ਰਾਹ ਆ। ਜਿੰਨਾ ਚਿਰ ਅਸੀਂ ਇਸ ਜੀਵਨ ਦੇ ਵਿੱਚ ਹਾਂ, ਅਸੀਂ ਰੋਜ਼ ਦੀ ਰੋਜ਼ ਕੋਈ ਨਾ ਕੋਈ ਪਲਾਨ ਕਰਦੇ ਹਾਂ, ਰੋਜ਼ ਦੀ ਰੋਜ਼ ਅਸੀਂ ਚੋਣ ਕਰਦੇ ਹਾਂ, ਅਤੇ ਅਸੀਂ ਆਪਣੇ ਆਪ ਦੀ ਸਫਾਈ ਦਿੰਦੇ ਹਾਂ। ਮੈਂ ਸਹੀ ਹਾਂ। ਤੁਸੀਂ ਘਰ ਵਿੱਚ ਦੇਖ ਲਓ, ਜੇ ਕਿਸੇ ਨਾਲ ਆਰਗਿਊ ਹੋ ਜਾਵੇ ਜਾਂ ਕੁਛ ਗੱਲ ਕਹਿ ਦਈਏ ਤਾਂ ਆਪਾਂ ਕਹਿੰਦੇ ਮੈਂ ਤਾਂ ਸਹੀ ਸੀਗਾ, ਪਰ ਉਹਨੇ ਹੋਰ ਟਿਊਨ 'ਚ ਬੋਲਿਆ ਸੀ, ਉਹ ਮੈਨੂੰ ਔੜਾ ਬੋਲਿਆ ਸੀ। ਕਾਹਤੇ? ਬੈਰੀ ਦਾ ਇਹ ਤਰੀਕਾ ਆ ਸਾਨੂੰ ਡੇਗਣ ਦਾ, ਵੈਰੀ ਦਾ ਤਰੀਕਾ ਆ ਇਹ। ਪਰ ਯਿਸੂ ਮਸੀਹ ਕਹਿੰਦਾ ਰਾਹ, ਸੱਚਾਈ ਤੇ ਜੀਵਨ ਮੈਂ ਆ। ਪਰ ਜਿਹੜਾ ਇਹ ਰਾਹ ਆ, ਜਿਹੜਾ ਇਨਸਾਨ ਦਾ ਰਾਹ ਆ, ਉਹ ਮੌਤ ਵੱਲ ਨੂੰ ਜਾ ਰਿਹਾ ਆ। ਗਲਾਤੀਆਂ ਦੇ ਵਿੱਚ, ਗਲੇਸ਼ੀਅਨਸ ਚੈਪਟਰ 5 ਵਰਸ 19-21, ਗਲਾਤੀਆਂ 5 ਉਹਦਾ 19 ਤੇ 21, ਹੁਣ ਸਰੀਰ ਦੇ ਕੰਮ ਤਾਂ ਪ੍ਰਗਟ ਹਨ, ਉਹ ਇਹ ਹਨ ਹਰਾਮਕਾਰੀ, ਗੰਦਮੰਦ, ਲੁੱਚਪੁਣਾ, ਮੂਰਤੀ ਪੂਜਾ, ਜਾਦੂਗਰੀ, ਵੈਰ, ਝਗੜੇ, ਹਸਦ, ਕ੍ਰੋਧ, ਧੜੇਬਾਜ਼ੀਆਂ, ਫੁੱਟਾਂ, ਬਿਦਤਾਂ, ਖਾਰ, ਨਸ਼ੇ, ਬਦਮਸਤੀਆਂ ਅਤੇ ਹੋਰ ਇਹੋ ਜਿਹੇ ਕੰਮ। ਇਹਨਾਂ ਗੱਲਾਂ ਦੇ ਵਿਖੇ ਮੈਂ ਤੁਹਾਨੂੰ ਸਾਫ਼ ਆਖਦਾ ਹਾਂ, ਜਿਵੇਂ ਮੈਂ ਅੱਗੇ ਆਖਿਆ ਸੀ, ਜਿਹੜੇ ਇਹੋ ਜਿਹੇ ਕੰਮ ਕਰਦੇ ਹਨ ਉਹ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ। ਸੋ ਇਹ ਕਿਸੇ ਇਨਸਾਨ ਦੇ ਅੱਖਰ ਨਹੀਂ ਹੈਗੇ। ਜਿੱਦਾਂ ਮੈਂ ਪਹਿਲਾਂ ਕਿਹਾ, ਸਾਡੇ ਸਾਰਿਆਂ ਲਈ ਚੇਤਾਵਨੀ ਆ, ਕਰਕੇ ਆਪਾਂ ਅਖੀਰ ਟਾਈਮ ਦੇ ਵਿੱਚ ਰਹਿ ਰਹੇ ਹਾਂ, ਜਿੱਥੇ ਬਹੁਤ ਧਨ ਹੈਗਾ ਆ, ਜਿੱਥੇ ਬਹੁਤ ਐਸ਼ ਆਰਾਮ ਹੈਗਾ ਆ, ਜਿੱਥੇ ਬਹੁਤ ਨੌਲੇਜ ਵੱਧ ਗਈ ਹੈ ਇਨਸਾਨ ਦੀ, ਉਸ ਟਾਈਮ ਦੇ ਵਿੱਚ ਵੀ ਖਤਰਾ ਆ। ਪਹਿਲਾਂ ਲੋਕਾਂ ਦੇ ਜੀਵਨ ਸਾਦੇ ਸੀਗੇ, ਪਰ ਹੁਣ ਬਹੁਤ ਲਾਲਚ ਵੱਧ ਗਿਆ ਆ। ਕਿੰਨੇ ਕੁ ਆਪਾਂ ਇੱਥੇ ਜਿਹੜੇ ਬੈਠੇ ਆ ਜਾਂ ਸੁਣਦੇ ਆ, ਕਦੀ ਭੁੱਖੇ ਢਿੱਡ ਸੁੱਤੇ ਆ ਜਿਹੜੀ ਮਜਬੂਰੀ ਸੀਗੀ। ਕਿੰਨੇ ਕੁ ਅਸੀਂ ਜਿਨ੍ਹਾਂ ਕੋਲ ਇੱਕੋ ਹੀ ਕੱਪੜਾ ਹੈ ਧੋਣ ਨੂੰ, ਤਾਂ ਕਰਕੇ ਅਸੀਂ ਜ਼ਿਆਦਾ ਹੋਰ ਲੈ ਲਿਆ। ਨਹੀਂ, ਕਿਸੇ ਚੀਜ਼ ਦੀ ਘਾਟ ਨਹੀਂ, ਬਹੁਤ ਨੌਲੇਜ ਆ। ਆਈਫੋਨ ਲੋਕਾਂ ਨੇ ਰੱਖੇ ਆ, 40-40, 50-50 ਪਾਉਂਡ ਦਿੰਦੇ ਆਪਾਂ ਉਹਨਾਂ ਦੇ ਉੱਤੇ ਬੈਠਣ ਨੂੰ, ਅਤੇ ਵੈਰੀ ਉਹਨਾਂ ਦੇ ਥਰੂ ਸਾਡੇ ਨਾਲ ਗੱਲਾਂ ਕਰਦਾ ਆ, ਵੈਰੀ ਸਾਡੇ ਪੈਸੇ ਲੁੱਟਦਾ ਆ, ਅਤੇ ਫਿਰ ਅਸੀਂ ਉਹਨਾਂ ਚੀਜ਼ਾਂ ਦੇ ਮਗਰ ਪਏ ਹਾਂ, ਕਿਉਂਕਿ ਉਹ ਨਾਸ਼ ਦਾ ਰਾਹ ਆ। ਪਰ ਯਿਸੂ ਮਸੀਹ ਕਹਿੰਦਾ ਰਾਹ, ਸੱਚਾਈ ਅਤੇ ਜੀਵਨ ਮੈਂ ਆ। ਬਹੁਤ ਲੋਕਾਂ ਨੂੰ ਆਪਾਂ ਦੇਖਿਆ ਇੰਟਰਨੈਟ 'ਤੇ ਜਾ ਕੇ ਉਹਨੇ ਜ਼ਹਿਰ ਖਰੀਦ ਲਈ, ਜੀਵਨ ਦੇ ਉੱਤੋਂ ਅੰਤ ਬੈਰੀ ਨੇ ਇੰਨਾ ਖਰਾਬ ਕਰ ਦਿੱਤਾ
ਨਸ਼ਿਆਂ ਦੇ ਵਿੱਚ ਆ ਕੇ ਉਹਨੇ ਜ਼ਹਿਰ ਖਰੀਦੀ, ਦਿਖਾ ਲਿਆ ਕਿ ਕੀ ਕੁਛ ਤੁਸੀਂ ਕਰ ਸਕਦੇ ਆ, ਤੇ ਉਹਨਾਂ ਦੇ ਜੀਵਨ ਖਰਾਬ ਕਰ ਦਿੱਤੇ ਵੈਰੀ ਨੇ। ਪਰ ਜੇ ਅਸੀਂ ਯਿਸੂ ਮਸੀਹ ਵੱਲ ਨੂੰ ਮੁੜਿਆ ਹੈ ਤੇ ਉਹ ਸਾਡਾ ਰਾਹ ਸਿੱਧਾ ਲੈ ਕੇ ਜਾ ਸਕਦਾ ਹੈ, ਸਾਨੂੰ ਉੱਧਰੋਂ ਬਚਾ ਸਕਦਾ ਆ। ਪਰ ਚੋਣ ਸਾਨੂੰ ਕਰਨੀ ਪੈਣੀ ਆ, ਫੈਸਲਾ ਕਰਨਾ ਪੈਣਾ ਕਿ ਅਸੀਂ ਕਿਹੜੇ ਬੂਹੇ ਥਾਣੀ ਵੜਨਾ ਆ। ਰੋਜ਼ ਆਪਾਂ ਆਪਣਾ ਬੂਹਾ ਛੱਡ ਕੇ ਘਰੋਂ ਜਦੋਂ ਜਾਂਦੇ ਆ, ਰਾਤ ਨੂੰ ਆਪਣੇ ਬੂਹੇ ਵੱਲ ਫੇਰ ਮੁੜ ਕੇ ਆਉਂਦੇ ਆ ਕਿ ਅਸੀਂ ਆਪਣੇ ਘਰ ਨੂੰ ਜਾਣਾ ਆ। ਇਹ ਇੱਥੇ ਵੀ ਇੱਕ ਰਾਹ ਆ ਜਿਹੜਾ ਸਾਡਾ ਸਦਾ ਦਾ ਰਾਹ ਆ, ਜਿਹੜਾ ਸਦਾ ਦਾ ਜੀਵਨ ਆ, ਉਹਦੇ ਵਾਸਤੇ ਵੀ ਇੱਕ ਰਾਹ ਆ, ਉਹਦੇ ਵਾਸਤੇ ਵੀ ਇੱਕ ਫਾਟਕ ਆ। ਤੁਸੀਂ ਕਿਹੜੇ ਫਾਟਕ ਥਾਣੀ ਵੜਨਾ ਆਪਣੇ ਘਰ ਨੂੰ ਜਾਣ ਲਈ? ਨਰਕਾਂ ਦਾ ਹੋਣਾ ਜਿਹੜਾ ਵੈਰੀ ਨੇ ਸਾਡੀਆਂ ਅੱਖਾਂ ਬੰਨ੍ਹ ਗਈਆਂ ਆ, ਤੇ ਦੂਸਰਾ ਯਿਸੂ ਮਸੀਹ ਹੋਣਾ ਆ ਜਿਹੜਾ ਰਾਹ ਉਹਨੇ ਸਾਡੇ ਲਈ ਤਿਆਰ ਕੀਤਾ ਹੈ। ਪਰ ਉਸ ਫਾਟਕ ਥਾਣੀ ਬਣਨਾ ਪੈਣਾ ਆ, ਆਟੋਮੈਟਿਕਲੀ ਨਹੀਂ ਹੋਣਾ। ਜੋ ਪਰਮੇਸ਼ਰ ਨੇ ਕਰਨਾ ਸੀ ਸਭ ਕੁਛ ਕਰ ਦਿੱਤਾ। ਉਹਦੇ ਬਚਨ ਦੇ ਵਿੱਚ ਲਿਖਿਆ ਆ ਕਿ ਮੈਂ ਤੁਹਾਡੇ ਲਈ ਚੰਗੇ ਪਲਾਨ ਸੋਚੇ ਹੋਏ ਆ, ਮੈਂ ਤੁਹਾਨੂੰ ਪਿਆਰ ਕਰਦਾ ਆ, ਮੈਂ ਤੁਹਾਨੂੰ ਮਾਂ ਦੀ ਕੁੱਖ ਚੋਂ ਹੀ ਚੁਣਿਆ ਆ। ਪਰ ਹੁਣ ਆਪਾਂ ਚੋਣਾਂ ਕਰਦੇ ਆ ਕਿ ਅਸੀਂ ਕਿਹੜੀ ਆਵਾਜ਼ ਨੂੰ ਸੁਣ ਕੇ, ਜਿਹਨੇ ਸਾਡੀਆਂ ਅੱਖਾਂ ਬਲਾਈਂਡ ਕੀਤੀਆਂ ਆ, ਸਾਨੂੰ ਆਪਾਂ ਕਿੱਦਾਂ ਪਛਾਣ ਸਕਦੇ ਸਾਡੀਆਂ ਅੱਖਾਂ ਬਲਾਈਂਡ ਆ? ਜਦੋਂ ਅਸੀਂ ਯਿਸੂ ਮਸੀਹ ਦੇ ਰਾਹਾਂ ਦੇ ਵਿੱਚ ਨਹੀਂ ਹੈਗੇ, ਆਪਣੀ ਮਰਜ਼ੀ ਦੇ ਵਿੱਚ ਆ, ਵੈਰੀ ਦੀਆਂ ਚੀਜ਼ਾਂ ਸ਼ਕਤੀ ਵਾਲੀਆਂ ਕੰਮ ਕਰਦੀਆਂ, ਸਾਤੋਂ ਮਜਬੂਰੀ ਨਾਲ ਕਰਾ ਲੈਂਦੀਆਂ, ਜ਼ਰੂਰ ਕਰਾਉਂਦੀਆਂ, ਪਰ ਫਿਰ ਵੀ ਆਪਣੇ ਕੋਲ ਹੈਗਾ ਟਾਈਮ ਕਿ ਅਸੀਂ ਪਰਮੇਸ਼ਰ ਨੂੰ ਕਹੀਏ ਸਾਡੀ ਮਦਦ ਕਰ, ਮੈਂ ਕਮਜ਼ੋਰ ਹਾਂ, ਮੇਰੀ ਮਦਦ ਕਰ ਪ੍ਰਭੂ। ਉਹ ਕਹਿੰਦਾ ਮੈਂ ਕਮਜ਼ੋਰਾਂ ਦੀ ਮਦਦ ਕਰਨ ਵਾਸਤੇ ਆਇਆ, ਮੈਂ ਪਾਪੀਆਂ ਨੂੰ ਬਚਾਉਣ ਲਈ ਆਇਆ ਹਾਂ। ਉਹ ਪਿਆਰ ਕਰਦਾ ਸਾਨੂੰ। ਕੋਈ ਵੀ ਹੈ ਨਹੀਂਗਾ ਜਿਹੜਾ ਆਪਣੀ ਸ਼ਕਤੀ ਵਿੱਚ ਸਭ ਕੁਛ ਕਰ ਸਕਦਾ ਆ, ਪਰ ਇੱਕ ਹੈਗਾ ਜਿਹੜਾ ਸਾਨੂੰ ਬਲ ਤੇ ਜ਼ੋਰ ਦਿੰਦਾ ਆ। ਜਿੱਥੇ ਅਸੀਂ ਕਮਜ਼ੋਰ ਹਾਂ, ਜਦੋਂ ਅਸੀਂ ਉਹਨੂੰ ਪੁਕਾਰਦੇ ਹਾਂ ਤੇ ਉਹ ਸਾਡੀ ਮਦਦ ਕਰਦਾ ਆ। ਆਮੈਨ। ਰੋਮੀਆਂ 8:13 ਵਿੱਚ ਲਿਖਿਆ ਆ, ਜੋ ਸਰੀਰ ਦੇ ਅਨੁਸਾਰ ਉਮਰ ਕੱਟੋਗੇ ਤਾਂ ਤੁਹਾਨੂੰ ਮਰਨਾ ਪਊਗਾ। ਸੋ ਆਪਾਂ ਨੂੰ ਆਤਮਾ ਦੇ ਦੁਆਰਾ ਚੱਲਣ ਦੀ ਲੋੜ ਆ, ਪਰ ਜੋ ਆਤਮਾ ਨਾਲ ਦੇਹੀ ਦੇ ਕਾਰਜਾਂ ਨੂੰ ਮਾਰੋ ਤਾਂ ਤੁਸੀਂ ਜੀਵੋਗੇ। ਸੋ ਸਾਨੂੰ ਸਰੀਰ ਕੀ ਕਹਿੰਦਾ? ਤੇਰਾ ਜੀ ਨਹੀਂ, ਕੁਛ ਨਹੀਂ ਹੈਗਾ ਬਾਈਬਲ ਦੇ ਵਿੱਚ, ਨਾ ਪੜ੍ਹੀ, ਤੇਰੇ ਕੋਲ ਟਾਈਮ ਨਹੀਂ ਹੈਗਾ, ਤੂੰ ਥੱਕੀ ਹੋਈ ਆ, ਬਹਿ ਜਾ ਹਾਲੇ, ਕੱਲ੍ਹ ਨੂੰ ਬਾਈਬਲ ਪੜ੍ਹ ਲੈ। ਟਾਈਮ ਨਹੀਂ ਹੈਗਾ ਪ੍ਰਾਰਥਨਾ ਕਰਨ ਦਾ, ਟਾਈਮ ਨਹੀਂ ਹੈਗਾ ਕਿਸੇ ਦੀ ਮਦਦ ਕਰਨ ਦਾ, ਤੂੰ ਕੰਮ 'ਤੇ ਜਾਣਾ ਆ, ਤੈਨੂੰ ਉੱਥੇ ਓਵਰ ਟਾਈਮ ਮਿਲ ਜਾਣਾ ਆ। ਹੋਰ ਇੱਦਾਂ ਦੇ ਸਾਡੇ ਬੈਰੀ ਬਹੁਤ ਸਾਨੂੰ ਸਤਾਉਂਦਾ ਆ। ਪਰ ਜੇ ਅਸੀਂ ਇੱਕ ਸਕਿੰਟ ਲਈ ਬੈਠ ਜਾਈਏ, ਇਹ ਇਕੱਲੇ ਉਹਨਾਂ ਲੋਕਾਂ ਲਈ ਨਹੀਂ ਜਿਹੜੇ ਕੰਮ ਕਰਦੇ ਆ, ਇਹ ਉਹਨਾਂ ਲੋਕਾਂ ਲਈ ਵੀ ਹੈ ਜਿਹੜੇ ਘਰ ਬੈਠੇ ਆ, ਲੋਕਡਾਊਨ ਆ, ਤਾਂ ਫਿਰ ਵੀ ਸਾਡੇ ਕੋਲ ਟਾਈਮ ਨਹੀਂ ਹੈਗਾ। ਇਹ ਆਪਣੇ ਲੋਕਾਂ ਲਈ ਹੈ ਜਿਹੜੇ ਮਸੀਹ ਵਿੱਚ ਵੀ ਹੈਗੇ ਆ, ਜਿਹੜੇ ਅਸੀਂ ਕਹਿੰਦੇ ਅਸੀਂ ਯਿਸੂ ਮਸੀਹ ਨੂੰ ਪਾ ਲਿਆ ਆ। ਬੈਰੀ ਨੇ ਸਾਡੀਆਂ ਅੱਖਾਂ ਵੀ ਅੰਨੀਆਂ ਕੀਤੀਆਂ ਆ, ਕਿਉਂਕਿ ਹੋਰ ਚੀਜ਼ਾਂ ਬਹੁਤ ਸਾਨੂੰ ਡਿਸਟਰਬ ਕਰ ਰਹੀਆਂ ਆ। ਟੀਵੀ 'ਤੇ ਬਹੁਤ ਸਾਰੇ ਹੋਰ ਪ੍ਰੋਗਰਾਮ ਆ ਜਾਂਦੇ ਆ, ਬਹੁਤ ਸਾਰੇ ਨੈੱਟ 'ਤੇ ਪ੍ਰੋਗਰਾਮ ਆ ਜਾਂਦੇ ਆ। ਅਸੀਂ ਬਹੁਤ ਆਪਣਾ ਟਾਈਮ ਉੱਧਰ ਗੁਜ਼ਾਰ ਦਿੰਦੇ ਆ ਅਤੇ ਚੇਤਾ ਭੁਲਾ ਬੈਠਦੇ ਆ ਕਿ ਯਿਸੂ ਮਸੀਹ ਵੀ ਹੈਗਾ ਆ। ਜੇ ਤੋਂ ਅਸੀਂ ਸਲਾਹ ਪੁੱਛ ਲਈਏ ਤਾਂ ਕਿ ਅਸੀਂ ਆਤਮਾ ਦੀ ਅਗਵਾਈ ਦੇ ਨਾਲ ਚੱਲ ਕੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਬਚਾ ਲਈਏ। ਆਪਾਂ ਗਵਾਹੀ ਕਿੰਨੀ ਛੋਟੀ ਜਿਹੀ ਸੁਣੀ, ਤੂੰ ਨੇਚਾ ਕਰ, ਤੂੰ ਅਤੇ ਤੇਰਾ ਘਰਾਣਾ ਬਚਾਇਆ ਜਾਓ। ਬਹੁਤ ਮੇਰੇ ਪਰਿਵਾਰ ਹਾਲੇ ਇਸ ਵਾਅਦੇ ਨੂੰ ਲੈ ਕੇ ਖੜ੍ਹੇ ਆ, ਅਤੇ ਮੈਂ ਤੁਹਾਨੂੰ ਹੌਸਲਾ ਦਿੰਦੀ ਹਾਂ ਕਿ ਪ੍ਰਭੂ ਦਾ ਵਚਨ ਕਦੀ ਫੇਲ ਨਹੀਂ ਹੁੰਦਾ। ਆਪਾਂ ਹੌਸਲਾ ਨਹੀਂ ਹਾਰਨਾ, ਆਪਾਂ ਉਸ ਵਚਨ ਨੂੰ ਲੈ ਕੇ ਖੜ੍ਹੇ ਰਹਿਣਾ ਆ, ਅਤੇ ਟਾਈਮ ਸਿਰ ਪ੍ਰਭੂ ਆਪਣੀ ਮਦਦ ਕਰਦਾ ਆ। ਦੇਖੋ, ਭਰਾ ਨੂੰ ਰਾਤ ਨੂੰ ਉਠਾਲ ਦਿੱਤਾ, ਪਤਾ ਹੀ ਨਹੀਂ ਸੀ ਬਾਈਬਲ ਦੇ ਵਿੱਚ ਕਿੱਥੇ ਕਰੰਥੀਆਂ ਨੂੰ ਆ, ਆਪਣੀ ਵਾਈਫ ਨੂੰ ਉਠਾ ਲਿਆ, ਉੱਠ ਮੈਨੂੰ ਦੱਸ ਕੀ ਲਿਖਿਆ ਆ। ਜਦੋਂ ਉਹਨਾਂ ਦਾ ਟਾਈਮ ਆ ਗਿਆ, ਜਿਨ੍ਹਾਂ ਲਈ ਆਪਾਂ ਵਾਅਦੇ ਕਲੇਮ ਕਰਦੇ ਹਾਂ, ਨੇਚਾ ਰੱਖੋ, ਤਕੜੇ ਹੋਵੋ, ਦ੍ਰਿੜ ਹੋਵੋ, ਸ਼ੈਤਾਨ ਦੇ ਵੈਰੀ ਤੋਂ ਨਾ ਡਰੋ, ਪਰ ਉਹਦੇ ਵੱਲ ਨੂੰ ਮੁੜੋ, ਉਹਦੇ ਵਚਨ ਲੈ ਕੇ ਉਹਦੇ ਵੱਲ ਨੂੰ ਜਾਈਏ। ਪ੍ਰਕਾਸ਼ ਦੀ ਪੋਥੀ ਵਿੱਚ ਲਿਖਿਆ ਆ, ਅਤੇ ਉਹ ਵੱਡਾ ਅਜਗਰ ਹੇਠਾਂ ਸੁੱਟਿਆ ਗਿਆ, ਰੈਵਲੇਸ਼ਨ 12:9। ਅਤੇ ਉਹ ਵੱਡਾ ਅਜਗਰ ਹੇਠਾਂ ਸੁੱਟਿਆ ਗਿਆ, ਉਹ ਪੁਰਾਣਾ ਸੱਪ ਜਿਹੜਾ ਇਬਲੀਸ ਅਤੇ ਸ਼ੈਤਾਨ ਕਰਕੇ ਸਦਾਉਂਦਾ ਹੈ, ਜੋ ਸਾਰੇ ਜਗਤ ਨੂੰ ਭਰਮਾਉਂਦਾ, ਧਰਤੀ ਉੱਤੇ ਸਿੱਟਿਆ ਗਿਆ ਅਤੇ ਦੂਤ ਉਹਦੇ ਨਾਲ ਸੁੱਟੇ ਗਏ। ਇੱਥੇ ਉਸ ਬੈਰੀ ਦੀ ਗੱਲ ਹੋ ਰਹੀ ਆ
ਸੱਪ ਦੀ ਜਿਹੜਾ ਸਾਰੀ ਦੁਨੀਆ ਨੂੰ ਭਰਮਾਉਣ ਆਇਆ ਆ। ਕੀ ਲਿਖਿਆ? ਪੁਰਾਣਾ ਸੱਪ ਜਿਹੜਾ ਇਬਲੀਸ ਅਤੇ ਸ਼ੈਤਾਨ ਕਰਕੇ ਸਤਾਉਂਦਾ ਆ, ਜੋ ਸਾਰੇ ਜਗਤ ਨੂੰ ਭਰਮਾਉਂਦਾ ਆ। ਸੋ ਕੋਈ ਖਾਸ ਨਹੀਂ ਹੈਗਾ ਉਹਦੇ ਲਈ, ਉਹ ਸਾਰੀ ਦੁਨੀਆ ਨੂੰ ਹੀ ਚੱਕਰ 'ਚ ਪਾਉਣਾ ਚਾਹੁੰਦਾ ਆ, ਉਹ ਸਾਰੀ ਦੁਨੀਆ ਨੂੰ ਹੀ ਖਰਾਬੀ 'ਚ ਲੈ ਕੇ ਜਾਣਾ ਚਾਹੁੰਦਾ ਹੈ। ਉਹ ਕਿਉਂਕਿ ਉਹ ਪਿਤਾ ਪਰਮੇਸ਼ਰ ਤੋਂ ਬਦਲਾ ਲੈਣਾ ਚਾਹੁੰਦਾ ਆ ਉਹਦੇ ਬੱਚਿਆਂ ਦੇ ਥਰੂ। ਕਈ ਵਾਰੀ ਸਾਡੀ ਕਿਸੇ ਨਾਲ ਲੱਗਦੀ ਹੁੰਦੀ ਆ ਤੇ ਉਹ ਸਾਡੇ ਬੱਚਿਆਂ ਦੇ ਥਰੂ ਬਦਲਾ ਲੈਂਦੇ ਆ, ਜੇ ਉਹਦੇ ਬੱਚੇ ਸੁਣ ਲੈਣ। ਅੱਜ ਆਪਾਂ ਪਰਮੇਸ਼ਰ ਦੀ ਬਾਣੀ ਨੂੰ ਸੁਣਨਾ ਹੈ, ਪਰਮੇਸ਼ਰ ਦੀ ਆਵਾਜ਼ ਨੂੰ ਸੁਣਨਾ ਹੈ। ਰਾਹ, ਸੱਚਾਈ ਤੇ ਜੀਵਨ ਮੈਂ ਆ, ਯਿਸੂ ਮਸੀਹ ਦੇ ਵਚਨ ਸੁਣਨੇ ਆ। ਇਹ ਹੀ ਜਿਹੜਾ ਸੱਪ ਸੀਗਾ ਪਹਿਲੀ ਕਿਤਾਬ ਦੇ ਵਿੱਚ, ਉਤਪਤ ਦੇ ਵਿੱਚ, ਜੈਨਸਿਸ ਦੇ ਵਿੱਚ 3 ਚੈਪਟਰ 1 ਤੋਂ ਲੈ ਕੇ 5 ਆਇਤਾਂ ਤਾਂ ਆਪਾਂ ਤੁਸੀਂ ਘਰ ਜਾ ਕੇ ਪੜ੍ਹਿਓ। ਉੱਥੇ ਵੀ ਇਹ ਸ਼ੈਤਾਨ ਆਇਆ ਸੀਗਾ। ਜਦੋਂ ਪਰਮੇਸ਼ਰ ਨੇ ਉਹਨਾਂ ਨੂੰ ਦੱਸਿਆ ਸੀ, ਐਡਮ ਤੇ ਈਵ ਨੂੰ, ਕਿ ਤੁਸੀਂ ਇਹ ਸਾਰੇ ਜਿੰਨਾ ਵੀ ਅਦਨ ਬਾਗ ਹੈਗਾ ਆ, ਇਹ 'ਚੋਂ ਸਾਰਾ ਫਰੂਟ ਖਾ ਲਿਓ, ਫਲ ਖਾ ਲਿਓ, ਐਸ਼ ਕਰਿਓ, ਆਰਾਮ ਕਰਿਓ, ਕੋਈ ਕੰਮ ਨਹੀਂ ਕਰਨਾ ਪੈਣਾ ਸੀਗਾ। ਪਰ ਇੱਕ ਚੀਜ਼ ਉਹਨਾਂ ਨੂੰ ਕਿਹਾ ਸੀ ਕਿ ਆਹ ਫਲ ਨਾ ਖਾਇਓ, ਜਦੋਂ ਤੁਸੀਂ ਇਸ ਦਰਖਤ ਤੋਂ ਖਾਧਾ ਤੁਸੀਂ ਕੀ ਹੋਣਾ? ਮਰ ਜਾਣਾ ਆ। ਪਰ ਵੈਰੀ ਨੇ ਉਹਨੂੰ ਆ ਕੇ ਪੁੱਛਿਆ, ਔਰਤ ਇਕੱਲੀ ਸੀ, ਔਰਤ ਨੂੰ ਪੁੱਛਿਆ ਕਿ ਸੱਚੀ ਇੱਦਾਂ ਕਿਹਾ? ਕੁਐਸਚਨ ਪੁੱਛਿਆ, ਸ਼ੱਕ ਪਾਤੀ। ਉਹ ਕਹਿੰਦਾ ਕੁਛ ਨਹੀਂ ਹੋਣਾ, ਕੁਛ ਨਹੀਂ ਹੋਣਾ। ਜੇ ਤੁਸੀਂ ਖਾ ਲਿਆ ਤੁਸੀਂ ਵੀ ਪਰਮੇਸ਼ਰ ਵਾਂਗ ਸਮਝ ਪ੍ਰਾਪਤ ਕਰ ਲੈਣੀ ਆ। ਕੀ ਕੀਤਾ? ਬੀਜ ਦਿੱਤਾ ਸ਼ੱਕ ਦਾ। ਤੇ ਫਿਰ ਉਹ ਜਿਹੜਾ ਪਰਮੇਸ਼ਰ ਦਾ ਵਚਨ ਸੀ ਉਹ ਚੋਰੀ ਕਰਕੇ ਲੈ ਗਿਆ। ਜਿਹੜੀ ਪਰਮੇਸ਼ਰ ਦੀ ਯੋਜਨਾ ਸੀ ਉਹਨਾਂ ਵਾਸਤੇ, ਸਦਾ ਵਾਸਤੇ ਰਹਿਣ ਲਈ, ਪਰਮੇਸ਼ਰ ਦੇ ਬੱਚਿਆਂ ਵਾਂਗਰ ਰੋਜ਼ ਪਰਮੇਸ਼ਰ ਉਹਨਾਂ ਨੂੰ ਮਿਲਣ ਆਉਂਦਾ ਸੀ, ਉਹਨਾਂ ਤੋਂ ਅਲੱਗ ਕਰ ਦਿੱਤਾ। ਅੱਜ ਜਦੋਂ ਅਸੀਂ ਵਚਨ ਸੁਣਦੇ ਹਾਂ, ਵੈਰੀ ਸਾਤੋਂ ਵੀ ਚੋਰੀ ਕਰਕੇ ਲੈ ਜਾਂਦਾ ਹੈ, ਸਾਨੂੰ ਵੀ ਧੋਖਾ ਦੇ ਜਾਂਦਾ ਹੈ। ਕੁਛ ਨਹੀਂ ਹੁੰਦਾ ਤੁਹਾਨੂੰ, ਜੇ ਇੰਨਾ ਕੁ ਕਰ ਲਿਆ ਫੇਰ ਕੀ ਹੋ ਗਿਆ? ਆਹ ਪਾਣੀ ਦਾ ਗਲਾਸ ਕਿਹੜੇ ਰੰਗ ਦਾ ਆ? ਸਾਰਿਆਂ ਨੂੰ ਪਤਾ ਲੱਗਦਾ ਕਿਹੜੇ ਰੰਗ ਦਾ ਆ? ਕਿਹੜਾ ਰੰਗ ਇਹ 'ਚ, ਲਾਲ ਵਾ ਕਿ ਪੀਲਾ? ਹੈ ਕਲੀਅਰ ਵਾ, ਵਾਈਟ ਵਾ। ਪਰ ਜੇ ਇਹਦੇ ਵਿੱਚ ਇੱਕੋ ਹੀ ਬੂੰਦ ਮੈਂ ਕਿਸੇ ਰੰਗ ਹੋਰ ਦੀ ਪਾ ਦੇਵਾਂ, ਜਾਂ ਕਾਲਾ ਜਾਂ ਨੀਲਾ ਜਾਂ ਪੀਲਾ, ਕੀ ਬਣ ਜਾਊਗਾ? ਇਹ ਸਾਰਾ ਰੰਗ ਬਦਲ ਜਾਣਾ ਆ। ਇੱਕੋ ਹੀ ਸ਼ੱਕ ਦੇ ਨਾਲ ਸ਼ੈਤਾਨ ਨੇ ਉਹਨਾਂ ਦਾ ਵਚਨ ਚੋਰੀ ਕਰ ਲਿਆ। ਇੱਕੋ ਹੀ ਆਪਣੀ ਮਾੜੀ ਚਲਾਕੀ ਦੇ ਨਾਲ ਉਹਨਾਂ ਦਾ ਜੀਵਨ ਚੋਰੀ ਕਰ ਲਿਆ, ਪਰਮੇਸ਼ਰ ਤੋਂ ਅੱਡ ਕਰ ਦਿੱਤੇ। ਬਹੁਤ ਵਾਰੀ ਕਹਿੰਦੇ ਆ ਫੇਰ ਕੀ ਹੋ ਗਿਆ? ਉਹ ਪਾਸਟਰ ਵਾ, ਉਹ ਵੀ ਤਾਂ ਇੱਦਾਂ ਦਾ ਹੀ ਕੰਮ ਕਰਦਾ ਹੈ, ਉਹਦਾ ਜੀਵਨ ਨਾ ਦੇਖੋ, ਪਾਸਟਰ ਦਾ, ਫਲਾਣੇ ਭੈਣ ਭਰਾ ਦਾ ਜੀਵਨ ਨਾ ਦੇਖੋ। ਦੇਖੋ ਵਚਨ ਕੀ ਕਹਿੰਦਾ ਆ। ਪਰਮੇਸ਼ਰ ਨੇ ਐਡਮ ਤਾਂ ਈਵ ਨਾਲ ਗੱਲ ਕੀਤੀ ਸੀਗੀ, ਤੁਹਾਡੇ ਨਾਲ ਵੀ ਅੱਜ ਗੱਲ ਕਰਦਾ ਹੈ। ਪਰ ਜੇ ਇੱਕ ਵੀ ਵਚਨ ਦੇ ਨਾਲ ਮਿਲਾਵਟ ਆ ਗਈ ਤੇ ਸਾਡਾ ਜੀਵਨ ਭ੍ਰਿਸ਼ਟ ਹੋ ਜਾਣਾ ਹੈ, ਸਾਡਾ ਜੀਵਨ ਪਰਮੇਸ਼ਰ ਤੋਂ ਅਲੱਗ ਹੋ ਜਾਣਾ ਹੈ। ਉਹ ਬੈਰੀ ਦੀ ਚਲਾਕੀ ਆ ਤੇ ਸਾਨੂੰ ਉਹ ਭਰਮਾਉਂਦਾ ਆ। ਉਹ ਜਗਤ ਵਿੱਚ ਹੈਗਾ ਆ, ਉਸ ਵੇਲੇ ਹੀ ਨਹੀਂ ਸੀਗਾ, ਅੱਜ ਵੀ ਹੈਗਾ ਆ। ਅੱਜ ਵੀ ਉਹ ਬੈਰੀ ਵਾਲਾ ਕੰਮ ਕਰਦਾ ਆ। ਅੱਜ ਵੀ ਉਹ ਸਾਨੂੰ ਬੜੇ ਮਿੱਠੇ ਮਿੱਠੇ ਬੋਲ ਬੋਲਦਾ ਆ, ਬੜੇ ਮਿੱਠੇ ਬੋਲ ਬੋਲਦਾ ਆ। ਮੈਂ ਕਹਿੰਦੀ ਹੁੰਦੀ ਹਾਂ, ਜਦੋਂ ਕੁੱਤਿਆਂ ਨੂੰ ਮਾਰਨਾ ਹੋਵੇ ਉਹਨੂੰ ਰੋਟੀ ਦੇ ਵਿੱਚ ਲਪੇਟ ਕੇ ਜ਼ਹਿਰ ਦਿੱਤੀ ਜਾਂਦੀ ਆ। ਉਹ ਬੈਰੀ ਵੀ ਸਾਡਾ ਇੱਦਾਂ ਦਾ ਹੀ ਆ। ਯਹੋਨਾ 10:10 ਦੇ ਵਿੱਚ ਲਿਖਿਆ, ਜੌਨ 10:10, ਕਿ ਚੋਰ ਆਉਂਦਾ ਚੋਰੀ ਕਰਨ ਤੇ ਨਾਸ਼ ਕਰਨ। ਚੋਰ ਕਿਹਨੂੰ ਸੱਦਿਆ ਜਾਂਦਾ ਹੈ? ਵੈਰੀ ਨੂੰ, ਸ਼ੈਤਾਨ ਨੂੰ ਚੋਰ ਸੱਦਿਆ ਜਾਂਦਾ ਹੈ। ਕਿ ਉਹ ਕੀ ਕਰਨ ਆਉਂਦਾ? ਨਾਸ਼ ਕਰਨ, ਚੋਰੀ ਕਰਨ। ਸਾਡੇ ਜੀਵਨ ਦੀ ਚੋਰੀ ਕਰ ਲੈਂਦਾ, ਸਾਡੀ ਸ਼ਾਂਤੀ ਦੀ ਚੋਰੀ ਕਰ ਲੈਂਦਾ, ਸਾਡੇ ਪਿਤਾ ਦਾ ਜਿਹੜਾ ਰਿਸ਼ਤਾ ਸੀਗਾ ਉਹਦੀ ਚੋਰੀ ਕਰ ਲੈਂਦਾ ਹੈ। ਸਾਡੀਆਂ ਫੈਮਲੀਆਂ ਦੇ ਵਿੱਚ ਘਸਮਾਨ ਦਾ ਆਤਮਾ ਭੇਜ ਦਿੰਦਾ ਹੈ, ਸਾਨੂੰ ਹੇਰਾ ਫੇਰੀ ਕਰਨ ਸਿਖਾ ਦਿੰਦਾ, ਜਿੱਥੇ ਅਸੀਂ ਓਨੈਸਟ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਾਂ। ਕਿਉਂ? ਕਿਉਂਕਿ ਉਹਦਾ ਕੰਮ ਆ, ਇਹ ਉਹ ਆਪਣੀ ਜੌਬ ਕਰ ਰਿਹਾ ਆ। ਪਰ ਯਿਸੂ ਮਸੀਹ ਨੇ ਕਿਹਾ, ਮੈਂ ਤੁਹਾਨੂੰ ਜੀਵਨ ਦੇਣ ਵਾਸਤੇ ਆਇਆ ਹਾਂ, ਭਰਪੂਰ ਜੀਵਨ ਦੇਣਾ ਹੋਇਆ।
ਕੱਲਾ ਇਸ ਜੀਵਨ ਦੇ ਵਿੱਚ ਨਹੀਂ। ਆਹ ਜੀਵਨ ਆਪਣਾ ਥੋੜ੍ਹੇ ਚਿਰ ਦਾ ਆ। ਜਿਹੜੀ ਵੈਰੀ ਦੀਆਂ ਚੀਜ਼ਾਂ ਆ ਉਹ ਨਾਸ਼ ਹੋ ਜਾਣੀਆਂ ਉਹਨਾਂ ਦੇ ਨਾਲ ਹੀ। ਜਿੰਨਾ ਮਰਜ਼ੀ ਸਾਡੇ ਕੋਲ ਕੁਛ ਹੋਵੇ ਉਹ ਵੀ ਨਾਸ਼ ਹੋ ਜਾਣਾ, ਪਰ ਸਿਰਫ ਤੇ ਸਿਰਫ ਸਦਾ ਦਾ ਜੀਵਨ ਯਿਸੂ ਮਸੀਹ ਦਾ ਵਚਨ ਸਾਡੇ ਨਾਲ ਜਾਣਾ, ਕਿਉਂਕਿ ਉਹਨਾਂ ਨੇ ਕਿਹਾ ਰਾਹ, ਸੱਚਾਈ ਤੇ ਜੀਵਨ ਮੈਂ ਹਾਂ। ਤੇ ਯਹੋਨਾ 10:28 ਦੇ ਵਿੱਚ ਲਿਖਿਆ, ਜੌਨ 10:28, ਮੈਂ ਉਹਨਾਂ ਨੂੰ ਸਦੀਪਕ ਜੀਵਨ ਦਿੰਦਾ ਔਰ ਉਹਨਾਂ ਦਾ ਸਦੀਪਕ ਕਾਲ ਤੇ ਕਦੀ ਨਾਸ਼ ਨਾ ਹੋਗਾ। ਕੌਣ ਦਿੰਦਾ ਹੈ ਸਾਨੂੰ ਸਦਾ ਦਾ ਜੀਵਨ? ਜਿਹੜਾ ਗਾਰੰਟੀ ਕਰਦਾ ਹੈ ਕਿ ਕਦੀ ਉਹ ਨਾਸ਼ ਨਾ ਹੋਣਗੇ, ਉਹ ਯਿਸੂ ਮਸੀਹ ਆ। ਕਿਉਂਕਿ ਪਿਤਾ ਦੇ ਕੋਲ ਕੌਣ ਵਾ? ਕਿਹਨੇ ਸਾਡੇ ਲਈ ਕੁਰਬਾਨੀ ਦਿੱਤੀ? ਕਿਹਨੇ ਸਾਡੇ ਲਈ ਪਾਪਾਂ ਲਈ ਆਪਣਾ ਜੀਵਨ ਦੇ ਦਿੱਤਾ? ਕਿਹਨੇ ਸਜ਼ਾ ਚੱਕ ਲਈ? ਯਿਸੂ ਮਸੀਹ। ਰਾਹ, ਸੱਚਾਈ ਤੇ ਜੀਵਨ ਮੈਂ ਆ। ਉਹ ਭੀੜਾ ਫਾਟਕ ਕਿਉਂ ਆ? ਕਿਉਂਕਿ ਲੋਕ ਬੈਰੀ ਸਾਨੂੰ ਦੂਜੇ ਪਾਸੇ ਨੂੰ ਧੱਕਣਾ ਚਾਹੁੰਦੇ ਆ, ਅਤੇ ਸਾਨੂੰ ਔਖਾ ਲੱਗਦਾ ਆ ਜਦੋਂ ਅਸੀਂ ਇਕੱਲੇ ਇੱਥੇ ਖੜ੍ਹੇ ਹਾਂ ਅਤੇ ਉੱਧਰ ਸਾਰੇ ਕਿੰਨੇ ਸੋਹਣੇ ਕੱਪੜੇ ਪਾ ਕੇ ਪਾਰਟੀਆਂ ਦੇ ਵਿੱਚ, ਪੱਬਾਂ ਦੇ ਵਿੱਚ, ਕਲੱਬਾਂ ਦੇ ਵਿੱਚ ਫਿਰਦੇ ਆ, ਕਿੰਨੇ ਸੋਹਣੇ ਆ, ਅਤੇ ਅਸੀਂ ਇੱਥੇ ਇਕੱਲੇ ਹੀ ਖੜ੍ਹੇ ਹਾਂ। ਅਸੀਂ ਇਕੱਲੇ ਹੀ ਬਾਈਬਲ ਪੜ੍ਹਦੇ ਹਾਂ, ਪਰ ਚੇਤਾ ਰੱਖੋ ਉਹ ਰਾਹ ਜਿਹੜਾ ਆ ਨਾਸ਼ ਨੂੰ ਜਾ ਰਿਹਾ ਆ। ਪਰ ਜਿਹੜੇ ਤੁਸੀਂ ਇਕੱਲੇ ਨਹੀਂ ਹੈਗੇ, ਪਰਮੇਸ਼ਰ ਦਾ ਆਤਮਾ ਤੁਹਾਡੇ ਨਾਲ ਵਾ, ਯਿਸੂ ਮਸੀਹ ਤੁਹਾਡੇ ਨਾਲ ਵਾ। ਉਹ ਜਦੋਂ ਵੀ ਮਰਜ਼ੀ ਤੁਹਾਡੇ ਵੱਲ ਜਿੰਨੇ ਮਰਜ਼ੀ ਸਵਰਗਦੂਤ ਭੇਜ ਸਕਦਾ ਆ। ਸੋ ਆਪਾਂ ਇਕੱਲੇ ਨਹੀਂ ਹੈਗੇ, ਪਰ ਬੈਰੀ ਦੀਆਂ ਚਾਲਾਂ ਤੋਂ ਆਪਾਂ ਹੁਸ਼ਿਆਰ ਰਹਿਣਾ ਆ। ਜੌਨ 14:15, ਯਹੋਨਾ 14:15, ਜੇ ਤੁਸੀਂ ਮੈਨੂੰ ਪਿਆਰ ਕਰਦੇ ਆ ਤੇ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ। ਇਹ ਮੈਂ ਸਵਾਲ ਪਹਿਲਾਂ ਪੁੱਛਿਆ ਸੀ, ਆਪਾਂ ਕਿੰਨੇ ਕੁ ਪਿਆਰ ਕਰਦੇ ਹਾਂ? ਅਤੇ ਆਪਾਂ ਮੇਰੇ ਖਿਆਲ ਆਲਮੋਸਟ ਆਪਾਂ ਸਾਰਿਆਂ ਨੇ ਕਿਹਾ ਸੀ, ਅਤੇ ਜਿਹੜੇ ਨਹੀਂ ਵੀ ਇੱਥੇ ਹੈਗੇ ਉਹਨੇ ਵੀ ਜ਼ਰੂਰ ਕਿਹਾ ਹੋਣਾ ਕਿ ਅਸੀਂ ਪਿਆਰ ਕਰਦੇ ਹਾਂ। ਪਰ ਉਹਨੇ ਇੱਕ ਸ਼ਰਤ ਰੱਖੀ ਆ ਕਿ ਜੇ ਤੂੰ ਮੈਨੂੰ ਪਿਆਰ ਕਰਦੇ ਆ ਤੁਸੀਂ, ਤਾਂ ਮੇਰੇ ਹੁਕਮਾਂ ਦੀ ਪਾਲਣਾ ਕਰੋ। ਆਮੇਨ। ਉਹ ਕਿਹੜਾ ਹੁਕਮ ਹੋ ਸਕਦਾ ਸਾਡੇ ਲਈ? ਮੇਰੇ ਖਿਆਲ ਸਾਰਿਆਂ ਲਈ ਇਕੱਲਾ ਇਕੱਲਾ ਆ। ਕਿਸੇ ਨੂੰ ਪ੍ਰਭੂ ਨੇ ਕੁਛ ਹੋਰ ਕਰਨ ਨੂੰ ਕਿਹਾ ਹੈ, ਕਿਸੇ ਨੂੰ ਹੋਰ ਕਰਨ ਨੂੰ ਕਹਿੰਦਾ, ਕਿਉਂਕਿ ਉਹ ਜਾਣਦਾ ਅਸੀਂ ਕਿੱਥੇ ਇੱਕ ਖਤਰੇ ਦੇ ਵਿੱਚ ਹਾਂ, ਉੱਥੋਂ ਉਹ ਕੱਢਣਾ ਚਾਹੁੰਦਾ ਆ। ਸੋ ਉਹ ਸਾਨੂੰ ਦੱਸਦਾ ਆ, ਇਸ ਰਾਹ ਨਹੀਂ ਜਾਣਾ, ਤੁਸੀਂ ਇੱਧਰ ਨੂੰ ਮੁੜਿਆ ਵੋ। ਕਿਉਂਕਿ ਸਾਨੂੰ ਆਪ ਨੂੰ ਨਹੀਂ ਪਤਾ ਸਾਡੇ ਮੂਹਰੇ ਕੀ ਆਉਣ ਵਾਲਾ ਆ, ਕਿਹੜੀ ਵੈਰੀ ਨੇ ਸਾਡੇ ਮੂਹਰੇ ਚਾਲ ਰੱਖੀ ਆ। ਸੋ ਅਸੀਂ ਉਸ ਫਾਟਕ ਨੂੰ ਨਹੀਂ ਜਾਣਾ, ਪਰ ਉਸ ਫਾਟਕ ਨੂੰ ਜਾਣਾ ਹੈ ਜਿੱਦਣ ਨੂੰ ਆਤਮਾ ਸਾਨੂੰ ਗਾਈਡ ਕਰਦਾ ਆ। ਤਾਂ ਅਸੀਂ ਕਹਿ ਸਕਦੇ ਅਸੀਂ ਉਹਨੂੰ ਪਿਆਰ ਕਰਦੇ ਹਾਂ। ਆਮੇਨ। ਕਿਉਂਕਿ ਸੱਚੀ ਉਹ ਸਾਨੂੰ ਪਿਆਰ ਕਰਦਾ ਕਰਕੇ ਤਾੜਦਾ ਆ, ਸਾਨੂੰ ਨਾਸ਼ ਹੋਣ ਦੇ ਰਾਹ 'ਚੋਂ ਬਚਾ ਕੇ ਰੱਖਣਾ ਚਾਹੁੰਦਾ ਆ। ਲੂਕਾ 9:62, ਲੂਕ ਚੈਪਟਰ 9:62, ਪਰ ਯਿਸੂ ਨੇ ਉਹਨੂੰ ਆਖਿਆ, ਜੇ ਕੋਈ ਆਪਣਾ ਹੱਥ ਹਲ 'ਤੇ ਰੱਖ ਕੇ ਪਿਛਾਂਹ ਨੂੰ ਵੇਖੇ ਤਾਂ ਉਹ ਪਰਮੇਸ਼ਰ ਦੇ ਰਾਜ ਦੇ ਯੋਗ ਨਹੀਂ ਆ। ਵਾਹ। ਹਲ ਦੇ ਉੱਤੇ ਹੱਥ ਰੱਖ ਕੇ ਜੇ ਹੁਣ ਮੈਂ ਪਿੱਛੇ ਨੂੰ ਦੇਖਣਾ ਆ, ਅਤੇ ਉਹ ਕਹਿੰਦਾ ਤੂੰ ਮੇਰੇ ਰਾਜ ਦੇ, ਪਰਮੇਸ਼ਰ ਦੇ ਰਾਜ ਦੇ ਯੋਗ ਨਹੀਂ ਹੈਗਾ। ਸਾਨੂੰ ਇੱਕ ਕੁਆਲਿਟੀ ਦਿੱਤੀ ਆ, ਸਾਡੀ ਇੱਕ ਕੁਆਲਿਟੀ ਹੋਣੀ ਚਾਹੀਦੀ, ਸਾਡੀ ਇੱਕ ਪਛਾਣ ਹੋਣੀ ਚਾਹੀਦੀ ਆ ਕਿ ਹੁਣ ਅਸੀਂ ਯਿਸੂ ਮਸੀਹ ਨੂੰ ਪਾ ਲਿਆ ਆ, ਅਸੀਂ ਧਰਮੀ ਬਣ ਗਏ ਆ। ਜਿਹੜੇ ਪਿੱਛੇ ਜੀਵਨ ਸੀਗਾ, ਮੂਰਤੀ ਪੂਜਾ ਸੀਗੀ, ਲਾਲਚ ਸੀ, ਕ੍ਰੋਧ ਸੀ, ਉਹ ਸਾਰੇ ਵੀ ਯਿਸੂ ਮਸੀਹ ਨੇ ਕ੍ਰੋਸ ਦੇ ਉੱਤੇ ਸਾਡੀ ਸਜ਼ਾ ਚੱਕ ਲਈ ਆ। ਅਤੇ ਹੁਣ ਅਸੀਂ ਆਪਣਾ ਹੱਥ ਮੋਹਰ ਨੂੰ ਰੱਖਣਾ ਆ, ਪਿੱਛੇ ਨੂੰ ਆਪਣੇ ਕੰਮਾਂ ਵੱਲ ਨਹੀਂ ਜਾਣਾ। ਕਿ ਮੈਨੂੰ ਜੇ ਮੈਂ ਗਵਾਹੀ ਦੇ ਦਿੱਤੀ, ਲੋਕਾਂ ਨੇ ਮੈਨੂੰ ਕੀ ਕਹਿਣਾ ਆ? ਲੋਕੀ ਮੈਨੂੰ ਕੀ ਕਹਿਣਗੇ? ਲੋਕਾਂ ਨੇ ਤਾਂ ਮੈਨੂੰ ਛੱਡ ਜਾਣਾ ਆ, ਮੈਂ ਤਾਂ ਇਕੱਲੀ ਰਹਿ ਜਾਣਾ, ਮੈਂ ਤਾਂ ਇਕੱਲੇ ਨੇ ਰਹਿ ਜਾਣਾ। ਜੇ ਮੈਂ ਕੰਮ 'ਤੇ ਸੱਚਾਈ ਬੋਲ ਲਈ, ਮੇਰੇ ਕੋਲ ਤਾਂ ਜੌਬ ਨਹੀਂ ਹੋਣੀ। ਉਹ ਚੀਜ਼ਾਂ ਪਿੱਛੇ ਛੱਡ ਜਾਂਦੀਆਂ। ਹੁਣ ਉਹ ਕਹਿੰਦਾ ਜੇ ਤੁਸੀਂ ਹਲ 'ਤੇ ਹਾਰਡ ਵਰਕ ਕਰਨਾ ਪੈਂਦਾ ਆ, ਧੁੱਪ ਵੀ ਸਹਿਣੀ ਪੈਂਦੀ ਆ, ਮੀਂਹ ਵੀ ਸਹਿਣਾ ਪੈਂਦਾ ਹੈ, ਬੜਾ ਜ਼ੋਰ ਲੱਗ ਕੇ ਹਲ ਵਗਦਾ। ਮੈਂ ਕਦੀ ਵਾਹਿਆ ਨਹੀਂ, ਮੈਂ ਸੋਚਦੀ ਹਾਂ ਇੱਦਾਂ, ਜਿੰਨੀ ਵਾਹੀ ਹੋਊਗੀ ਉਹਨਾਂ ਨੂੰ ਪਤਾ, ਪਰ ਔਖਾ ਆ, ਪਰ ਵਾਹੁਣਾ ਪੈਣਾ ਆ। ਪਰ ਪਿਛਲਾ ਜੀਵਨ ਨਹੀਂ ਦੇਖਣਾ। ਹੁਣ ਮੂਰਤੀ ਪੂਜਾ 'ਚ ਨਹੀਂ ਸਾਂਝੀ ਹੋਣਾ, ਭੇਟਾਂ ਦੇ ਵਿੱਚ ਨਹੀਂ ਸਾਂਝੀ ਹੋਣਾ। ਕੋਈ ਨਹੀਂ, ਫੇਰ ਕੀ ਹੋ ਗਿਆ, ਮਜਬੂਰੀ ਸੀਗੀ। ਨਹੀਂ, ਉਹ ਕਹਿੰਦਾ ਉਹ ਮੇਰੇ ਯੋਗ ਨਹੀਂ ਮੇਰੇ ਰਾਜ ਦੇ। ਆਮੇਨ, ਆਮੇਨ। ਲੂਕਾ 9 ਚੈਪਟਰ 35, ਉਹ ਉਸ ਬੱਦਲ ਵਿੱਚੋਂ ਇੱਕ ਆਵਾਜ਼ ਕਹਿੰਦੀ ਆਈ, ਇਹ ਮੇਰਾ ਪੁੱਤਰ ਹੈ, ਮੇਰਾ ਚੁਣਿਆ ਹੋਇਆ ਹੈ, ਇਹਦੀ ਸੁਣੋ।
ਇੱਕ ਵਾਰੀ ਉਹ ਆਪਣੇ ਚੇਲਿਆਂ ਦੇ ਨਾਲ ਸੀਗਾ ਅਤੇ ਉੱਤੋਂ ਇੱਕ ਆਵਾਜ਼ ਆਈ ਬੱਦਲ ਦੇ ਵਿੱਚ ਹੁੰਦੀ। ਕਿਹਦੀ ਆਵਾਜ਼ ਸੁਣੋ? ਯਿਸੂ ਮਸੀਹ ਦੀ ਸੁਣੋ, ਪਵਿੱਤਰ ਆਤਮਾ ਦੀ ਸੁਣੋ। ਇਹ ਤੁਹਾਨੂੰ ਕੀ ਕਹਿ ਰਿਹਾ ਆ? ਕਿਉਂਕਿ ਕਹਿੰਦਾ ਇਹ ਮੇਰਾ ਚੁਣਿਆ ਹੋਇਆ ਆ। ਕਈ ਵਾਰੀ ਆਪਾਂ ਗਵਾਹੀ ਦਿੰਦੇ ਹੁੰਦੇ ਹਾਂ, ਆਪਾਂ ਕਿਸੇ ਨੂੰ ਕਹਿੰਦੇ ਹੁੰਦੇ ਹਾਂ ਮੈਂ ਉਸ ਭੈਣ ਭਰਾ ਦੇ ਉੱਤੇ ਪੂਰਾ ਭਰੋਸਾ ਰੱਖਦਾ, ਉਹਨੇ ਕਦੀ ਤੁਹਾਨੂੰ ਧੋਖਾ ਨਹੀਂ ਦੇਣਾ। ਸੱਚੀ ਆ, ਆਪਾਂ ਇੱਦਾਂ ਕਹਿੰਦੇ ਆ ਮੇਰਾ ਹਸਬੈਂਡ ਇੱਦਾਂ ਨਹੀਂ ਕਦੀ ਕਰ ਸਕਦਾ, ਪੂਰੀ ਸ਼ਾਦੀ ਦਿੰਦੇ ਆ। ਪਰ ਇੱਥੇ ਪਿਤਾ ਪਰਮੇਸ਼ਰ ਨੇ, ਜਿਹਨੇ ਦੁਨੀਆ ਨੂੰ ਬਣਾਇਆ, ਜਿਹਨੇ ਮੈਨੂੰ ਤੁਹਾਨੂੰ ਬਣਾਇਆ, ਜਿਹਦੇ ਹੱਥ ਵਿੱਚ ਸਭ ਕੁਛ ਆ, ਇੱਕ ਸਕਿੰਟ ਦੇ ਵਿੱਚ ਸਭ ਕੁਛ ਬਦਲ ਸਕਦਾ ਹੈ। ਉਹ ਗਵਾਹੀ ਦਿੰਦਾ ਆ ਕਿ ਇਹ ਮੇਰਾ ਪੁੱਤਰ ਵਾ, ਤੁਸੀਂ ਇਹਦੀ ਸੁਣੋ, ਮੈਂ ਇਹਨੂੰ ਚੁਣਿਆ ਆ। ਆਮੈਨ। ਸੋ ਅੱਜ ਵੀ ਸਾਨੂੰ ਉਹਦੀ ਸੁਣ ਲਈਏ। ਪਰ ਯਕੂਬ 1:22 ਦੇ ਵਿੱਚ ਲਿਖਿਆ, ਪਰ ਬਚਨ ਉੱਤੇ ਅਮਲ ਕਰਨ ਵਾਲੇ ਹੋਵੋ ਅਤੇ ਆਪਣੇ ਆਪ ਨੂੰ ਧੋਖਾ ਦੇ ਕੇ ਨਿਰੇ ਸੁਣਨ ਵਾਲੇ ਨਾ ਹੋਵੋ। ਜਦੋਂ ਅਸੀਂ ਬਚਨ ਸੁਣ ਲੈਂਦੇ ਹਾਂ ਅਤੇ ਉਹਦੇ 'ਤੇ ਅਮਲ ਨਹੀਂ ਕਰਦੇ, ਫਿਰ ਅਸੀਂ ਸੋਚਦੇ ਹਾਂ ਅਸੀਂ ਤਾਂ ਬਹੁਤ ਵਧੀਆ ਬਚਨ ਸੁਣਿਆ ਸੀਗਾ, ਪਰ ਅਸੀਂ ਉਹ ਕੀਤਾ ਨਹੀਂ। ਫਿਰ ਅਸੀਂ ਕਿਸੇ ਨੂੰ ਨਹੀਂ ਧੋਖਾ ਦਿੰਦੇ, ਪਾਸਟਰਾਂ ਨੂੰ ਨਹੀਂ ਧੋਖਾ ਦਿੰਦੇ, ਲਾਗਲੇ ਗੁਆਂਢੀਆਂ ਨੂੰ ਧੋਖਾ ਨਹੀਂ ਦਿੰਦੇ, ਯਿਸੂ ਮਸੀਹ ਨੂੰ ਧੋਖਾ ਨਹੀਂ ਦਿੰਦੇ, ਕਰਕੇ ਉਹ ਤਾਂ ਸਭ ਕੁਛ ਜਾਣਦਾ ਹੈ। ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ ਕਿ ਅਸੀਂ ਸਹੀ ਰਾਹ 'ਤੇ ਜਾ ਰਹੇ ਹਾਂ, ਪਰ ਗਲਤ ਹੋ ਗਿਆ ਆ। ਸੋ ਅਸੀਂ ਆਪਣੇ ਆਪ ਨੂੰ ਧੋਖੇ ਤੋਂ ਬਚਾਉਣਾ ਆ, ਪਰ ਨਿਰਾ ਸੁਣਨ ਵਾਲੇ ਨਹੀਂ ਹੋਣਾ। ਜੋ ਕਹਿੰਦਾ ਆ ਉਹਨੂੰ ਪੂਰਾ ਕਰਨਾ। ਜਿਹੜਾ ਵਚਨ ਉਹ ਕਹਿੰਦਾ ਇਹਦੀ ਸੁਣੋ, ਅਤੇ ਸਾਨੂੰ ਉਹ ਕਰਨਾ ਚਾਹੀਦਾ ਆ। ਮਤੀ 6:33 ਵਿੱਚ ਲਿਖਿਆ, ਪਰ ਤੁਸੀਂ ਪਹਿਲਾਂ ਉਹਦੇ ਰਾਜ ਅਤੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਇਹ ਸਾਰੀਆਂ ਵਸਤਾਂ ਦਿੱਤੀਆਂ ਜਾਣਗੀਆਂ। ਜਿੰਨੀਆਂ ਚੀਜ਼ਾਂ ਦੀ ਆਪਾਂ ਨੂੰ ਲੋੜ ਵਾ, ਖਾਣੇ ਪੀਣੇ ਦੀ, ਪਹਿਨਣ ਦੀ, ਰਹਿਣ ਦੀ, ਹੋਰ ਚੀਜ਼ਾਂ ਦੀ, ਉਹ ਕਦੀ ਅਨਾਥ ਨਹੀਂ ਤੁਹਾਨੂੰ ਛੱਡੂਗਾ। ਉਹ ਕਹਿੰਦਾ ਪਹਿਲਾਂ ਉਹਦੀ ਮਰਜ਼ੀ ਨੂੰ ਭਾਲ ਲਓ, ਉਹਦੇ ਰਾਜ ਨੂੰ ਭਾਲ ਲਓ, ਕਿਉਂਕਿ ਬੂਹਾ ਮੈਂ ਆ, ਮੈਂ ਤੁਹਾਡੇ ਨਾਲ ਚੱਲੂੰਗਾ, ਮੈਂ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਕਰੂੰਗਾ। ਆਮੈਨ। ਫਿਰ 14:6 ਵਿੱਚ ਜੌਨ 14:6 ਯਿਸੂ ਨੇ ਆਖਿਆ, ਰਾਹ, ਸੱਚਾਈ ਅਤੇ ਜੀਵਨ ਮੈਂ ਆ, ਕੋਈ ਵੀ ਮੇਰੇ ਵਸੀਲੇ ਬਿਨਾਂ ਪਿਤਾ ਦੇ ਕੋਲ ਨਹੀਂ ਆਉਂਦਾ। ਹੋਰ ਕੋਈ ਰਾਹ ਨਹੀਂ ਹੈਗਾ। ਜੇ ਸਵਰਗਾਂ ਨੂੰ ਜਾਣਾ ਇੱਕੋ ਹੀ ਰਾਹ ਆ, ਉਹ ਹੈਗਾ ਯਿਸੂ ਮਸੀਹ। ਉਹ ਕਹਿੰਦਾ ਮੈਂ ਰਾਹ ਵੀ ਹਾਂ, ਸੱਚਾਈ ਵੀ ਹਾਂ। ਸੱਚਾਈ ਦੇ ਉੱਤੇ ਆਪਾਂ ਕਾਇਮ ਰਹਿਣਾ ਹੈ। ਉਹ ਸੱਚ ਬੋਲਦਾ ਆ, ਵੈਰੀ ਝੂਠ ਬੋਲਦਾ ਆ। ਉਹਦੇ ਕੋਲ ਰਾਹ ਹੈਗਾ, ਪਰ ਉਹ ਨਾਸ਼ ਨੂੰ ਜਾ ਰਿਹਾ ਆ, ਉਹ ਸਾਨੂੰ ਭਰਮਾਉਂਦਾ ਆ। ਪਰ ਯਿਸੂ ਮਸੀਹ ਕਹਿੰਦਾ ਮੈਂ ਰਾਹ, ਸੱਚਾਈ ਅਤੇ ਜੀਵਨ ਹਾਂ। ਅੱਜ ਅਸੀਂ ਫੈਸਲਾ ਕਰਨਾ ਆ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਆਪਣੇ ਆਪ ਨੂੰ ਧੋਖਾ ਨਹੀਂ ਦੇਣਾ। ਇੱਕ ਰਾਹ ਆ ਯਿਸੂ ਜੋ ਸਾਨੂੰ ਸਦਾ ਦਾ ਜੀਵਨ ਦੇ ਸਕਦਾ ਹੈ, ਅਤੇ ਉਹਦਾ ਵਾਅਦਾ ਆ ਕਿ ਉਹ ਭੀੜਾ ਆ। ਸਾਨੂੰ ਥੋੜ੍ਹੀਆਂ ਕੁਰਬਾਨੀਆਂ ਦੇਣੀਆਂ ਪੈਣੀਆਂ। ਮੈਂ ਇੱਦਾਂ ਕਹਿੰਦੀ, ਜੇ ਕਿਸੇ ਨੇ ਡਾਕਟਰ ਬਣਨਾ ਆ, ਉਹ 24 ਘੰਟੇ ਜਾਂ 12 ਘੰਟੇ ਸੁੱਤਾ ਰਹੇ ਤਾਂ ਕਾਲਜ ਨੂੰ ਇੱਕ ਦਿਨ ਚੱਲ ਜਾਵੇ, ਜਾਂ ਉੱਥੋਂ ਟੀਚਿੰਗ ਰੋਜ਼ ਹੀ ਜਾ ਕੇ ਲੈ ਆਵੇ, ਪਰ ਉਹਦੇ ਉੱਤੇ ਕੋਈ ਅਮਲ ਨਾ ਕਰੇ, ਤਾਂ ਤੁਹਾਡੇ ਖਿਆਲ 'ਚ ਉਹ ਡਾਕਟਰ ਬਣ ਜਾਊਗਾ? ਬਣੂਗਾ? ਕਦੀ ਵੀ ਨਹੀਂ। ਮਿਹਨਤ ਕਰਨੀ ਪੈਣੀ ਆ, ਉਸ ਟੀਚਿੰਗ ਦੀ ਫੋਲੋ ਕਰਨੀ ਪੈਣੀ ਹੈ, ਜਿਹੜਾ ਉਹਨਾਂ ਨੂੰ ਸਕੂਲਾਂ ਵਿੱਚ ਦੱਸਿਆ ਜਾਂਦਾ, ਜਿਹੜੀਆਂ ਬੁੱਕਾਂ ਦਿੱਤੀਆਂ ਉਹ ਪੜ੍ਹਨੀਆਂ ਪੈਣੀਆਂ ਹੈ, ਸਟੱਡੀ ਕਰਨੀ ਪੈਣੀ। ਔਖਾ ਆਪਣਾ ਸੈਕਰੀਫਾਈਸ ਕਰਨੀ ਪੈਣੀ ਆ, ਆਪਣਾ ਨੀਂਦ ਗਵਾਉਣੀ ਪੈਣੀ ਆ। ਉਸ ਟਾਈਮ ਜਿਹੜਾ ਕਲੱਬਾਂ ਨੂੰ ਜਾਣ ਨੂੰ ਜੀ ਕਰਦਾ, ਉਹ ਸਟੱਡੀ ਦੇ ਵਿੱਚ ਲਾਉਣਾ ਪੈਣਾ ਹੈ। ਜਿਹੜਾ ਸਾਡਾ TV ਦੇ ਉੱਤੇ ਟਾਈਮ ਲੱਗਦਾ, ਉਹ ਸਟੱਡੀ ਦੇ ਵਿੱਚ ਲਾਉਣਾ ਪੈਣਾ ਹੈ। ਸਾਨੂੰ ਵੀ ਇੱਦਾਂ ਹੀ ਆ। ਜੇ ਅਸੀਂ ਸਵਰਗਾਂ ਨੂੰ ਜਾਣਾ ਆ, ਉਹਦੇ ਰਾਹ ਦੇ ਵਿੱਚ ਜਾਣਾ ਆ, ਅਤੇ ਸਾਨੂੰ ਵੀ ਸੈਕਰੀਫਾਈਸ ਕਰਨੀ ਪੈਣੀ ਬਹੁਤ ਚੀਜ਼ਾਂ ਦੀ। ਇਹ ਨਹੀਂ ਵੀ ਅੱਜ ਮੈਂ ਨਹੀਂ ਕਰ ਸਕਦਾ, ਅੱਜ ਤਾਂ ਮੈਂ ਮਜਬੂਰ ਹਾਂ, ਥੱਕਿਆ ਆ, ਮੈਨੂੰ ਹੋਰ ਕੰਮ ਆ ਗਿਆ, ਮੈਂ ਹੋਰ ਕਿਤੇ ਜਾਣਾ ਆ, ਪਹਿਲਾਂ ਮੈਂ ਉੱਥੇ ਜਾਇਆ, ਮੈਂ ਫਿਰ ਜੇ ਟਾਈਮ ਹੋਇਆ ਤਾਂ ਮੈਂ ਚੱਲ ਜਾਊਂਗਾ। ਨਹੀਂ। ਦੂਸਰਾ, ਜਿਹੜਾ ਖੁੱਲ੍ਹਾ ਹੈ ਅਤੇ ਵੱਡਾ ਹੈ, ਜੋ ਵੈਰੀ ਧੋਖਾ ਦੇ ਕੇ ਸਾਨੂੰ ਨਾਸ਼ ਦੇ ਰਾਹ ਭੇਜ ਰਿਹਾ ਆ। ਖੁਸ਼ਖਬਰੀ ਇਹ ਆ ਕਿ ਯਿਸੂ ਅੱਜ ਵੀ ਸੱਦਾ ਦੇ ਰਿਹਾ ਆ ਕਿ ਮੇਰੇ ਵੱਲ ਮੁੜੋ। ਜਿੱਥੇ ਵੀ ਹੋ, ਜਿਹੜੇ ਵੀ ਹਾਲਾਤਾਂ ਵਿੱਚ ਅੱਜ ਅਸੀਂ ਹੈਗੇ ਹਾਂ, ਚਾਹੇ ਅਸੀਂ ਯਿਸੂ ਮਸੀਹ ਨੂੰ ਪਾਇਆ ਸੀ ਇੱਕ ਦਿਨ, ਚਾਹੇ ਅਸੀਂ ਨਹੀਂ ਹਾਲੇ ਉਹਨੂੰ ਜਾਣਿਆ, ਪਰ ਜਿਹੜੇ ਵੀ ਹਾਲਾਤਾਂ ਵਿੱਚ ਹੈਗੇ ਆ, ਜੇ ਪ੍ਰਭੂ ਦਾ ਆਤਮਾ ਅੱਜ ਤੁਹਾਨੂੰ ਘਾਇਲ ਕਰਦਾ ਆ, ਉੱਥੋਂ ਹੀ ਮੁੜ ਕੇ ਆ ਜਾਓ। ਅੱਜ ਵੀ ਪ੍ਰਭੂ ਆਪਣੀਆਂ ਬਾਹਾਂ ਖੋਲ੍ਹ ਕੇ ਤੁਹਾਨੂੰ ਉਡੀਕ ਰਿਹਾ ਆ, ਕਿਉਂਕਿ ਉਹ ਤੁਹਾਨੂੰ
ਪਿਆਰ ਕਰਦਾ, ਮੈਨੂੰ ਪਿਆਰ ਕਰਦਾ। ਅੱਜ ਵੀ ਮੌਕਾ ਦੇ ਰਿਹਾ, ਕੋਈ ਕੀਮਤ ਨਹੀਂ ਲੱਗਣੀ ਉਹਦੀ, ਸਿਰਫ ਉਹਦੇ ਵੱਲ ਨੂੰ ਮੁੜਨਾ ਆ। ਆਮੇਨ। ਪ੍ਰਭੂ ਆਪਣੇ ਵਾਅਦੇ ਦਾ ਮੱਠਾ ਨਹੀਂ, 2 ਪਤਰਸ ਚੈਪਟਰ 3 ਵਰਸ 9, ਪ੍ਰਭੂ ਆਪਣੇ ਵਾਅਦੇ ਦਾ ਮੱਠਾ ਨਹੀਂ ਜਿਵੇਂ ਕਿੰਨੇ ਹੀ ਮੱਠੇ ਦਾ ਭਰਮ ਕਰਦੇ ਹਨ, ਪਰ ਉਹ ਤੁਹਾਡੇ ਨਾਲ ਧੀਰਜ ਕਰਦਾ ਆ, ਕਿਉਂ ਜੋ ਨਹੀਂ ਚਾਹੁੰਦਾ ਵੀ ਕਿਸੇ ਦਾ ਨਾਸ਼ ਹੋਵੇ, ਸਗੋਂ ਤੋਬਾ ਵੱਲ ਮੁੜੋ। ਆਮੇਨ। ਜੇ ਅੱਜ ਤੱਕ ਅਸੀਂ ਜੀਂਦੇ ਹਾਂ ਰੋਂਗ ਕੰਮ ਕਰਕੇ ਵੀ, ਰੋਂਗ ਰਾਹਾਂ 'ਤੇ ਚੱਲ ਕੇ ਵੀ ਅਸੀਂ ਸਫਲ ਹਾਂ, ਸਾਡੀ ਇੱਜ਼ਤ ਹੈਗੀ ਆ ਦੁਨੀਆ ਦੇ ਵਿੱਚ, ਵੱਡੇ ਘਰ ਐਸ਼ ਆਰਾਮ ਹੈਗਾ ਆ, ਪਰ ਤੁਸੀਂ ਹਾਲੇ ਵੀ ਰੋਂਗ ਰਾਹ 'ਤੇ ਆ, ਯਿਸੂ ਮਸੀਹ ਨੂੰ ਨਹੀਂ ਕਬੂਲ ਕੀਤਾ, ਅਤੇ ਅੱਜ ਵੀ ਉਹਦੀ ਦਇਆ ਤੁਹਾਡੇ 'ਤੇ ਆ। ਆਮੇਨ। ਕਿਸੇ ਵੀ ਹਾਲਾਤ ਵਿੱਚੋਂ, ਕਿੱਦਾਂ ਦੇ ਵੀ ਇਸ ਵੇਲੇ ਤੁਸੀਂ ਸਿਚੁਏਸ਼ਨ ਦੇ ਵਿੱਚ ਆ, ਤੁਸੀਂ ਉਹਦੇ ਵੱਲ ਨੂੰ ਮੁੜਿਆ, ਉਹ ਬਚਾਉਣਾ ਚਾਹੁੰਦਾ ਹੈ। ਉਹ ਕਹਿੰਦਾ ਮੈਂ ਧੀਰਜ ਕਰਦਾ ਤੁਹਾਡੇ ਨਾਲ। ਆਪਾਂ ਸੋਚਦੇ ਅਸੀਂ ਇੱਥੋਂ ਤਾਂ ਫੜ ਨਹੀਂ ਹੋਏ ਹੈਗੇ, ਝੂਠ ਬੋਲਿਆ, ਹੇਰਾ ਫੇਰੀ ਕਰ ਲਈ, ਫੜ ਤਾਂ ਹੋਏ ਨਹੀਂ, ਬਚ ਗਏ। ਇੱਕ ਵਾਰੀ ਮੈਂ ਆਪਣੇ ਭਰਾ ਨੂੰ ਕਿਹਾ, ਇੱਥੇ ਦੀ ਗੱਲ ਹੀ ਆ, ਤੂੰ ਸੀਟ ਬੈਲਟ ਲਾ ਲਾ। ਕਹਿੰਦਾ ਮੈਂ ਤਾਂ ਸਦਾ ਹੀ ਇੱਦਾਂ ਹੀ ਰਹਿੰਦਾ ਆਇਆ, ਕਦੀ ਨਹੀਂ ਫੜ ਹੋਇਆ। ਹਾਲੇ ਅਸੀਂ ਇੱਥੋਂ ਉੱਥੇ ਹੀ ਗਏ, ਪੁਲਿਸ ਨੇ ਗੱਡੀ ਖੜੀ ਕਰ ਲਈ, ਕਹਿੰਦੇ ਰੁਕ ਜਾ, ਤੇਰੀ ਸੀਟ ਬੈਲਟ ਨਹੀਂ ਲੱਗੀ। ਉਨਾ ਚਿਰ ਪਰਮੇਸ਼ਰ ਨੇ ਉਹ 'ਤੇ ਕਿਰਪਾ ਰੱਖੀ ਸੀ, ਪਰ ਉਹਦੀ ਕਿਰਪਾ ਦਾ ਅਸੀਂ ਕਈ ਵਾਰੀ ਨਜਾਇਜ਼ ਫਾਇਦਾ ਚੱਕਦੇ ਹਾਂ। ਅੱਜ ਵੀ ਉਹ ਧੀਰਜ ਕਰ ਰਿਹਾ ਆ। ਜੇ ਕੋਈ ਵੀ ਗਲਤ ਚੀਜ਼ ਹੈਗੀ, ਚਾਹੇ ਅਸੀਂ ਮਸੀਹ ਵਿੱਚ ਹਾਂ, ਇੱਕ ਵਾਰੀ ਤੋਬਾ ਕਰਕੇ ਅਸੀਂ ਮਸੀਹ ਨੂੰ ਆਪਣੇ ਦਿਲ ਵਿੱਚ ਤਾਂ ਸੱਦ ਸਕਦੇ ਹਾਂ, ਪਰ ਜੇ ਸਾਡਾ ਜੀਵਨ ਪਿੱਛੇ ਹਾਲ 'ਤੇ ਹੱਥ ਰੱਖ ਕੇ ਪਿੱਛੇ ਹੀ ਆ, ਅਤੇ ਮੇਰੇ ਖਿਆਲ ਦੇ ਵਿੱਚ ਸਾਡਾ ਜੀਵਨ ਉੱਥੇ ਨਹੀਂ ਜਾਣਾ। ਤੋਬਾ, ਪਾਪਾਂ ਦੀ ਸਜ਼ਾ ਸਾਰੀ ਫ੍ਰੀ ਪ੍ਰਭੂ ਯਿਸੂ ਮਸੀਹ ਨੇ ਕੀਤੀ ਆ, ਪਰ ਉਹਦੇ ਵਚਨ ਸੁਣ ਕੇ ਉਹਦੇ ਵਿੱਚ ਚੱਲਣ ਦੀ ਲੋੜ ਆ। ਉਹ ਰਾਹ ਸਾਨੂੰ ਲੈਣਾ ਪੈਣਾ ਹੈ। ਯਿਸੂ ਮਸੀਹ ਕਹਿੰਦਾ ਰਾਹ, ਸੱਚਾਈ ਅਤੇ ਜੀਵਨ ਮੈਂ ਆ, ਹੋਰ ਕੋਈ ਰਾਹ ਨਹੀਂ ਮੇਰੇ ਭੈਣੋ ਅਤੇ ਭਰਾਵੋ। ਸਾਰੇ ਰਾਹ ਇੱਕੋ ਹੀ ਜਗ੍ਹਾ ਨੂੰ ਨਹੀਂ ਜਾਂਦੇ, ਸਿਰਫ 2 ਰਾਹ ਆ, ਇੱਕ ਭੀੜਾ ਆ ਅਤੇ ਇੱਕ ਖੁੱਲ੍ਹਾ ਆ, ਇੱਕ ਬੈਰੀ ਦਾ ਰਾਹ ਆ ਅਤੇ ਇੱਕ ਯਿਸੂ ਮਸੀਹ ਦਾ ਰਾਹ ਆ। ਤੁਸੀਂ ਕਿਹਨੂੰ ਚੁਣਨਾ ਆ? ਤੁਹਾਡੇ 'ਤੇ ਤਾਂ ਮੇਰੇ 'ਤੇ। ਅਤੇ ਹਰ ਰੋਜ਼ ਸਾਨੂੰ ਫੈਸਲਾ ਕਰਨਾ ਪੈਂਦਾ, ਹਰ ਰੋਜ਼ ਅਸੀਂ ਬੂਹੇ ਥਾਣੀ ਵੜਨਾ ਆ, ਹਰ ਰੋਜ਼ ਅਸੀਂ ਖਾਣਾ ਖਾਣਾ ਆ। ਆਮੇਨ। Hallelujah. Praise the Lord. Thank you. ਸੁਖਵੀਰ ਆਇਓ ਤਾਂ ਜੀ ਬੋਲੇ। ਸੁਖਵੀਰ ਇੱਥੇ ਹੀ ਆ? ਓਕੇ ਜੀ, ਆਪਾਂ ਹੁਣ ਸੱਚੀ ਇਹ ਰਸਤਾ ਸਾਰਿਆਂ ਨੂੰ ਚੁਣਨਾ ਪੈਣਾ ਆ। ਜਿੱਦਾਂ ਮਰਜ਼ੀ ਅਸੀਂ ਇਸ ਵੇਲੇ ਕਹੀ ਚੱਲੀਏ ਬਈ ਸਾਰੇ ਰਸਤੇ ਉੱਥੇ ਹੀ ਜਾ ਰਹੇ ਆ, ਪਰ ਸੱਚੀ ਗੱਲ ਨਹੀਂ ਹੈਗੀ। ਇਸ ਦੁਨੀਆ ਵਿੱਚ ਵੀ ਸੈਂਸ ਨਹੀਂ ਬਣਦਾ ਹੈਗਾ ਜੇ ਕੋਈ ਤੁਹਾਨੂੰ ਆ ਕੇ ਪੁੱਛੇ ਜੀ ਮੈਂ ਲੰਡਨ ਨੂੰ ਜਾਣਾ, ਰਸਤਾ ਦੱਸਿਓ, ਤਾਂ ਆਪਾਂ ਕਹਿੰਦੇ ਜਿਹੜਾ ਮਰਜ਼ੀ ਫੜ ਲਾ, ਸਾਰੇ ਲੰਡਨ ਨੂੰ ਜਾ ਰਹੇ ਆ। ਉਹਨੇ ਕਹਿਣਾ ਜੀ ਇਹਦਾ ਦਿਮਾਗ ਖਰਾਬ ਹੋ ਗਿਆ। ਪਰ ਮੱਝ ਬਤੌਰੀ ਜਦੋਂ ਸਾਨੂੰ ਲੋਕ ਕਹਿੰਦੇ ਆ ਜੀ ਸਾਰੇ ਰਸਤੇ ਸਵਰਗਾਂ ਨੂੰ ਜਾ ਰਹੇ ਆ, ਅਤੇ ਉਹ ਬਲੀਵ ਕਰਦੇ ਆ। ਪਰ ਜੇ ਸੋਚ ਕੇ ਦੇਖੀਏ ਸਾਰੇ ਰਸਤੇ ਕਿੱਦਾਂ ਜਾ ਸਕਦੇ ਆ? ਇੱਕੋ ਹੀ ਰਸਤਾ ਜਾਂਦਾ। ਸੁਰਿੰਦਰ ਨੇ ਅੱਜ ਆਪਾਂ ਨੂੰ ਦੱਸਿਆ ਆ, ਅਤੇ ਆਪਾਂ ਉਹ ਰਸਤਾ ਫੜਨਾ ਆ। ਅਤੇ ਮੈਂ ਹੁਣ ਥੋੜ੍ਹੀ ਚਿਰ ਨੂੰ ਤੁਹਾਡੇ ਵਾਸਤੇ ਪ੍ਰੇ ਕਰਨੀ ਆ, ਪਰ ਸੁਖਵੀਰ ਨੇ ਆਪਾਂ ਨੂੰ ਦੱਸਣਾ ਆ ਬਈ ਕਈਆਂ ਵਾਸਤੇ ਜਿਹਨਾਂ ਵਾਸਤੇ ਮੈਂ ਪ੍ਰੇ ਕਰਨੀ ਆ, ਅਤੇ ਉਹਨੇ ਉਸੇ ਵੇਲੇ ਠੀਕ ਹੋਣਾ ਆ। ਅਤੇ ਤੁਸੀਂ ਰੈਡੀ ਹੋਇਓ। ਮੈਂ ਜੇ ਤੁਸੀਂ ਇੰਟਰਨੈਟ 'ਤੇ ਦੇਖਦੇ ਸੀ, ਮੈਂ ਤੁਹਾਨੂੰ ਮੈਸੇਜ ਵੀ ਭੇਜਿਆ ਸੀਗਾ। ਸੋ ਜੇ ਤੁਹਾਨੂੰ ਮੈਸੇਜ ਪਹੁੰਚ ਗਿਆ, ਤੁਸੀਂ ਰੈਡੀ ਆ ਅਤੇ ਤੁਸੀਂ ਠੀਕ ਹੋਣਾ। ਅਤੇ 2 ਗੱਲਾਂ ਤੁਸੀਂ ਬੋਲੋ ਜੀ। ਹਾਂਜੀ। ਹੈਲੋ, ਜੈ ਮਸੀਹ ਜੀ, ਜੈ ਮਸੀਹ ਜੀ, ਹਾਲੇਲੂਇਆ। ਸਾਡੇ ਸਾਰਿਆਂ ਵਾਸਤੇ ਮੈਸੇਜ ਆ, ਜਿੱਦਾਂ ਪਰਮੇਸ਼ਰ ਨੇ ਸਾਨੂੰ ਹੀਲਿੰਗ ਦੇਣੀ ਆ। ਹੁਣ ਜਿਹੜੇ ਸਾਡੇ ਭੈਣ ਭਰਾ ਇੱਥੇ ਬੈਠੇ ਆ ਜਾਂ ਔਨਲਾਈਨ ਦੇਖਦੇ ਆ, ਜਿਹਨੂੰ ਵੀ ਇਹ ਪ੍ਰੋਬਲਮ ਹੈਗੀ ਆ ਜਿਹੜੀ ਮੈਂ ਤੁਹਾਨੂੰ ਬੋਲੂੰਗਾ, ਤੁਸੀਂ ਰਿਸੀਵ ਕਰ ਸਕਦੇ ਆ ਯਿਸੂ ਮਸੀਹ ਦੇ ਨਾਮ ਵਿੱਚ, ਅਤੇ ਤੁਸੀਂ ਹੀਲ ਹੋਵੋਗੇ ਹੁਣੇ ਹੀ, ਇਸੇ ਟਾਈਮ ਹੀ। ਜ਼ਿਆਦਾ ਟਾਈਮ ਨਹੀਂ ਲੱਗਣਾ, ਪਰ ਤੁਹਾਡਾ ਬਲੀਵ ਹੋਣਾ ਚਾਹੀਦਾ ਕਿ ਪਰਮੇਸ਼ਰ ਤੁਹਾਡੇ ਲਈ ਕਰ ਸਕਦਾ ਆ। ਅਤੇ ਮੈਂ ਵਿਸ਼ਵਾਸ ਕਰਦਾ ਜੋ ਪਰਮੇਸ਼ਰ ਨੇ ਕਿਹਾ ਹੁੰਦਾ ਆ, ਅਤੇ ਤੁਸੀਂ ਬਲੀਵ ਕਰਨਾ ਕਿ ਹੋ ਗਿਆ ਆ। ਪਹਿਲੀ ਗੱਲ ਇਹ ਕਿ ਜਿਹੜੇ ਵੀ ਮੇਰੇ ਭੈਣ ਭਰਾ ਦੇ ਕੋਈ ਵੀ ਪੇਨ ਆ, ਜੇ ਤੁਹਾਡੇ ਵਿੱਚੋਂ ਮੇਰਾ ਭੈਣ ਭਰਾ ਕੋਈ ਵੀ ਬੈੱਡ 'ਤੇ ਸੌਂਦਾ ਆ, ਜਿਹੜੇ ਲੰਮਾ ਪੈਂਦਾ ਆ, ਉਹਦੀ ਬੋਡੀ ਦੁਖਦੀ ਆ, ਤੁਹਾਡੇ 'ਚ ਕੋਈ ਹੈਗਾ ਇੱਥੇ ਜਿਹੜੀ ਇਹ ਇੱਦਾਂ ਹੁੰਦੀ ਜਿਹਦੇ ਨਾਲ? ਹਾਂਜੀ, ਤੁਸੀਂ
ਹਾਂਜੀ ਉਹ ਭੈਣ, 2 ਭੈਣਾਂ, 3 ਭੈਣਾਂ, ਤੁਸੀਂ ਆਪਣੇ ਜਗ੍ਹਾ 'ਤੇ ਖੜੇ ਹੋ ਸਕਦੇ ਜਿਹਨੂੰ ਪ੍ਰੋਬਲਮ ਆ, ਜਿਹੜੀ ਮੈਂ ਤੁਹਾਨੂੰ ਦੱਸਦਾ ਹਾਂ। ਅਤੇ ਦੂਜੀ ਪ੍ਰੋਬਲਮ ਤੁਹਾਡੇ ਕਿਸੇ ਦੇ ਵੀ, ਜਿੱਥੇ ਆਪਾਂ ਨਹੀਂ ਪੈਂਟ ਬੰਨ੍ਹਦੇ ਹਾਂ, ਨਾਭੀ ਤੋਂ ਥੱਲੇ ਪੈਂਟ ਬੰਨ੍ਹਦੇ ਹਾਂ, ਉੱਥੇ ਤੁਹਾਡੇ ਬਹੁਤ ਜ਼ਿਆਦਾ ਪੇਨ ਹੁੰਦੀ ਆ। ਕੋਈ ਹੈਗਾ ਇੱਥੇ ਭੈਣ ਭਰਾ ਜਿਹਦੇ ਪੇਨ ਹੁੰਦੀ ਬਹੁਤ ਜ਼ਿਆਦਾ? ਜਿੰਨੇ ਇੰਟਰਨੈਟ 'ਤੇ ਵੀ ਸੁਣ ਰਹੇ ਆ, ਤੁਹਾਡੇ ਵਾਸਤੇ ਵੀ ਹੋਣੀ ਆ। ਤੁਸੀਂ ਖਿਆਲ ਨਾਲ ਸੁਣ ਕੇ ਤੁਸੀਂ ਵੀ ਇਹਦੇ ਵਿੱਚ ਹਿੱਸਾ ਲੈਣਾ, ਅਤੇ ਤੁਹਾਨੂੰ ਵੀ ਪ੍ਰਭੂ ਠੀਕ ਕਰੂ ਕਰਕੇ ਤੁਹਾਡੇ ਕੋਲ ਹੈ ਇਸ ਵੇਲੇ। ਠੀਕ ਹੈ ਜੀ। ਜਿਹਦੇ ਵੀ ਹੁੰਦੀ ਆ ਉਹ ਖਿਆਲ ਕਰ ਸਕਦਾ। ਜਿੱਥੇ ਆਪਾਂ ਪੈਂਟ ਬੰਨ੍ਹਦੇ ਹਾਂ ਉਹਦੇ ਥੱਲੇ ਦਰਦ ਹੁੰਦੀ ਬਹੁਤ ਜ਼ਿਆਦਾ, ਉਦੋਂ ਸਹਿਣ ਤੋਂ ਬਾਹਰ ਆ। ਕੋਈ ਉਹ ਵੀ ਭੈਣ ਭਰਾ ਹੈਗਾ, ਉਹ ਵੀ ਸੁਣ ਸਕਦਾ ਅਤੇ ਉਹ ਵੀ ਰਿਸੀਵ ਕਰ ਸਕਦਾ ਹੈ ਪ੍ਰੇਅਰ। ਅਤੇ ਕਿਸੇ ਭੈਣ ਭਰਾ ਦੇ ਜਿਹਦੇ ਬਹੁਤ ਜ਼ਿਆਦਾ ਪੇਨ ਹੁੰਦੀ ਹੈ, ਬੈਕ ਬਹੁਤ ਜ਼ਿਆਦਾ, ਜੇ ਤੁਸੀਂ ਇੰਟਰਨੈਟ 'ਤੇ ਸੁਣਦੇ ਜਾਂ ਇੱਥੇ ਆ, ਵਿਸ਼ਵਾਸ ਕਰਨਾ ਕਿ ਪਰਮੇਸ਼ਰ ਤੁਹਾਡੇ ਲਈ ਕਰ ਰਿਹਾ ਹੈ ਇਸ ਵਕਤ, ਕਿਉਂਕਿ ਉਹਨੇ ਤੁਹਾਡੇ ਲਈ ਮਾਰ ਖਾਧੀ ਆ, ਕੋੜੇ ਖਾਧੇ ਆ, ਵੀ ਤੁਹਾਨੂੰ ਸ਼ਿਫਾ ਮਿਲ ਸਕੇ। ਅਤੇ ਹੁਣ ਪਾਸਟਰ ਨਹੀਂ ਰਲ ਕੇ ਪ੍ਰੇਅਰ ਕਰਨਗੇ। ਜਿਹਨੂੰ ਵੀ ਭੈਣ ਭਰਾ ਨੂੰ ਇਹ ਪ੍ਰੋਬਲਮ ਆ, ਤੁਸੀਂ ਰਿਸੀਵ ਕਰਨਾ, ਅਤੇ ਮੈਂ ਵਿਸ਼ਵਾਸ ਕਰਦਾ ਤੁਸੀਂ ਇਸੇ ਟਾਈਮ ਠੀਕ ਆ ਯਿਸੂ ਮਸੀਹ ਦੇ ਨਾਮ ਵਿੱਚ। ਅਤੇ ਹੁਣ ਪਾਸਟਰ ਨਹੀਂ ਤੁਹਾਡੇ ਲਈ ਪ੍ਰੇਅਰ ਕਰਨਗੇ ਅਤੇ ਤੁਸੀਂ ਚੰਗਿਆਈ ਪਾਓਗੇ। ਹਾਲੇਲੂਇਆ, ਹਾਲੇਲੂਇਆ, ਥੈਂਕ ਯੂ ਫਾਦਰ। ਜਦੋਂ ਮੈਂ ਪ੍ਰੇਅਰ ਕਰਨ ਲੱਗਿਆ, ਤੁਸੀਂ ਉਸੇ ਵੇਲੇ ਆਪਣੇ ਅੰਗ ਨੂੰ ਹਿਲਾਉਣ ਲੱਗ ਪੈਣਾ, ਅਤੇ ਤੁਸੀਂ ਦੇਖਣਾ ਤੁਹਾਡੇ ਅੰਦਰ ਸ਼ਿਫਾ ਆ ਗਈ ਆ। ਸਵਰਗ ਪਿਤਾ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ। ਜਦੋਂ ਅਸੀਂ ਇਹ ਜਿਹੜੇ ਭੈਣ ਭਰਾ ਇਸ ਵੇਲੇ ਖੜ੍ਹੇ ਆ, ਜਿਹੜੇ ਇਸ ਵੇਲੇ ਇੰਟਰਨੈਟ 'ਤੇ ਦੇਖ ਰਹੇ ਆ, ਅਤੇ ਉਹਨੇ ਜਿੱਥੇ ਵੀ ਉਹਨਾਂ ਦਾ ਦਰਦ ਪੈਂਦਾ ਆਪਣਾ ਹੱਥ ਰੱਖਿਆ ਆ, ਤਾਂ ਸਵਰਗਦੂਤ ਅਸੀਂ ਇਸ ਵੇਲੇ ਪ੍ਰੇ ਕਰ ਰਹੇ ਹਾਂ। ਤੁਸੀਂ ਇਸ ਵੇਲੇ ਉਹਨਾਂ ਦੇ ਜੀਵਨ ਨੂੰ ਛੂਹ ਰਹੇ ਆ, ਤੁਸੀਂ ਇਸ ਵੇਲੇ ਉਹਨਾਂ ਨੂੰ ਛੁਟਕਾਰਾ ਦੇ ਰਹੇ ਆ, ਕਰਕੇ ਯਿਸੂ ਮਸੀਹ ਨੇ ਸਾਡੀਆਂ ਬਿਮਾਰੀਆਂ, ਦੁੱਖ ਤਕਲੀਫਾਂ ਕ੍ਰੋਸ ਉੱਤੇ ਚੱਕ ਲਈਆਂ ਸੀ। ਉਹਦੀ ਮਾਰ ਖਾਣ ਦੇ ਨਾਲ ਅਸੀਂ ਨਰੋਏ ਕੀਤੇ ਜਾਂਦੇ ਹਾਂ। ਇਹਦੇ ਕਾਰਨ ਸਵਰਗਦੂਤ ਅਸੀਂ ਇਸ ਬਿਮਾਰੀਆਂ ਨੂੰ ਹੁਕਮ ਦਿੰਦੇ ਹਾਂ, ਯਿਸੂ ਮਸੀਹ ਦੇ ਨਾਂ ਦੇ ਵਿੱਚ ਐਸੇ ਵੇਲੇ ਛੱਡ ਕੇ ਜਾਣਾ ਪੈਣਾ। ਐਸੇ ਵੇਲੇ ਇਹਨਾਂ ਸਰੀਰਾਂ ਦੇ ਵਿੱਚ ਸ਼ਿਫਾ ਆ ਰਹੀ ਆ, ਬੇਸ਼ੱਕ ਦੀ ਇਸ ਹੋਲ ਦੇ ਵਿੱਚ ਆ ਜਾਂ ਇੰਟਰਨੈਟ 'ਤੇ ਸੁਣ ਰਹੇ ਆ, ਐਸੇ ਵੇਲੇ ਠੀਕ ਹੋ ਰਹੇ ਆ। ਜਦੋਂ ਆਪਣੇ ਸਰੀਰ ਨੂੰ ਹਿਲਾਉਂਦੇ ਆ, ਉਹ ਦੇਖਦੇ ਆ ਦਰਦ ਜਾਂਦਾ ਰਿਹਾ ਆ। ਇਸ ਵੇਲੇ ਹੀਲਿੰਗ ਆ ਰਹੀ ਆ ਯਿਸੂ ਮਸੀਹ ਦੇ ਨਾਂ ਦੇ ਵਿੱਚ। ਇਸ ਵੇਲੇ ਹੁਣੇ ਹਿਲਾਉਣ ਲੱਗੋ, ਹੁਣੇ ਮੂਵ ਹੋਵੋ ਯਿਸੂ ਮਸੀਹ ਦੇ ਨਾਂ ਦੇ ਵਿੱਚ। ਆਮੈਨ, ਆਮੈਨ। ਥੈਂਕ ਯੂ ਫਾਦਰ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਚੈੱਕ ਕਰੋ ਆਪਣੇ ਆਪ ਨੂੰ ਸਾਰੇ ਜਣੇ, ਜਿਹੜੇ ਵੀ ਖੜੇ ਹੋਏ ਸੀ, ਜਿਹਨਾਂ ਦੀ ਪ੍ਰੋਬਲਮ ਸੀਗੀ, ਉਹ ਚੈੱਕ ਕਰ ਸਕਦੇ ਆਪਣੇ ਆਪ ਨੂੰ। ਆਮੇਨ। ਜੇ ਕੋਈ ਵੀ ਹੀਲ ਹੋਇਆ ਦੱਸ ਸਕਦੇ ਤੁਸੀਂ ਵੀ ਮੈਂ ਹੀਲ ਹੋਇਆ। ਦਰਦ ਪੈਂਦਾ ਸੀ, ਜੇ ਬਾਂਹ ਸੀ, ਲੱਤ ਸੀ, ਚੈੱਕ ਕਰਕੇ ਦੇਖੋ ਆਪਣੇ ਉਹ ਅੰਗ ਪੈਰ ਹਿਲਾ ਕੇ ਦੇਖੋ ਜਿਹੜੇ ਤੁਹਾਨੂੰ ਪ੍ਰੋਬਲਮ ਸੀਗੀ। ਆਮੇਨ, ਹਾਲੇਲੂਇਆ, ਹਾਲੇਲੂਇਆ। ਥੈਂਕ ਯੂ ਫਾਦਰ, ਹਾਲੇਲੂਇਆ, ਹਾਲੇਲੂਇਆ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਬਲੈਸ ਯੂ। ਓਕੇ ਜੀ, ਹੁਣ ਆਪਾਂ ਉਹਨਾਂ ਵਾਸਤੇ ਪ੍ਰੇ ਕਰਨੀ ਹੈ ਜਿਹੜਾ ਭੈਣ ਸੁਰਿੰਦਰ ਨੇ ਦੱਸਿਆ ਸੀਗਾ, ਕਹਿੰਦੀ ਸੀ ਬਈ ਜਿਨ੍ਹਾਂ ਦੇ ਰੋਂਗ ਰਾਸਤੇ ਦੇ ਵਿੱਚ ਆ, ਹੋ ਸਕਦਾ ਜਿਹੜਾ ਰਾਸਤਾ ਬਹੁਤ ਭੀੜਾ ਆ, ਅਤੇ ਜੇ ਅਸੀਂ ਖਿਆਲ ਨਹੀਂ ਰੱਖਦੇ ਹੈਗੇ ਅਤੇ ਅਸੀਂ ਕਈ ਵਾਰੀ ਉਸ ਰਾਸਤੇ ਤੋਂ ਖੁੰਝ ਜਾਂਦੇ ਹਾਂ। ਉਦੋਂ ਹੀ ਪਤਾ ਲੱਗਦਾ ਜਦੋਂ ਅਸੀਂ ਰੋਂਗ ਰਾਸਤੇ ਵਿੱਚ ਪੈ ਗਏ ਹਾਂ। ਸੋ ਆਪਾਂ ਹੁਣ ਧੰਨਵਾਦ ਕਰਦੇ ਹਾਂ, ਵਡਿਆਈ ਕਰਦੇ ਹਾਂ। ਜੇ ਤੁਸੀਂ ਸਹੀ ਰਾਸਤੇ 'ਤੇ ਇਸ ਵੇਲੇ ਆਉਣਾ ਚਾਹੁੰਦੇ, ਮੈਂ ਤੁਹਾਡੇ ਵਾਸਤੇ ਪ੍ਰੇ ਕਰਨੀ ਆ, ਅਤੇ ਪ੍ਰਭੂ ਤੁਹਾਡੀਆਂ ਅੱਖਾਂ ਖੋਲੂਗਾ ਅਤੇ ਤੁਸੀਂ ਸਹੀ ਰਾਸਤੇ 'ਤੇ ਆ ਸਕਦੇ ਆ। ਆਪਣਾ ਰਸਤਾ ਫਿਰ ਉਹਨਾਂ ਠੀਕ ਕਰ ਸਕਦੇ ਹਾਂ। ਹੋ ਸਕਦਾ ਤੁਸੀਂ ਉਸ ਰਾਸਤੇ 'ਤੇ ਕਦੇ ਪਏ ਹੀ ਨਹੀਂ ਸੀਗੇ। ਅੱਜ ਅਸੀਂ ਤੁਹਾਡੇ ਵਾਸਤੇ ਪ੍ਰੇ ਕਰਨੀ ਆ, ਤੁਸੀਂ ਇਸ ਵੇਲੇ ਉਹ ਰਸਤਾ ਫੜ ਸਕਦੇ ਆ। ਯਿਸੂ ਮਸੀਹ ਕੀ ਕਹਿੰਦਾ ਸੀ? ਆਈ ਐਮ ਦ ਵੇ, ਦ ਟਰੂਥ ਐਂਡ ਦ ਲਾਈਫ। ਮੈਂ ਹੀ ਉਹ ਰਸਤਾ ਹਾਂ। ਸੋ ਯਿਸੂ ਮਸੀਹ ਦੇ ਕੋਲ ਇਸ ਵੇਲੇ ਤੁਸੀਂ ਆ ਸਕਦੇ ਹੋ। ਆ ਜਾਓ ਆਪਾਂ ਪ੍ਰੇ ਕਰੀਏ। ਸਵਰਗ ਪਿਤਾ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ। ਜਿੰਨੇ ਵੀ ਮੇਰੇ ਭੈਣ ਭਰਾ ਇਸ ਵੇਲੇ ਉਸ ਰਾਸਤੇ ਤੋਂ ਖੁੰਝ ਗਏ ਸੀ, ਕਈ ਵਾਰੀ ਉਹਨਾਂ ਨੂੰ ਪਤਾ ਵੀ ਨਹੀਂ ਲੱਗਾ ਹੈਗਾ, ਪਰ ਰੋਂਗ ਰਾਸਤੇ ਦੇ ਵਿੱਚ ਇਸ ਵੇਲੇ ਤੁਸੀਂ ਉਹਨਾਂ ਨੂੰ ਹੋਲੀ ਸਪਿਰਿਟ ਦੇ ਨਾਲ ਕਨਵਿਕਟ ਕੀਤਾ ਆ, ਉਹ ਰੋਂਗ ਰਾਸਤੇ ਉੱਤੇ ਆ। ਤਾਂ ਸਵਰਗ ਪਿਤਾ, ਅਸੀਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਮੰਗਦੇ ਹਾਂ, ਉਹਨਾਂ 'ਤੇ ਕਿਰਪਾ ਕਰੋ, ਉਹਨਾਂ ਨੂੰ ਮੁੜ ਕੇ ਫੇਰ ਸਹੀ ਰਾਸਤੇ 'ਤੇ ਲੈ ਆਓ। ਤਾਂ ਸਵਰਗਦੂਤ ਕਈ ਸੀਗੇ, ਉਹ ਕਦੇ ਰਾਸਤੇ 'ਤੇ ਪਏ ਹੀ ਨਹੀਂ ਸੀਗੇ, ਪਰ ਅੱਜ ਉਹਨਾਂ ਨੂੰ ਪਤਾ ਲੱਗਾ ਉਹ ਰੋਂਗ ਰਾਸਤੇ 'ਤੇ ਆ। ਉਹਨਾਂ ਦੇ ਖਿਆਲ ਸੀਗਾ ਵੀ ਸਾਰੇ ਰਾਸਤੇ ਤੁਹਾਡੇ ਕੋਲ ਆ ਰਹੇ ਆ, ਪਰ ਅੱਜ ਉਹਨਾਂ ਨੂੰ ਪਤਾ ਲੱਗਾ ਇਕੱਲਾ ਯਿਸੂ ਮਸੀਹ ਜਿਹੜਾ ਰਾਸਤਾ, ਉਹੋ ਹੀ ਇਕੱਲਾ ਤੁਹਾਡੇ ਕੋਲ ਜਾ ਰਿਹਾ ਆ, ਅਤੇ ਉਸ ਰਾਸਤੇ 'ਤੇ ਆਉਣਾ ਚਾਹੁੰਦੇ ਆ। ਉਹਨਾਂ 'ਤੇ ਕਿਰਪਾ ਕਰੋ ਸਵਰਗਦੂਤ, ਉਹਨਾਂ ਦੀ ਮਦਦ ਕਰੋ, ਉਹ ਸਹੀ ਰਾਸਤੇ 'ਤੇ ਆ ਸਕਣ। ਯਿਸੂ ਮਸੀਹ ਦੇ ਨਾਂ ਥਾਣੀ, ਆਮੇਨ, ਆਮੇਨ, ਆਮੇਨ। ਸੋ ਇਹ ਲਿੰਕ ਹੋਰਾਂ ਨੂੰ ਵੀ ਭੇਜਣੀ, ਉਹਨਾਂ ਦੀ ਮਦਦ ਹੋਵੇ। ਤਾਂ ਫਰਾਈਡੇ ਨੂੰ ਫੇਰ ਸਾਡੇ ਨਾਲ ਜੁੜਨਾ। ਪ੍ਰਭੂ ਤੁਹਾਡੇ 'ਤੇ ਕਿਰਪਾ ਕਰੇ ਅਤੇ ਆਪਾਂ ਪ੍ਰਭੂ ਦੇ ਵਿੱਚ ਵੱਧਦੇ ਰਹਿਣਾ। ਆਮੇਨ, ਆਮੇਨ। ਜੈ ਮਸੀਹ।